ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਜੋ ਦਿਨ ਆਵੈ ਸੋ ਦਿਨ ਜਾਹੀ, ਕਰ ਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ, ਸੂਹੀ ਮਹਲਾ ਪੰਜਵਾ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨਿ ਦਰਸ਼ਨ ਪਾਇਆ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਰਹਾਉ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦਿਸੈ ਸੋ ਕਾਲੇ ਖਰਨਾ। ਕੂੜੈ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅੱਜ ਆਪਾਂ ਸਾਰੇ ਹੀ ਭਾਈ ਗੁਰਦੇਵ ਸਿੰਘ, ਜੋ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਸਰੀਰਕ ਤੌਰ 'ਤੇ ਇਸ ਸੰਸਾਰ ਵਿੱਚੋਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਭਰਾ, ਉਹਨਾਂ ਦੇ ਭਤੀਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਸਹਿਜ ਪਾਠ ਆਪਣੇ ਗ੍ਰਹਿ ਵਿਖੇ ਰੱਖ ਕੇ ਖੁੱਲ੍ਹਿਆਂ ਪੰਡਾਲਾਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਅੱਜ ਦਾ ਦੀਵਾਨ ਸਜਾਇਆ ਹੈ, ਜਿਸ ਵਿੱਚ ਆਪ ਸਾਰੇ ਹਾਜ਼ਰੀ ਬਹੁਤ ਪਿਆਰ ਨਾਲ ਭਰ ਰਹੇ ਹੋ। ਮੇਰੇ ਤੋਂ ਪਹਿਲਾਂ ਬਹੁਤ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਆਪਾਂ ਸਾਰਿਆਂ ਨੇ ਹੀ ਗੁਰਮਤਿ ਦੀਆਂ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਸਰਵਣ ਕੀਤਾ। ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ, ਲੰਗਰ ਹਾਲ ਵਿੱਚ ਜਾਂ ਬਾਹਰ ਬੈਠਣ ਦੀ ਬਜਾਏ ਅੰਦਰ ਆਣ ਕੇ ਗੁਰੂ ਦੀ ਗੋਦ ਵਿੱਚ ਬੈਠੀਏ ਅਤੇ ਕੁਝ ਸਮਾਂ ਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਈਏ। ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ ਹੈ।
ਇਹ ਪਾਵਨ ਸ਼ਬਦ ਰਾਗ ਸੂਹੀ ਦੇ ਵਿੱਚ 740 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰ ਨੇ ਬਾਣੀ ਦੇ ਵਿੱਚ ਮੌਤ ਦੇ ਸੰਬੰਧ ਵਿੱਚ ਅਨੇਕਾਂ ਸ਼ਬਦ ਉਚਾਰਨ ਕਰਕੇ ਮਨੁੱਖ ਨੂੰ ਸੇਧ ਬਖਸ਼ਿਸ਼ ਕੀਤੀ ਹੈ ਕਿ ਜੋ ਦਿਖਾਈ ਦੇ ਰਿਹਾ ਹੈ, ਜੋ ਦਿਸ ਰਿਹਾ ਹੈ, ਉਹ ਹਰ ਇੱਕ ਚੀਜ਼ ਨਾਸ਼ਵੰਤ ਹੈ। ਉਹ ਇਕੱਲੀ ਉਹ ਚੀਜ਼ ਹੀ ਨਹੀਂ ਜਿਹਦੇ ਵਿੱਚ ਜਾਨ ਹੈ, ਉਹ ਵੀ ਚੀਜ਼ ਨਾਸ਼ਵੰਤ ਹੈ ਜਿਹਦੇ ਵਿੱਚ ਜਾਨ ਨਹੀਂ ਹੈਗੀ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਘਰ ਬਣਾਉਂਦੇ ਹਾਂ, ਕੀ ਘਰ ਸਦਾ ਰਹਿੰਦੇ ਨੇ? ਮੰਨ ਲਓ ਆਪਾਂ ਅੱਜ ਘਰ ਬਣਾਇਆ ਅਤੇ ਇਹ ਕਹਿ ਤਾ ਵੀ ਨਵਾਂ ਹੀ ਘਰ ਬਣਾਇਆ, ਨਵੀਂ ਕੋਠੀ ਬਣਾਈ ਹੈ, ਪਰ ਕਦੀ ਸਾਡਿਆਂ ਬਜ਼ੁਰਗਾਂ ਨੇ ਵੀ ਇਹ ਘਰ ਬਣਾਏ ਸੀ। ਜਦੋਂ ਉਹਨਾਂ ਬਣਾਏ ਹੋਣਗੇ ਉਹਨਾਂ ਨੇ ਵੀ ਕਹੇ ਹੋਣਗੇ ਨੇ ਸਾਡਾ ਘਰ ਬਿਲਕੁਲ ਨਵਾਂ ਹੈ, ਭਾਵੇਂ ਕੱਚੇ ਘਰ ਸਨ, ਮਿੱਟੀ ਦੇ ਘਰ ਸਨ। ਬਾਅਦ ਵਿੱਚ ਸਮਾਂ ਪੈ ਗਿਆ, ਹੌਲੀ ਹੌਲੀ ਬਾਲਿਆਂ ਵਾਲੇ ਘਰ ਆ ਗਏ, ਕਾਨਿਆਂ ਵਾਲੇ ਘਰ ਆ ਗਏ, ਫਿਰ ਹੌਲੀ ਹੌਲੀ ਉਹ ਤੋਂ ਅੱਗੇ ਕੰਮ ਚੱਲਿਆ, ਫਿਰ ਲੈਂਟਰ ਪੈਣੇ ਸ਼ੁਰੂ ਹੋ ਗਏ, ਸੋਹਣੀਆਂ ਕੋਠੀਆਂ ਬਣ ਗਈਆਂ, ਘਰ ਬਣ ਗਏ। ਜਦੋਂ ਘਰ ਬਣਦਾ ਸਾਰੇ ਅਸੀਂ ਇੰਝ ਹੀ ਕਹਿੰਦੇ ਵੀ ਘਰ ਨਵਾਂ ਹੈ, ਪਰ ਕੀ ਘਰ ਸਦਾ ਰਹਿੰਦਾ ਹੈ? ਗੱਡੀ ਨਵੀਂ ਲੈ ਕੇ ਆਉਂਦੇ ਆਪਾਂ ਕਹਿੰਦੇ ਬਿਲਕੁਲ ਬ੍ਰੈਂਡ ਹੈ, ਨਵੀਂ ਹੈ, ਅੱਜ ਹੀ ਕਢਾਈ ਹੈ, ਪਰ ਉਹਦਾ ਵੀ ਕੋਈ ਐਕਸਪਾਇਰੀ ਦਿਨ ਹੈ ਨਾ, ਵੀ ਇਸ ਤੋਂ ਬਾਅਦ ਉਹ ਗੱਡੀ, ਅੱਜ ਕੱਲ੍ਹ ਤਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਉਹਨਾਂ ਕਹਿ ਹੀ ਦਿੱਤਾ ਕਿ 15 ਸਾਲ ਤੋਂ ਬਾਅਦ, 10 ਸਾਲ ਤੋਂ ਬਾਅਦ ਇਹ ਗੱਡੀਆਂ 'ਤੇ ਪਾਬੰਦੀ ਹੈ, ਤੁਸੀਂ ਸਾਡੇ ਸ਼ਹਿਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਇਕੱਲੀ ਇਨਸਾਨ ਦੀ ਗੱਲ ਨਹੀਂ, ਇਕੱਲੀ ਉਸ ਚੀਜ਼ ਦੀ ਗੱਲ ਨਹੀਂ ਜਿਹਦੇ ਵਿੱਚ ਜਿੰਦ ਜਾਨ ਹੈ। ਹਰ ਇੱਕ ਵਸਤੂ ਜਿਹੜੀ ਹੈ ਸਮੇਂ ਨਾਲ ਪੁਰਾਣੀ ਹੁੰਦੀ ਹੈ ਅਤੇ ਸਮੇਂ ਨਾਲ ਨਾਸ਼ ਹੋ ਜਾਂਦੀ ਹੈ। ਸਤਿਗੁਰ ਨੇ ਬਾਣੀ 'ਚ ਐਵੇਂ ਥੋੜ੍ਹਾ ਲਿਖਿਆ ਸੀ ਵੀ ਜੋ ਉਪਜਿਓ ਸੋ ਬਿਨਸ ਹੈ। ਜੇ ਧਰਤੀ ਵਿੱਚੋਂ ਰੁੱਖ ਪੈਦਾ ਹੋਇਆ ਹੈ ਅਤੇ ਉਹਨੇ ਇੱਕ ਦਿਨ ਵੱਢਿਆ ਵੀ ਜਾਣਾ, ਕੱਟਿਆ ਵੀ ਜਾਣਾ, ਇੱਕ ਦਿਨ ਉਹਦਾ ਐਂਡ ਵੀ ਆਉਣਾ, ਅੰਤ ਵੀ ਹੋਣਾ ਹੈ। ਕਿੰਨੇ ਸਾਲ ਬਾਅਦ ਹੋਣਾ ਹੈ ਇਹ ਵਿਸ਼ਾ ਵੱਖਰਾ ਹੈ, ਪਰ ਹੋਣਾ ਜ਼ਰੂਰ ਹੈ। ਇਹਦਾ ਮਤਲਬ ਇਹ ਹੈ ਵੀ ਜੇ ਜਾਣਾ ਸਾਰਿਆਂ ਨੇ ਹੈ, ਮੌਤ ਹਰ ਇੱਕ ਦੀ ਆਉਣੀ ਹੈ, ਇਸ ਮੌਤ ਤੋਂ ਬਚਿਆ ਨਹੀਂ ਜਾ ਸਕਦਾ। ਅਤੇ ਪਾਤਸ਼ਾਹ ਜੀ ਨੇ ਫਿਰ ਬੜੀ ਪਿਆਰੀ ਗੱਲ ਕਹੀ, ਕਹਿੰਦੇ ਇੱਕ ਐਸੀ ਮੌਤ ਹੈਗੀ ਹੈ ਜਿਹਦੇ ਤੋਂ ਇਨਸਾਨ ਆਪਣੇ ਆਪ ਨੂੰ ਬਚਾ ਸਕਦਾ। ਇੱਕ ਤਾਂ ਸਰੀਰਕ ਮੌਤ ਹੈ, ਫਿਜ਼ੀਕਲ ਮੌਤ ਹੈ, ਇਹ ਤੋਂ ਤਾਂ ਆਪਾਂ ਆਪਣੇ ਆਪ ਨੂੰ ਬਚਾ ਹੀ ਨਹੀਂ ਸਕਦੇ। ਕਈ ਵਾਰ ਸਾਨੂੰ ਲੱਗਦਾ ਸਾਡੇ ਕਿਸੇ ਪਰਿਵਾਰ ਦੇ ਜੀਅ ਨੂੰ ਐਸੀ ਬਿਮਾਰੀ ਚਿੰਬੜ ਜਾਂਦੀ ਹੈ ਭਿਅੰਕਰ, ਆਪਾਂ ਕਹਿੰਦੇ ਹਾਂ ਕਾਸ਼ ਕਿਤੇ ਅਸੀਂ ਵੀ ਚੰਗੇ ਡਾਕਟਰ ਕੋਲ ਲੈ ਜਾਂਦੇ, ਵੱਡੇ ਹੌਸਪੀਟਲ ਲੈ ਜਾਂਦੇ, ਕਿਸੇ ਵੱਡੇ ਸ਼ਹਿਰ ਵਿੱਚ ਸਾਡੇ ਵੀ ਮਰੀਜ਼ ਦਾ ਇਲਾਜ ਹੁੰਦਾ। ਪਰ ਕਈ ਵਾਰੀ ਨਾ ਕੈਂਸਰ ਦੀ ਆਖਰੀ ਸਟੇਜ ਹੁੰਦੀ ਹੈ ਅਤੇ ਫੈਮਿਲੀ ਡਾਕਟਰਾਂ ਦੀ ਹੁੰਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਪਰਿਵਾਰ 'ਚ ਵੀ ਇੱਦਾਂ ਦਾ ਕੋਈ ਮਰੀਜ਼ ਜਿਹੜਾ ਕੈਂਸਰ ਨਾਲ ਪੀੜਤ ਹੈਗਾ। ਇਹ ਥੋੜ੍ਹਾ ਪਤਾ ਲੱਗਦਾ ਵੀ ਜੇ ਇੱਦਾਂ ਹੋਵੇ ਤਾਂ ਫਿਰ ਤਾਂ ਡਾਕਟਰਾਂ ਦੇ ਪਰਿਵਾਰਾਂ 'ਚ ਕਦੀ ਮੌਤ ਹੋਵੇ ਹੀ ਨਾ। ਫਿਰ ਤਾਂ ਜਿਨ੍ਹਾਂ ਦੇ ਆਪਣੇ ਹੌਸਪੀਟਲ ਨੇ, ਜਿਨ੍ਹਾਂ ਦੀ ਸਾਰਾ ਕੁਝ ਆਪਣਾ ਹੈ, ਉਹਨਾਂ ਨੂੰ ਤਾਂ ਕਦੀ ਮੌਤ ਪਰਿਵਾਰ ਦੇ ਵਿੱਚ ਵੇਖਣ ਨੂੰ ਮਿਲੇ ਹੀ ਨਾ, ਕਿਉਂਕਿ ਸਾਰਾ ਆਪਾਂ ਤਾਂ ਕਹਾਂਗੇ ਸਾਨੂੰ ਡਾਕਟਰ ਚਾਹੀਦਾ, ਮਹਿੰਗਾ ਜੀ, ਸਾਡੇ ਕੋਲ ਇੰਨੀ ਪਹੁੰਚ ਹੈ ਨਹੀਂ। ਜਿਨ੍ਹਾਂ ਦੇ ਡਾਕਟਰ ਆਪਣੇ ਮਹਿੰਗੇ ਹੈਗੇ ਨੇ, ਜਿਨ੍ਹਾਂ ਦੇ ਆਪਣੇ ਹੌਸਪੀਟਲ ਬੜੇ ਕਮਾਲ ਦੇ ਨੇ, ਜਿਨ੍ਹਾਂ ਕੋਲ ਮੈਡੀਸਨ ਬਹੁਤ ਜ਼ਿਆਦਾ ਪਈ ਹੈ। ਕਈ ਵਾਰੀ ਸਾਨੂੰ ਝੋਰਾ ਹੁੰਦਾ ਵੀ ਕਿਸੇ ਅਸੀਂ ਵੱਡੇ ਸ਼ਹਿਰ ਲੈ ਜਾਂਦੇ ਮਰੀਜ਼ ਨੂੰ, ਸਾਡਾ ਮਰੀਜ਼ ਬਚ ਜਾਂਦਾ, ਅਤੇ ਜਿਹੜੇ ਲੋਕ ਰਹਿੰਦੇ ਵੱਡੇ ਸ਼ਹਿਰਾਂ ਨੇ ਉੱਥੇ ਕਿ ਮੌਤ ਨਹੀਂ ਹੈਗੀ। ਇਹ ਭਾਈ ਜਿਹੜੀ ਸਰੀਰਕ ਮੌਤ ਹੈ, ਫਿਜ਼ੀਕਲ ਹੈ, ਇਹ ਅੰਤ ਹਰ ਇੱਕ ਦਾ ਆਉਣਾ ਹੈ। ਹਾਂ, ਇੱਕ ਮੌਤ ਹੈ ਜਿਹਦੇ ਤੋਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਉਹ ਕਿਹੜੀ ਮੌਤ ਹੈ? ਉਹ ਇਹ ਹੈ ਜਦੋਂ ਮਨੁੱਖ ਬੁਰਾਈ ਵਾਲੇ ਬੰਨੇ ਤੁਰਦਾ ਹੈ ਅਤੇ ਚੰਗਿਆਈ ਵਾਲੇ ਬੰਨਿਓ ਮਰ ਜਾਂਦਾ ਹੈ। ਜਿਹਨੂੰ ਆਪਾਂ ਰੋਜ਼ ਬਾਣੀ 'ਚ ਪੜ੍ਹਦੇ ਹਾਂ, ਆਖਾਂ ਜੀਵਾਂ, ਸਾਰੇ ਬੋਲੋ ਜੀ, ਆਖਾਂ ਜੀਵਾਂ ਵਿਸਰੈ ਮਰ ਜਾਉ। ਜਦੋਂ ਮਨੁੱਖ ਪਰਮੇਸ਼ਰ ਨੂੰ ਭੁੱਲਦਾ ਹੈ, ਪਰਮਾਤਮਾ ਨੂੰ ਭੁੱਲਦਾ ਹੈ, ਚੰਗਿਆਈ ਨੂੰ ਵਿਸਾਰ ਦਿੰਦਾ ਹੈ ਅਤੇ ਮਨੁੱਖ ਮਰ ਜਾਂਦਾ ਹੈ। ਅੱਛਾ, ਬਾਣੀ 'ਚ ਇੱਕ ਹੋਰ ਵਾਕ ਹੈ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਗੁਰੂ ਦੇ ਸ਼ਬਦ ਦੁਆਰਾ ਮਰਨਾ ਹੈ। ਕਿਧਰੋਂ ਮਰਨਾ ਹੈ? ਬੁਰਾਈ ਵੱਲੋਂ ਮਰਨਾ ਹੈ। ਚੰਗਿਆਈ ਵਾਲੇ ਬੰਨੇ ਤੇਰਾ ਜਨਮ ਹੋਣਾ ਹੈ। ਸ਼ਬਦ ਨਾਲ ਬੁਰਾਈ ਵੱਲੋਂ ਮਰਨਾ ਹੈ ਅਤੇ ਚੰਗਿਆਈ ਵਾਲੇ ਬੰਨੇ ਤੇਰਾ ਜਨਮ ਹੋਣਾ ਹੈ। ਜੇ ਮਨੁੱਖ ਦੇ ਉੱਤੇ ਬੁਰਾਈ ਪ੍ਰਭਾਵ ਪੈ ਜਾਏ ਫਿਰ ਚੰਗਿਆਈ ਵੱਲੋਂ ਮਰ ਜਾਂਦਾ ਅਤੇ ਬੁਰਾਈ ਵਾਲੇ ਬੰਨੇ ਉਹਦਾ ਜਨਮ ਹੁੰਦਾ ਹੈ। ਹੁਣ ਜੇ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜ ਜਾਏ ਅਤੇ ਫਿਰ ਉਹ ਬੁਰਾਈ ਵੱਲੋਂ ਉਹਦਾ ਐਂਡ ਹੋ ਜਾਂਦਾ ਹੈ ਅਤੇ ਚੰਗਿਆਈ ਵਾਲੇ ਬੰਨੇ ਉਹਦਾ ਜਨਮ ਹੁੰਦਾ। ਫਿਰ ਇਹ ਜਨਮ ਐਸਾ ਵਾ
ਕਿ ਬੰਦੇ ਨੂੰ ਆਪਾਂ ਚਿਖਾ ਵਿੱਚ ਵੀ ਸਾੜ ਦੇਵਾਂਗੇ, ਉਹਨੇ ਮਰਨਾ ਨਹੀਂ। ਕਿਉਂ ਨਹੀਂ ਮਰਨਾ? ਕਿਉਂਕਿ ਉਹਨੇ ਚੰਗਿਆਈ 'ਚ ਜਨਮ ਲਿਆ ਅਤੇ ਚੰਗਿਆਈ ਸਦਾ ਜਿਉਂਦੀ ਰਹਿੰਦੀ ਹੈ। ਉਹ ਬੰਦਾ ਕਿੱਦਾਂ ਮਰ ਜਾਏਗਾ ਵੀ? ਉਹ ਹਮੇਸ਼ਾ ਜਿਉਂਦਾ ਰਹੇਗਾ। ਆਪਾਂ ਵਾਕ ਪੜ੍ਹਿਆ, ਹਜ਼ੂਰ ਕਹਿੰਦੇ ਨੇ ਜੀਵਤ ਪੇਖੇ ਮੈਂ ਅੱਖਾਂ ਨਾਲ ਆਤਮਿਕ ਤੌਰ 'ਤੇ ਜਿਉਂਦੇ ਵੇਖੇ ਨੇ। ਪੇਖੇ ਦਾ ਅਰਥ ਵੇਖਣਾ। ਪਾਤਸ਼ਾਹ ਕਹਿੰਦੇ ਜੀਵਤ ਪੇਖੇ ਕੌਣ? ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਹਰ ਨੂੰ ਧਿਆਇਆ, ਜਿਹੜੇ ਸੱਚ ਨਾਲ ਕਿਉਂਕਿ ਜੇ ਸੱਚ ਸਦਾ ਰਹਿਣ ਵਾਲਾ ਆਦਿ ਸੱਚ ਹੈ, ਅਤੇ ਜਿਹੜਾ ਸੱਚ ਨਾਲ ਜੁੜੇਗਾ ਉਹ ਕਿੱਦਾਂ ਮਰ ਜਾਏਗਾ? ਪਰ ਉਹ ਵੀ ਤਾਂ ਜਿਉਂਦਾ ਰਹੇਗਾ ਨਾ। ਅਸੀਂ ਜਿਨ੍ਹਾਂ ਦੀ ਵੀ ਗੱਲ ਕਰਦੇ ਹਾਂ, ਭਾਵੇਂ ਉਹ ਗੁਰੂ ਕੇ ਪਿਆਰੇ 5 ਪਿਆਰੇ ਹੋਏ ਨੇ, ਸਾਹਿਬਜ਼ਾਦੇ ਹੋਏ ਨੇ, ਜਿੰਨੇ ਵੀ ਗੁਰੂ ਕੇ ਪਿਆਰੇ ਸਿੱਖ ਹੋਏ ਨੇ, ਜਾਂ ਈਵਨ ਇੱਥੋਂ ਤੱਕ 10 ਪਾਤਸ਼ਾਹੀਆਂ ਦੀ ਆਪਾਂ ਗੱਲ ਕਰਦੇ ਹਾਂ, ਸਰੀਰਕ ਤੌਰ 'ਤੇ, ਫਿਜ਼ੀਕਲ ਤੌਰ 'ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਮ ਪਾਤਸ਼ਾਹ ਤੱਕ ਸਾਡੇ ਵਿੱਚ ਥੋੜ੍ਹਾ ਬੈਠੇ ਸਰੀਰਕ ਤੌਰ 'ਤੇ, ਪਰ ਨਾਮ ਕਰਕੇ, ਉਹਨਾਂ ਦੀਆਂ ਸਿੱਖਿਆਵਾਂ ਕਰਕੇ, ਉਹਨਾਂ ਦੀ ਬਾਣੀ, ਉਹ ਅੱਜ ਵੀ ਸਾਡੇ ਵਿੱਚ ਬੈਠੇ ਨੇ। ਤਾਂ ਅਸੀਂ ਕਹਿੰਦੇ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਰੀਰ ਨਹੀਂ ਹੈਗਾ, ਪਰ ਉਹਨਾਂ ਦੀ ਸਰੀਰ ਦੁਆਰਾ ਉਚਾਰਨ ਕੀਤੀ ਬਾਣੀ ਦੇ ਵਿੱਚ ਹੈਗੀ ਹੈ ਨਾ। ਸਾਡੇ ਸਰੀਰ ਤੇ ਕਿਸੇ ਦਾ ਵੀ ਨਹੀਂ ਰਹਿਣਾ, ਪਰ ਸਰੀਰ ਦੁਆਰਾ ਕੀਤੇ ਹੋਏ ਕੰਮ ਮਨੁੱਖ ਦੁਨੀਆ 'ਤੇ ਸਦਾ ਰਹਿੰਦੇ ਨੇ। ਲੋਕ ਆਪਣੇ ਕੰਮਾਂ ਕਰਕੇ ਸੰਸਾਰ ਵਿੱਚ ਜਿਉਂਦੇ ਨੇ। ਪਾਤਸ਼ਾਹ ਕਹਿੰਦੇ ਨੇ ਜੀਵਤ ਪੇਖੇ ਮੈਂ ਜਿਉਂਦੇ ਵੇਖੇ ਨੇ, ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਜਿਹੜੇ ਸੱਚ ਨਾਲ ਜੁੜਦੇ ਨੇ ਉਹ ਜਿਉਂਦੇ ਨੇ। ਸਾਧ ਸੰਗ ਤਿਨੀ ਦਰਸ਼ਨ ਪਾਇਆ, ਜਿਨ੍ਹਾਂ ਨੇ ਸੱਚ ਨਾਲ ਆਪਣੇ ਆਪ ਨੂੰ ਜੋੜਿਆ ਉਹ ਕਦੀ ਵੀ ਮਰਦੇ ਨਹੀਂ, ਸਦਾ ਜਿਉਂਦੇ ਰਹਿੰਦੇ ਨੇ। ਹੁਣ ਇਹ ਫੈਸਲਾ ਮਨੁੱਖ ਨੇ ਕਰਨਾ ਕਿ ਮੈਂ ਸੱਚ ਨਾਲ ਜੁੜ ਕੇ ਜਿਉਣਾ ਹੈ ਜਾਂ ਸੱਚ ਨਾਲੋਂ ਟੁੱਟ ਕੇ ਮਰਨਾ ਹੈ। ਕਿਉਂਕਿ ਬੜੀ ਪਿਆਰੀ ਗੱਲ ਭਗਤ ਕਬੀਰ ਜੀ ਦੇ ਸਲੋਕਾਂ ਵਿੱਚੋਂ ਆਪਾਂ ਪੜ੍ਹਦੇ ਹਾਂ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਉਹ ਕਿਹੜੀ ਮੌਤ ਹੈ ਜਿਹ ਤੋਂ ਜਗਤ ਡਰਦਾ? ਕਦੀ ਸੋਚ ਕੇ ਵੇਖਿਆ? ਇੱਥੇ ਸ਼ਬਦ ਲਿਖਿਆ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰਨ ਦੇ ਨਾਲ ਹੀ ਉਹ ਪਰਮ ਆਨੰਦ ਪ੍ਰਾਪਤ ਹੁੰਦਾ। ਲੋਕ ਡਰਦੇ ਨੇ, ਪਰ ਭਗਤ ਕਬੀਰ ਜੀ ਕਹਿੰਦੇ ਨੇ ਮੇਰੇ ਮਨ 'ਤੇ ਚਾਅ ਚੜ੍ਹਿਆ ਪਿਆ। ਕੀ ਉਹ ਸਰੀਰ ਦੀ ਮੌਤ ਦੀ ਗੱਲ ਹੋ ਰਹੀ ਹੈ? ਇਹਦਾ ਮਤਲਬ ਸਾਨੂੰ ਆਤਮ ਹੱਤਿਆ ਕਰਨ ਵਾਸਤੇ ਭਗਤ ਕਬੀਰ ਜੀ ਪ੍ਰੇਰਨਾ ਦੇ ਰਹੇ ਨੇ ਕਿ ਲੋਕ ਮੌਤ ਤੋਂ ਡਰਦੇ ਆ, ਮੈਨੂੰ ਤਾਂ ਚਾਅ ਚੜ੍ਹਿਆ ਪਿਆ। ਅਤੇ ਮਰਨ ਜੇ ਸੱਚੀ ਗੱਲ ਹੈ, ਉੱਥੇ ਮੌਤ ਦੇ ਅਰਥ ਇਹੋ ਹੀ ਨੇ ਕਿ ਕੋਈ ਬੰਦਾ ਆਪਣੇ ਜੀਵਨ ਨੂੰ ਖਤਮ ਕਰ ਲਵੇ ਅਤੇ ਮਰਨ ਤੋਂ ਬਾਅਦ ਹੀ ਆਨੰਦ ਪ੍ਰਾਪਤ ਹੋਣਾ ਹੈ। ਫਿਰ ਤਾਂ ਇਹਦਾ ਮਤਲਬ ਬਾਣੀ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਸੰਸਾਰ 'ਤੇ ਜਿਉਣ ਦਾ ਹੱਕ ਹੀ ਕੋਈ ਨਹੀਂ ਹੈ। ਪਰ ਉੱਥੇ ਗੱਲ ਐਸ ਮੌਤ ਦੀ ਨਹੀਂ ਹੋ ਰਹੀ ਜਿਸ ਮੌਤ ਦੇ ਸੰਬੰਧ 'ਚ ਆਪਾਂ ਅੱਜ ਜੁੜ ਕੇ ਬੈਠੇ। ਉੱਥੇ ਗੱਲ ਹੋ ਰਹੀ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ। ਜਗਤ ਕਿਹੜੀ ਮੌਤ ਤੋਂ ਡਰਦਾ ਭਲਾ? ਜਗਤ ਦਾ ਬਹੁਤ ਵੱਡਾ ਹਿੱਸਾ ਬੁਰਾਈ ਵੱਲੋਂ ਨਹੀਂ ਮਰਨਾ ਚਾਹੁੰਦਾ, ਬੁਰਿਆਂ ਕੰਮਾਂ ਵੱਲੋਂ ਮਰਨਾ ਨਹੀਂ ਚਾਹੁੰਦਾ। ਕਿ ਅੱਜ ਬੰਦਾ ਜਿਉਂਦਾ ਜੀ ਲਾਲਚ ਵੱਲੋਂ ਮਰਨਾ ਚਾਹੁੰਦਾ? ਕੋਈ ਜਿਉਂਦੇ ਜੀ ਬੰਦਾ ਅੱਜ ਵਿਸ਼ੇ ਵਕਾਰਾਂ ਵੱਲੋਂ ਮਰਨਾ ਚਾਹੁੰਦਾ? ਕਿ ਜਿਉਂਦਾ ਜੀ ਬੰਦਾ ਹੰਕਾਰ ਵੱਲੋਂ ਮਰਨਾ ਚਾਹੁੰਦਾ? ਦੁਨੀਆ ਦੇ ਲੋਕ ਇਸ ਮੌਤ ਤੋਂ ਡਰ ਰਹੇ ਨੇ, ਪਰ ਭਗਤ ਕਬੀਰ ਜੀ ਕਹਿੰਦੇ ਮੈਨੂੰ ਚਾਅ ਚੜ੍ਹਿਆ ਪਿਆ, ਮੈਨੂੰ ਖੁਸ਼ੀ ਆ ਕਿ ਮੈਂ ਲਾਲਚ ਵੱਲੋਂ ਮਰ ਰਿਹਾ, ਮੈਂ ਹੰਕਾਰ ਵੱਲੋਂ ਮਰ ਰਿਹਾ, ਮੈਂ ਮੋਹ ਵੱਲੋਂ ਮਰ ਰਿਹਾ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ, ਸਾਰੇ ਬੋਲੋ ਮੇਰੇ ਮਨ ਆਨੰਦ। ਕਹਿੰਦੇ ਮੇਰੇ ਮਨ 'ਚ ਤੇ ਆਨੰਦ ਚੜ੍ਹਿਆ ਪਿਆ, ਚਾਅ ਚੜ੍ਹਿਆ ਪਿਆ। ਹੁਣ ਬਾਣੀ ਵਿੱਚ ਸਾਰੇ ਜਿਹੜੇ ਮਰਨ ਵਾਲੇ ਸ਼ਬਦ ਆਏ ਉਹਨਾਂ ਦਾ ਅਰਥ ਇਹ ਨਹੀਂ ਹੈਗਾ ਕਿ ਇਹਨਾਂ ਦਾ ਮਰਨ ਦਾ ਅਰਥ ਇਹੋ ਹੀ ਹੈ ਵੀ ਜਦੋਂ ਸਾਨੂੰ ਕੋਈ ਅਸੀਂ ਚੜ੍ਹਾਈ ਕਰ ਜਾਈਏ ਅਤੇ ਸਾਨੂੰ ਕੋਈ ਲੱਕੜਾਂ ਉੱਤੇ ਰੱਖ ਕੇ ਅੱਗ ਲਾ ਦੇਵੇ, ਇਹਦਾ ਅਰਥ ਵੀ ਅਸੀਂ ਮਰ ਗਏ। ਨਹੀਂ ਨਹੀਂ, ਬਾਣੀ 'ਚ 3 ਪ੍ਰਕਾਰ ਦੀ ਮੌਤ ਦਾ ਜ਼ਿਕਰ ਹੈ। ਇੱਕ ਮੌਤ ਜਿਸ ਸੰਬੰਧ ਵਿੱਚ ਆਪਾਂ ਬੈਠੇ ਹਾਂ, ਇਹ ਸਾਰਿਆਂ 'ਤੇ ਆਉਣੀ ਹੈ। ਇਹ ਭਾਵੇਂ ਕੋਈ ਧਰਮੀ ਹੈ ਅਤੇ ਭਾਵੇਂ ਕੋਈ ਅਧਰਮੀ ਹੈ, ਭਾਵੇਂ ਕੋਈ ਗੁਰਦੁਆਰੇ ਜਾਂਦਾ ਹੈ ਅਤੇ ਭਾਵੇਂ ਕੋਈ ਗੁਰਦੁਆਰੇ ਨਹੀਂ ਜਾਂਦਾ, ਭਾਵੇਂ ਕੋਈ ਮੰਦਰ ਮਸਜਿਦ ਚਰਚ ਜਾਂਦਾ ਹੈ ਅਤੇ ਕੋਈ ਨਹੀਂ ਜਾਂਦਾ। ਯਾਨੀ ਕਿ ਜੇ ਕੋਈ ਚੰਗੇ ਕੰਮ ਕਰਦਾ ਉਹਦੀ ਵੀ ਮ੍ਰਿਤੂ ਹੋਣੀ ਹੈ, ਜਿਹੜਾ ਕੋਈ ਨਹੀਂ ਚੰਗੇ ਕੰਮ ਕਰਦਾ ਉਹਦੀ ਵੀ ਮ੍ਰਿਤੂ ਹੋਣੀ ਹੈ। ਦੂਜੀ ਮੌਤ ਹੈ ਜਦੋਂ ਬੰਦਾ ਸ਼ਬਦ ਨਾਲ ਜੁੜ ਕੇ ਬੁਰਿਆਂ ਕੰਮਾਂ ਵੱਲੋਂ ਮਰ ਜਾਂਦਾ ਹੈ ਅਤੇ ਚੰਗਿਆਈ ਵਾਲੇ ਬੰਨੇ ਉਹਦਾ ਜਨਮ ਹੁੰਦਾ ਹੈ। ਇਹ ਮੌਤ ਬਾਣੀ 'ਚ ਪ੍ਰਵਾਨ ਹੈ। ਇਸ ਮੌਤ ਨੂੰ ਆਖਿਆ ਮੇਰੇ ਮਨ ਆਨੰਦ ਵਾ।
ਅੱਛਾ, ਦੂਜੀ ਇੱਕ ਹੋਰ ਮੌਤ ਹੈ, ਉਹ ਕਿਹੜੀ ਹੈ? ਬੰਦਾ ਚੰਗਿਆਈ ਵੱਲੋਂ ਮਰ ਜਾਂਦਾ ਤੇ ਬੁਰਾਈ ਵਾਲੇ ਬੰਨੇ ਜਨਮ ਲੈਂਦਾ। ਇਹ ਮੌਤ ਖਤਰਨਾਕ ਹੈ। ਇਸ ਮੌਤ ਨੂੰ ਇੰਝ ਵੀ ਆਖਿਆ ਕਿ ਬੰਦਿਆ ਤੂੰ ਭਾਵੇਂ 100 ਸਾਲ ਜ਼ਿੰਦਗੀ ਜਿਉ ਲਾ, ਜਦੋਂ ਤੂੰ ਮਾਰੀ ਅੰਦਰੋਂ ਗਿਆ, ਤੇਰੀ ਅੰਦਰੋਂ ਜ਼ਮੀਰ ਹੀ ਮਰ ਗਈ, ਤੇਰੇ ਸਰੀਰ ਦੇ ਜਿਉਣ ਦਾ ਕੀ ਅਰਥ ਰਹਿ ਗਿਆ ਭਾਈ? ਜਦੋਂ ਤੂੰ ਅੰਦਰੋਂ ਹੀ ਮਰ ਗਿਆ, ਜਦੋਂ ਤੂੰ ਬੁਰਿਆਂ ਕੰਮਾਂ 'ਚ ਪੈ ਕੇ ਅੰਦਰੋਂ ਹੀ ਮਰ ਗਿਆ, ਤੇਰੇ ਇਸ ਜਿਉਣ ਦਾ ਕੀ ਅਰਥ ਰਹਿ ਗਿਆ? ਹੁਣ ਪਾਤਸ਼ਾਹ ਜੀ ਇੱਥੇ ਬੜਾ ਪਿਆਰ ਤਾਂ ਆਖਿਆ ਸੀ ਨਾ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਉਂਦਾ ਉਹ ਹੈ ਜਿਹਦੇ ਮਨ ਵਿੱਚ ਉਹ ਸੱਚ ਵਸਦਾ ਹੈ। ਨਾਨਕ ਅਵਰ ਨਾ ਜੀਵੈ ਕੋਈ। ਹੇ ਨਾਨਕ ਆਖ, ਹੋਰ ਥੋੜ੍ਹਾ ਲੁਕਾਈ ਜਿਉ ਰਹੀ ਹੈ, ਹੋਰ ਲੁਕਾਈ ਤਾਂ ਮਰੀ ਪਈ ਹੈ। ਜਿਉਂਦਾ ਉਹ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਹਾਂ, ਇਸ ਮੌਤ ਤੋਂ ਆਪਾਂ ਥੋੜ੍ਹੇ ਸਮੇਂ ਲਈ ਬਚ ਸਕਦੇ ਹਾਂ। ਕੋਈ ਖਾਣ ਪੀਣ 'ਚ ਪਰਹੇਜ਼ ਕਰ ਲੈ ਬੰਦਾ, ਕੋਈ ਦਵਾਈ ਬੂਟੀ ਵਧੀਆ ਲੈ ਲੈ, ਕੋਈ ਚੰਗੇ ਡਾਕਟਰ ਦੀ ਸਲਾਹ ਲੈ ਲੈ, ਬੰਦਾ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖ ਲਵੇ, ਬੰਦਾ ਲੜਦਾ ਹੀ ਹੈ। ਜਦੋਂ ਤੱਕ ਆਪਾਂ ਸਾਡੀ ਜਾਨ ਹੁੰਦੀ ਹੈ ਸਰੀਰ ਦੇ ਵਿੱਚ, ਆਪਾਂ ਚਾਹੁੰਦੇ ਹਾਂ ਵੀ 4 ਸਾਲ ਹੋਰ ਬਤੀਤ ਕਰ ਲਈਏ। ਕੋਈ ਵੀ ਇਨਸਾਨ ਦੁਨੀਆ ਤੋਂ ਜਾਣਾ ਨਹੀਂ ਚਾਹੁੰਦਾ। ਪਰ ਪਾਤਸ਼ਾਹ ਜਿਸ ਮੌਤ ਦਾ ਜ਼ਿਕਰ ਕਰਦੇ ਨੇ, ਜੇ ਅਸੀਂ ਉਸ ਮੌਤ ਤੋਂ ਆਪਣੇ ਆਪ ਨੂੰ ਬਚਾ ਲਈਏ, ਉਹ ਮੌਤ ਹੈ ਕਿ ਮੈਂ ਬੁਰਾਈ ਵਾਲੇ ਬੰਨਿਓਂ ਆਪਣੇ ਆਪ ਨੂੰ ਬਚਾ ਕੇ ਚੰਗਿਆਈ ਵਾਲੇ ਬੰਨੇ ਮੇਰਾ ਜਨਮ ਹੋ ਜਾਏ, ਤਾਂ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਸਕਦਾ ਹੈ। ਜਾਣਾ ਸਾਰਿਆਂ ਨੇ ਆ, ਪਰ ਸਰੀਰ ਦੁਆਰਾ ਕੀਤੇ ਹੋਏ ਕੰਮ ਮਨੁੱਖ ਨੂੰ ਸਦਾ ਜਿਉਂਦੇ ਰੱਖਦੇ ਨੇ। ਅੱਛਾ, ਇੱਕ ਚੀਜ਼ ਹੋਰ ਨੋਟ ਕਰਿਓ, ਕਈ ਵਾਰੀ ਇਨਸਾਨ ਨੂੰ ਲੱਗਦਾ ਹੈ ਕਿ ਇਨਸਾਨ ਦੀ ਜੜ ਉਹਦੀ ਔਲਾਦ ਕਰਕੇ ਹੈ, ਪਰ ਨਹੀਂ। ਇਤਿਹਾਸ ਵਿੱਚ ਗਵਾਹੀ ਮਿਲਦੀ ਹੈ, ਬਹੁਤ ਐਸੇ ਇਨਸਾਨ ਨੇ, ਬੜੀਆਂ ਬੀਬੀਆਂ ਦਾ ਜ਼ਿਕਰ ਵੀ ਆਉਂਦਾ ਹੈ, ਬੜਿਆਂ ਪਿਆਰੇ ਸਿੱਖਾਂ ਦਾ ਜੀਵਨ ਵੀ ਆਉਂਦਾ ਹੈ, ਜਿਨ੍ਹਾਂ ਦੇ ਘਰ ਔਲਾਦ ਨਹੀਂ ਸੀ। ਹੁਣ ਬੇਬੇ ਨਾਨਕੀ ਦੇ ਘਰ ਨਾ ਧੀ ਹੈ ਨਾ ਪੁੱਤ ਹੈ, ਪਰ ਬੇਬੇ ਨਾਨਕੀ ਦਾ ਅੱਜ ਵੀ ਨਾਮ ਹੈ। ਭਾਈ ਸ਼ੁਬੇਗ ਸਿੰਘ ਦਾ ਇੱਕ ਸਾਹਿਬਜ਼ਾਦਾ ਹੈ ਸ਼ਾਹਬਾਜ਼ ਸਿੰਘ, ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀ 'ਤੇ ਚਾੜਿਆ ਗਿਆ, ਪਰ ਅੱਜ ਵੀ ਉਹਨਾਂ ਦਾ ਨਾਮ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਸਾਡੇ ਤੋਂ ਕੁਰਬਾਨ ਕਰ ਦਿੱਤੇ, ਇੱਕ ਵੀ ਨਹੀਂ ਰੱਖਿਆ। ਪਰ ਕੋਈ ਕਹਿ ਸਕਦਾ ਕਿ ਗੁਰੂ ਪਾਤਸ਼ਾਹ ਦਾ ਦੁਨੀਆ 'ਤੇ ਆਮ ਕਹਿੰਦੇ ਤੇਰੀ ਜੜ ਔਲਾਦ ਨਾਲ ਰਹਿਣੀ ਹੈ। ਨਹੀਂ, ਜੜ ਰਹਿਣੀ ਹੈ ਬੰਦੇ ਦੇ ਆਪਣੇ ਕੰਮਾਂ ਨਾਲ। ਮੋਇਆਂ ਗੰਢ ਨੇਕੀ ਸੱਤ ਹੋਏ। ਮਰਨ ਤੋਂ ਬਾਅਦ ਬੰਦੇ ਦੀ ਗੰਢ ਪੈਂਦੀ ਹੈ ਜੇ ਉਹਦੇ ਆਪਣੇ ਪੱਲੇ ਕਿਰਦਾਰ ਹੈਗਾ, ਤੇ ਜੇ ਉਹਦੇ ਆਪਣੇ ਪੱਲੇ ਕਿਰਦਾਰ ਨਹੀਂ ਤੇ ਇੱਥੇ ਸੰਸਾਰ 'ਤੇ ਆਪਾਂ 2-2 3-3 ਪੁੱਤਰਾਂ ਦੇ ਬਾਪ ਵੀ ਵੇਖਦੇ ਹਾਂ। ਜਿੱਦਣ ਉਹ ਚੜ੍ਹਾਈ ਕਰਦੇ ਉਦਣ ਹੀ ਚੜ੍ਹਾਈ ਕਰ ਜਾਂਦੇ ਆ, ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੈ। ਸਮਾਜ ਵਿੱਚ ਆਪਾਂ ਸਭ ਤੋਂ ਵੱਡੀ ਗੱਲ ਇਹ ਵੇਖਣੀ ਹੈ ਵੀ ਮਨੁੱਖ ਜਿਉਂਦਾ ਕਿੱਦਾਂ ਹੈ। ਜਿਉਂਦਾ ਉਹ ਆਪਣੇ ਚੰਗੇ ਕੰਮਾਂ ਕਰਕੇ, ਜਿਹੜੀ ਸੰਸਾਰ ਨਾਲ ਜੜ ਮੋਇਆਂ ਗੰਢ ਨੇਕੀ ਸੱਚ ਹੋਏ। ਮਰਨ ਤੋਂ ਬਾਅਦ ਬੰਦੇ ਦੀ ਸੰਸਾਰ ਨਾਲ ਗੰਢ ਪੈਂਦੀ ਜੇ ਉਹਦੇ ਆਪਣੇ ਪੱਲੇ ਨੇਕੀ ਹੈ, ਆਪਣੇ ਪੱਲੇ ਕਿਰਦਾਰ ਹੈ ਅਤੇ ਕਰੈਕਟਰ ਹੈ। ਜੇ ਉਹ ਚੰਗੇ ਕੰਮ ਕਰਦਾ ਹੈ ਉਹਨੂੰ ਲੋਕ ਯਾਦ ਕਰਦੇ ਨੇ। ਜੇ ਉਹਦੇ ਆਪਣੇ ਪੱਲੇ ਕਰੈਕਟਰ ਕਿਰਦਾਰ ਨਹੀਂ ਤਾਂ ਕੌਣ ਪੁੱਛਦਾ? ਇੱਥੇ ਤਾਂ 2-2 3-3 ਬੱਚਿਆਂ ਦੇ ਮਾਂ-ਬਾਪ ਵੀ ਰੁਲਦੇ ਫਿਰਦੇ ਨੇ, ਬਿਰਧ ਆਸ਼ਰਮ ਧੱਕੇ ਖਾਂਦੇ ਫਿਰਦੇ, ਪੁੱਛਦਾ ਕੋਈ ਨਹੀਂ। ਰੋਟੀ ਨਹੀਂ ਪੁੱਛ ਰਿਹਾ ਉਹਨਾਂ ਨੂੰ ਕੋਈ ਘਰਾਂ 'ਚ। ਕਦੀ ਬਿਰਧ ਆਸ਼ਰਮਾਂ ਜਾ ਕੇ ਚੱਕਰ ਲਾ ਕੇ ਵੇਖੋ। ਇੱਕ ਬੰਨੇ ਸਾਡਾ ਸਮਾਜ ਔਲਾਦ ਨੂੰ ਤੜਫਦਾ ਹੈ। ਮਾਫ਼ ਕਰਨਾ, ਮੈਂ ਪਹਿਲਾਂ ਬੇਨਤੀ ਕਰਾਂ, ਘਰ ਵਿੱਚ ਨੂੰਹ ਦੇ ਔਲਾਦ ਨਾ ਹੋਵੇ ਤੇ ਸੱਸਾਂ ਤਾਨੇ ਮਿਹਣੇ ਮਾਰਦੀਆਂ ਨੇ, ਪਰ ਸਮਾਜ ਭਰਿਆ ਪਿਆ ਹੈ ਜਿੱਥੇ ਬਜ਼ੁਰਗਾਂ ਨੂੰ ਕੋਈ ਪੁੱਛਣ ਨੂੰ ਤਿਆਰ ਨਹੀਂ। ਘਰ 'ਚ ਰਹਿਣ ਸਹਿਣ ਦਾ ਤਰੀਕਾ ਇੱਕ ਨਹੀਂ ਹੈਗਾ। ਸਾਨੂੰ ਲੱਗਦਾ ਵੀ ਸ਼ਾਇਦ ਸੁੱਖ ਔਲਾਦ ਕਰਕੇ ਹੋਣਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਸੁੱਖ ਤੇਰੇ ਆਪਣੇ ਕੰਮਾਂ 'ਚੋਂ ਨਿਕਲਣਾ। ਜਿਨ੍ਹਾਂ ਨੇ ਰਿਸਪੈਕਟ ਕਰਨੀ ਉਹਨਾਂ ਭਤੀਜੇ ਭਤੀਜਿਆਂ ਨੇ ਵੀ ਕਰ ਲੈਣੀ ਹੈ, ਜਿਨ੍ਹਾਂ ਰਿਸਪੈਕਟ ਨਹੀਂ ਕਰਨੀ ਉਹਨਾਂ ਨੇ ਪੁੱਤਰਾਂ ਨੇ ਵੀ ਆਪਣੇ ਮਾਂ-ਬਾਪ ਨੂੰ ਨਹੀਂ ਪੁੱਛਣਾ। ਕਈਆਂ ਘਰਾਂ 'ਚ ਆਪਾਂ ਵੇਖਦੇ ਜਿੱਥੇ ਭਤੀਜੇ ਚਾਚੇ ਤਾਂ ਭੈ ਖਾਂਦੇ ਆ, ਤਾਏ ਦਾ ਭੈ ਖਾਂਦੇ ਆ, ਪਰ ਕਈ ਘਰ ਐਸੇ ਵੇਖਦੇ ਹੋਗੇ ਜਿੱਥੇ ਪਿਓ ਦੀ ਵੀ ਪਰਵਾਹ ਨਹੀਂ ਕੋਈ ਕਰਦਾ, ਮਾਂ ਦੀ ਪਰਵਾਹ ਕੋਈ ਨਹੀਂ ਕਰਦਾ, ਤਾਈ ਚਾਚੀ ਦੀ ਰਿਸਪੈਕਟ ਹੈਗੀ ਹੈ। ਹਰ ਘਰ ਦੀ ਐਗਜ਼ੈਂਪਲ ਆਪਣੇ ਘਰ ਦੂਜੇ ਦੇ ਘਰ ਨਾਲ ਅਸੀਂ ਜੋੜ ਕੇ ਨਹੀਂ ਵੇਖ ਸਕਦੇ। ਸਮਾਜ 'ਚ ਨਾ ਚੰਗਿਆਈ ਮਰਦੀ ਹੈ ਨਾ ਬੁਰਾਈ ਮਰਦੀ ਹੈ। ਸਮਾਜ ਵਿੱਚ ਚੰਗੇ ਲੋਕ ਵੀ ਹੈਗੇ ਆ ਅਤੇ ਬੁਰੇ ਲੋਕ ਵੀ ਹੈਗੇ ਆ। ਜਿਹੜੇ ਚੰਗੇ ਨੇ ਉਹ ਵੀ ਸਿਖਰ ਦੇ ਚੰਗੇ ਨੇ, ਕਿਉਂਕਿ ਮਨ ਹੈ ਨਾ, ਇਹ ਮਨ ਜਦੋਂ ਜਿਸ ਬੰਨੇ ਤੁਰਦਾ ਫਿਰ ਐਂਡ ਕਰਕੇ ਅੜਦਾ। ਜਿਹੜੇ ਤੁਸੀਂ ਨਸ਼ੇੜੀ ਨਸ਼ੇ ਕਰਦੇ ਆ ਉਹ ਫਿਰ ਸਿਖਰ ਦਾ ਨਸ਼ਾ ਕਰਕੇ ਵਾਪਸ ਮੁੜਦੇ ਆ, ਅਤੇ ਜਿਹੜੇ ਬੰਦੇ ਚੰਗਿਆਈ ਵਾਲੇ ਬੰਨੇ ਤੁਰਦੇ ਆ ਨਾ ਉਹ ਵੀ ਫਿਰ ਸਿਖਰ ਦਾ ਚੰਗਾ ਕੰਮ ਕਰਕੇ ਵੇਖਦੇ ਆ। ਇਹ ਤਾਂ ਜਿੱਧਰ ਨੂੰ ਤੀਰ ਛੁੱਟ ਗਿਆ ਉੱਧਰ ਹੀ ਜਾਣਾ ਹੈ। ਜਿਹੜਾ ਤੁਹਾਨੂੰ ਇਸ਼ਕ ਹੋ ਗਿਆ ਫਿਰ ਉੱਧਰ ਹੀ ਜਾਏਗਾ। ਜੇ ਤਾਂ ਇਸ਼ਕ ਹੋ ਗਿਆ ਚੰਗੇ ਕੰਮ ਦਾ, ਫਿਰ ਬੰਦਾ ਪਰਵਾਹ ਨਹੀਂ ਕਰਦਾ ਵੀ ਘਰ ਕੋਈ ਚੀਜ਼ ਲੈ ਕੇ ਜਾਣੀ ਕਿ ਨਹੀਂ ਲੈ ਕੇ ਜਾਣੀ। ਫਿਰ ਉਹ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ, ਸਮਾਜ ਦੇ ਵਿੱਚ ਚੰਗੇ ਕੰਮ ਕਰਦਾ ਹੈ। ਸਮਾਜ ਵਿੱਚ ਚੰਗੇ ਕੰਮ ਕਰਨ ਦੀ ਜਿਉਂਦੇ ਰਹਿਣਾ ਅਸੀਂ ਚੰਗੇ ਕੰਮਾਂ ਨਾਲ।
ਜੇ ਸਾਡੇ ਪੱਲੇ ਕੁਝ ਹੋਏਗਾ, ਸਾਡੇ ਪੱਲੇ ਕਰੈਕਟਰ ਹੋਏਗਾ, ਕਰਦਾਰ ਹੋਏਗਾ, ਇਹ ਸਾਨੂੰ ਬਾਣੀ ਸਿਖਾਉਂਦੀ ਹੈ। ਤੋ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਜਿਸ ਮਰਨ ਤੋਂ ਜਗਤ ਡਰਦਾ, ਮੇਰੇ ਮਨ ਆਨੰਦ, ਕਿਉਂਕਿ ਮਰਨੇ ਹੀ ਤੇ ਪਾਈ ਹੈ। ਜਦੋਂ ਤੱਕ ਬੰਦਾ ਇਹਨਾਂ ਪੰਜਾਂ ਵੱਲੋਂ ਆਪਣੇ ਆਪ ਨੂੰ ਮਾਰਦਾ ਨਹੀਂ, ਉਦੋਂ ਤੱਕ ਇਹਨੂੰ ਆਨੰਦ ਪ੍ਰਾਪਤ ਨਹੀਂ ਹੋਣਾ। ਇਹਦਾ ਮਤਲਬ ਆਨੰਦ ਹੈਗਾ ਬੰਦਿਆ ਤੇਰੇ ਜੀਵਨ 'ਚ, ਤੈਨੂੰ ਇਹ ਪੰਜ ਆਨੰਦ ਨਹੀਂ ਲੈਣ ਦਿੰਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਤੇਰੇ ਅੰਦਰ ਦਾ ਆਨੰਦ ਖਾ ਲਿਆ। ਚੋਰ ਆ ਨਾ ਇਹ, ਚੋਰ ਤੇ ਇੱਕ ਕਿਸੇ ਘਰ ਆਇਆ ਹੋਵੇ ਤਾਂ ਤਬਾਹੀ ਮਚਾ ਦਿੰਦਾ। ਇੱਥੇ ਤੇ ਪੰਜ ਚੋਰ ਨੇ, ਤੇ ਸੋਚੋ ਤੁਹਾਡੇ ਘਰ ਆਨੰਦ ਰਹਿਣ ਕਿੱਦਾਂ ਦੇਣਗੇ। ਏਕ ਗ੍ਰਹਿ 10 ਦੁਆਰ ਹੈ ਜਾ ਕੇ, ਐਨਸ ਤਸਕਰ ਪੰਚ ਚੋਰ ਲਗਈਆ, ਇਹ ਤੇ ਧਰਮ ਅਰਥ ਸਭ ਹਿਰਲੇ ਜਾਵੇਂ, ਮਨਮੁਖ ਅੰਧਲੇ ਖਬਰ ਨਾ ਪਈਆ। ਉਹ ਮਨਮੁਖ ਅੰਨਿਆ, ਤੇਰੇ ਅੰਦਰ ਪੰਜ ਚੋਰ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੈਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ, ਇਹ ਕੀ ਲੁੱਟਦੇ ਆ? ਅੰਮ੍ਰਿਤ ਲੁੱਟੇ। ਬੰਦੇ ਦੇ ਅੰਦਰੋਂ ਅੰਮ੍ਰਿਤ ਚੰਗੀ ਵਿਚਾਰ ਤੇ ਲੋਟੀ ਲਈ, ਅੰਮ੍ਰਿਤ ਲੁੱਟੇ, ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਬੰਦੇ ਦੇ ਅੰਦਰੋਂ ਇਹਨਾਂ ਨੇ ਚੰਗੇ ਗੁਣ ਚੋਰੀ ਕਰ ਲੈ, ਇਹਨਾਂ ਪੰਜਾਂ ਨੇ। ਹੁਣ ਇਹਨਾਂ ਪੰਜਾਂ ਵੱਲੋਂ ਤੂੰ ਮਰਨਾ ਨਹੀਂ ਚਾਹੁੰਦਾ, ਆਨੰਦ ਤੈਨੂੰ ਪ੍ਰਾਪਤ ਹੁੰਦਾ ਕੋਈ ਨਹੀਂ। ਅੱਜ ਆਨੰਦ ਗਵਾਚ ਗਿਆ ਬੰਦੇ ਦੇ ਜੀਵਨ 'ਚੋਂ। ਕਹਿ ਦਿੰਦੇ ਅਸੀਂ ਬੜੀ ਚੜ੍ਹਦੀ ਕਲਾ, ਕਿਸੇ ਨੂੰ ਮਿਲਦੇ ਹਾਂ ਕਹਿ ਦਿੰਦੇ ਅਸੀਂ, ਉਹ ਜ਼ੁਬਾਨੀ ਕਲਾਮੀ। ਪਰ ਅਸਲੀ ਆਨੰਦ ਕਦੋਂ? ਆਪਾਂ ਵੇਖੋ ਸਮਾਪਤੀ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਪੌੜੀਆਂ ਦਾ ਪਾਠ ਕਰਾਂਗੇ। ਆਨੰਦ ਭਇਆ ਮੇਰੀ, ਸਾਰੇ ਬੋਲੋ ਜੀ, ਆਨੰਦ ਭਇਆ ਮੇਰੀ ਮਾਏ। ਕਦੋਂ ਭਲਾ? ਸਤਿਗੁਰੂ ਮੈਂ, ਜਦੋਂ ਸਤਿਗੁਰੂ ਪਾਇਆ ਫੇਰ ਆਨੰਦ ਆਉਣਾ ਹੈ। ਤੇ ਸਤਿਗੁਰ ਕਿਹਨੇ ਪਾਉਣਾ? ਸਤਿਗੁਰ ਪਾਉਣਾ ਸਾਡੇ ਮਨ ਨੇ। ਜਦੋਂ ਮਨ ਨੇ ਸਤਿਗੁਰ ਨੂੰ ਗ੍ਰਹਿਣ ਕਰ ਲਿਆ, ਉਦੋਂ ਜੀਵਨ 'ਚ ਆਨੰਦ ਆਏਗਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਜਦੋਂ ਆਨੰਦ ਜੀਵਨ 'ਚ ਆਏਗਾ, ਆਨੰਦ ਉਦੋਂ ਆਉਣਾ ਜਦੋਂ ਸਤਿਗੁਰ ਪਾਇਆ। ਸਤਿਗੁਰ ਪਾਉਣਾ ਸਾਡੇ ਮਨ ਨੇ, ਤੇ ਮਨ ਬੁਰਿਆਂ ਕੰਮਾਂ ਵੱਲੋਂ ਮਰੇਗਾ ਤੇ ਸਤਿਗੁਰ ਦਾ ਆਨੰਦ ਪ੍ਰਾਪਤ ਹੋਏਗਾ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ। ਮਰਨ ਨਾਲ ਹੀ ਉਹ ਆਨੰਦ ਪ੍ਰਾਪਤ ਹੋਣਾ ਹੈ, ਪੂਰਨ ਪਰਮਾਨੰਦ। ਪੂਰਨ ਪਰਮਾਨੰਦ ਉਹ ਉਦੋਂ ਪ੍ਰਾਪਤ ਹੋਣਾ ਹੈ ਜਦੋਂ ਬੰਦਾ ਬੁਰਿਆਂ ਕੰਮਾਂ ਵੱਲੋਂ ਆਪਣੇ ਆਪ ਨੂੰ ਮਾਰੇਗਾ। ਅੱਛਾ, ਬੁਰਾਈ ਵੱਲੋਂ ਮਰ ਜਾਏ ਨਾ, ਵੇਖੋ ਸਾਡੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੋ, ਜਿਹੜੇ ਤੁਹਾਡੇ 'ਚੋਂ ਬਾਣੀ ਪੜ੍ਹਨ ਵਾਲੇ ਨੇ। ਪੰਜਾਂ ਵਕਾਰਾਂ ਦਾ ਜ਼ਿਕਰ ਬਹੁਤ ਵਾਰ ਸਤਿਗੁਰ ਨੇ ਬਾਣੀ 'ਚ ਕੀਤਾ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਾਰੀ ਦੌੜ, ਸਾਰੀ ਖੇਡ ਇਹਨਾਂ ਪੰਜਾਂ ਨੂੰ ਕੰਟਰੋਲ ਕਰਨ 'ਤੇ ਹੈ। ਤੂੰ ਨਾਮ ਜਪਦਾ ਹੈ, ਤੂੰ ਗੁਰਦੁਆਰੇ ਆਉਣਾ ਹੈ, ਤੂੰ ਬਾਣੀ ਪੜ੍ਹਦਾ ਹੈ, ਤੂੰ ਪਾਠ ਕਰਦਾ ਹੈ, ਤੂੰ ਕਿੰਨੇ ਵਜੇ ਉੱਠਦਾ ਹੈ। ਅੱਜ ਸਾਡਾ ਜ਼ੋਰ ਨਾ, ਤੂੰ ਪਾਠ ਕਿੰਨਾ ਕਰਦਾ ਹੈ, ਤੂੰ ਗੁਰਦੁਆਰੇ ਕਿੰਨਾ ਆਉਣਾ ਹੈ, ਤੂੰ ਕਿੰਨੇ ਵਜੇ ਉੱਠਦਾ ਹੈ, ਤੂੰ ਕਿੰਨੇ ਵਜੇ ਸੌਣਾ ਹੈ। ਇਹ ਸਾਰੀਆਂ ਗੱਲਾਂ ਠੀਕ ਨੇ। ਕਦੀ ਕਿਸੇ ਨੇ ਆਪਣੇ ਬੱਚੇ ਨੂੰ ਇਹ ਕਿਹਾ, ਪੁੱਤ ਮੈਂ ਤੇਰੇ ਜੀਵਨ 'ਚੋਂ ਇਮਾਨਦਾਰੀ ਵੇਖਣਾ ਚਾਹੁੰਦਾ, ਮੈਂ ਤੇਰੇ ਜੀਵਨ 'ਚੋਂ ਕੀ ਵੇਖਣਾ ਚਾਹੁੰਦਾ? ਬੋਲੋ ਸਾਰੇ ਜੀ, ਇਮਾਨਦਾਰੀ। ਉਹ ਚੀਜ਼ ਘਰ ਲੈ ਕੇ ਨਹੀਂ ਜਿੱਤ ਤੇਰਾ ਹੱਕ ਨਹੀਂ ਬਣਦਾ। ਸਿਰਜ ਕੇ ਵੇਖੋ ਇਹ ਕਿਰਦਾਰ, ਵਿੱਚੇ ਬਾਣੀ ਆ ਜਾਣੀ, ਵਿੱਚੇ ਪਾਠ ਆ ਜਾਣਾ, ਸਭ ਕੁਝ ਆ ਜਾਣਾ। ਤੇ ਬਾਬਾ ਨਾਨਕ ਫਿਰ ਆਪ ਕਹੇਗਾ, ਮੈਂ ਐਸਾ ਇਨਸਾਨ ਬਣਾਉਣਾ ਚਾਹੁੰਦਾ ਸੀ। ਅੱਜ ਠੱਗੀਆਂ, ਬੇਈਮਾਨੀਆਂ, ਲੁੱਟ ਕਸੁੱਟ, ਮਾਫ਼ ਕਰਨਾ, ਅੱਜ ਤਾਂ ਬਹੁਤੀ ਵਾਰੀ ਧਰਮ ਦੀ ਆੜ ਹੀ ਤਾਂ ਲਈ ਜਾਂਦੀ ਹੈ ਕਿ ਲੋਕਾਂ ਦਾ ਮੇਰੀ ਠੱਗੀ ਵੱਲ ਧਿਆਨ ਨਾ ਜਾਵੇ। ਲੋਕ ਮੈਨੂੰ ਕਹਿ ਨਾ ਦੇਣ ਕਿ ਇਹ ਠੱਗ ਹੈ। ਸਿੱਧੇ ਠੱਗ ਨੂੰ ਠੱਗ ਪਛਾਣਨਾ ਔਖਾ ਹੁੰਦਾ ਹੈ, ਪਰ ਜੇ ਠੱਗ ਧਰਮ ਦੀ ਵਰਦੀ ਪਾ ਲੈ ਫਿਰ ਤੇ ਕਿਆ ਬਾਤ ਹੈ ਜੀ। ਫਿਰ ਤੇ ਸੱਜਣ ਸ਼ਬਦ ਵਰ ਸੱਜਣ ਨਾਲ ਠੱਗ ਕਹਿੰਦੇ ਆਪਾਂ। ਇੱਕ ਸਿੱਧਾ ਠੱਗ ਹੁੰਦਾ ਹੈ, ਉਹਦੇ 'ਤੇ ਲੋਕ ਸ਼ੱਕ ਕਰਦੇ ਆ, ਪਰ ਜੇ ਵਰਦੀ ਧਰਮ ਦੀ ਪਾ ਲਵੇ ਫਿਰ ਉਹ ਠੱਗ ਨੂੰ ਲੋਕ ਪੂਜਦੇ ਆ ਸਮਾਜ ਦੇ ਵਿੱਚ। ਸਾਡੀ ਐਜੂਕੇਸ਼ਨ ਇੱਥੇ ਖਲੋ ਗਈ ਹੈ, ਸਾਡੀ ਪੜ੍ਹਾਈ ਇੱਥੇ ਖਲੋ ਗਈ ਹੈ। ਨਫ਼ਰਤ, ਈਰਖਾ, ਸਾੜਾ, ਮਾਰ ਕੁੱਟ, ਵੜ ਦਿਓ ਇਹਨੂੰ, ਇਹਦਾ ਗਲਾ ਵੜ ਦਿਓ। ਇਹ ਨਹੀਂ ਵੇਖਿਆ ਜਾਣਾ ਤੂੰ ਪਾਠ ਕਿੰਨਾ ਕਰਦਾ, ਤੂੰ ਪਾਠ ਬਾਣੀ ਕਿੰਨੀ ਪੜ੍ਹਦਾ। ਇਹ ਵੇਖਿਆ ਜਾਣਾ ਕਿ ਤੇਰੀ ਜ਼ਿੰਦਗੀ 'ਚ ਇਮਾਨਦਾਰੀ ਕਿੰਨੀ ਹੈ, ਤੇਰੇ 'ਚ ਲੋਭ ਲਾਲਚ ਤੇ ਨਹੀਂ। ਕਦੇ ਆਪਣੇ ਪੁੱਤ ਧੀ ਨੂੰ ਪਾਲਦਿਆਂ ਕਿਹਾ, ਪੁੱਤਰਾ ਮੈਂ ਤੇਰੇ ਤੋਂ ਧੀ ਨੂੰ ਪਾਲਣ ਲੱਗਿਆ, ਇਹ ਕਹੋ ਧੀਏ ਮੈਂ ਚਾਹੁੰਦੀ ਹਾਂ ਤੂੰ ਸਹੁਰੇ ਘਰ ਜਾਵੇਂ, ਉੱਥੇ ਤੇਰੇ ਵੱਲੋਂ ਸ਼ਿਕਾਇਤ ਕੋਈ ਨਾ ਆਵੇ।
ਤੂੰ ਆਪਣੀ ਜ਼ਿੰਦਗੀ 'ਚ ਸਹਿਜ ਗੁਣ, ਹਲੇਮੀ, ਇਹ ਗੁਣ, ਪੁੱਤ ਨੂੰ ਇਹ ਗੁਣ ਆਪਣੇ ਪਰਿਵਾਰ 'ਚ, ਇਹ ਨਹੀਂ ਸਾਡੀ ਜਿੱਥੋਂ ਅਸੀਂ ਸੰਸਕਾਰ ਗੁਰੂ ਦੀ ਵਿਚਾਰ ਦੇ ਸਿੱਖਣੇ ਸੀ। ਸਾਡੀ ਤੇ ਐਜੂਕੇਸ਼ਨ, ਸਾਡਾ ਤਾਂ ਮੋਢ ਹੀ ਗਲਤ ਵੱਜ ਗਿਆ। ਸਾਨੂੰ ਤਾਂ ਇਹ ਵੇਖਿਆ ਜਾਂਦਾ ਤੂੰ ਨਾਮ ਕਿੱਦਾਂ ਜਪਦਾ ਹੈ, ਤੂੰ ਪਾਠ ਕਿੱਦਾਂ ਕਰਦਾ ਹੈ, ਤੂੰ ਗੁਰਦੁਆਰੇ ਕਿੱਦਾਂ ਆਉਣਾ ਹੈ, ਤੂੰ ਕਿੰਨੇ ਵਜੇ ਉੱਠਦਾ ਹੈ। ਅੱਛਾ ਮੰਨ ਲਓ ਸਿਰੇ ਦਾ ਠੱਗ ਹੋਵੇ ਬੰਦਾ, 4 ਵਜੇ ਉੱਠ ਪਵੇ, ਪ੍ਰਵਾਨ ਹੈ ਜੀ? ਲੁੱਟ ਕੇ ਖਾਂਦਾ ਹੋਵੇ ਬੰਦਾ, ਗੁਰੂ ਗ੍ਰੰਥ ਸਾਹਿਬ ਅੱਗੇ ਲਕੀਰਾਂ ਕੱਢਦਾ ਹੋਵੇ, ਪ੍ਰਵਾਨ ਹੈ? ਨਹੀਂ ਪ੍ਰਵਾਨ। ਇੱਥੇ ਮਾਣ ਸਿਖਾਣੇ ਕਰੇ ਨਵਾਜ ਆਖਿਆ ਪਾਤਸ਼ਾਹ ਨੇ, ਛੁਰੀ ਵਗਾਇਨ 3 ਗਲ ਤਾਕ, 3 ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇਂ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ। ਵੇਖਿਆ ਜਾਣਾ ਤੇਰਾ ਕਿਰਦਾਰ, ਤੇਰਾ ਕਰੈਕਟਰ ਵੇਖਿਆ ਜਾਣਾ, ਤੇਰਾ ਰਹਿਣਾ ਸਹਿਣਾ ਵੇਖਣਾ। ਐਬ ਤਨ ਚਿੱਕੜੋ, ਬੰਦੇ ਦੇ ਅੰਦਰ ਵਕਾਰਾਂ ਦਾ ਚਿੱਕੜ, ਐਬ ਹੁੰਦੇ ਨੇ ਚਿੱਕੜ, ਐਬ ਕਹਿੰਦੇ ਨੇ ਵਕਾਰਾਂ ਨੂੰ, ਕਹਿੰਦੇ ਐਬ ਤਨ ਚਿੱਕੜੋ, ਬੰਦੇ ਦੇ ਅੰਦਰ ਐਬਾਂ ਦਾ, ਵਕਾਰਾਂ ਦਾ, ਬੁਰਾਈ ਦਾ ਚਿੱਕੜ ਹੈ। ਇਹ ਮਨ ਮੇਂਢਕੋ, ਇਹ ਮਨ ਡੱਡੂ ਹੈ। ਕਮਲ ਕੀ ਸਾਰ ਨਹੀਂ ਮੂਲ ਪਾਈ। ਹੁਣ ਇਹ ਮਨ ਮੇਂਢਕ ਨੂੰ ਕਮਲ ਦੀ ਸਾਰੀ ਹੈ ਨਹੀਂ, ਅੰਦਰ ਕਮਲ ਫੁੱਲ ਵੀ ਖਿੜਿਆ ਹੋਇਆ ਹੈ। ਅੰਦਰ ਤੇ ਕਮਲ ਫੁੱਲ ਵੀ ਹੈਗਾ ਨਾ, ਸੁਗੰਧ ਵੀ ਤੇ ਅੰਦਰੋਂ ਆਉਂਦੀ ਹੈ ਨਾ। ਉਹ ਅੰਦਰ ਕਮਲ ਫੁੱਲ ਕਾਹਦਾ? ਉਹ ਸੱਤ ਦਾ, ਸੰਤੋਖ ਦਾ, ਦਇਆ ਦਾ, ਧਰਮ ਦਾ, ਧੀਰਜ ਦਾ, ਇਹ ਕਮਲ ਫੁੱਲ ਵਾ। ਅਤੇ ਮਨ ਭੋਰੇ ਨੇ ਇਸ ਫੁੱਲ ਦੇ ਉੱਤੇ ਬਹਿ ਕੇ ਰਸ ਚੂਸਣਾ ਸੀ। ਇਹ ਛੱਡ ਬੈਠਾ, ਇਹ ਜਾਲਾ ਖਾ ਰਿਹਾ, ਇਹ ਗੰਦਗੀ ਖਾ ਰਿਹਾ। ਤਾਂ ਆਖਿਆ ਸੀ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜਿਓ। ਬਾਹਰ ਢੂੰਡੇਗਾ ਦੁਖੀ ਹੋਏਗਾ, ਅੰਮ੍ਰਿਤ ਤਾਂ ਤੇਰੇ ਘਰ ਵਿੱਚ ਭਰਿਆ ਪਿਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਹਿਰਨ ਦੀ ਨਾਭੀ 'ਚ ਹੈ, ਉਹ ਜੋ ਹਵਾ ਆਉਂਦੀ ਹੈ ਨਾ, ਉਹਨੂੰ ਇੰਝ ਲੱਗਦਾ ਵੀ ਇੱਧਰੋਂ ਇੱਧਰੋਂ ਆ ਰਹੀ ਸੁਗੰਧੀ, ਉਹ ਬੜੀ ਤੇਜ਼ ਦੌੜਦਾ। ਪਰ ਜਦੋਂ ਅਖੀਰ 'ਤੇ ਪ੍ਰਾਣ ਤਿਆਗਦਾ ਨਾ, ਅਤੇ ਉਹ ਉਹਦੀਆਂ ਆਪਣੀਆਂ ਨਾਸਾਂ ਹੀ ਆਪਣੀ ਨਾਭੀ ਲੈ ਕੇ ਜਾਂਦਾ, ਅਤੇ ਉਦੋਂ ਸਿਰ ਮਾਰਦਾ ਮਨਾ, ਸਾਰੀ ਜ਼ਿੰਦਗੀ ਇਸ ਸੁਗੰਧੀ ਬਦਲੇ ਬਾਹਰ ਭੱਜਾ ਫਿਰਦਾ ਰਿਹਾ। ਸੁਗੰਧੀ ਤਾਂ ਤੇਰੀ ਆਪਣੀ ਬੋਡੀ 'ਚ ਸੀ। ਬੰਦਾ ਵੀ ਸਾਰੀ ਜ਼ਿੰਦਗੀ ਜਿਸ ਸੁੱਖ ਲਈ ਬਾਹਰ ਭੱਜਾ ਫਿਰਦਾ, ਉਹ ਸੁੱਖ ਬੰਦੇ ਦੇ ਅੰਦਰ ਵਾ। ਅੱਛਾ ਗੁਰਬਾਣੀ 'ਚ ਕੋਈ ਸ਼ਬਦ ਐਸਾ ਵਿਖਾ ਦਿਓ ਜਿੱਥੇ ਲਿਖਿਆ ਹੋਵੇ ਸੁੱਖ ਉਹ ਬਾਹਰ ਤੁਰਿਆ ਫਿਰਦਾ, ਉਹ ਫਲਾਣੇ ਥਾਂ ਤੁਰਿਆ ਫਿਰਦਾ, ਫਲਾਣੇ ਥਾਂ 'ਤੇ ਮੱਥਾ ਟੇਕਿਆ ਸੁੱਖ ਮਿਲਣਾ, ਕਿਤੇ ਨਹੀਂ ਲਿਖਿਆ। ਬਾਣੀ ਲਿਖਿਆ ਸੁੱਖ ਤੇਰੇ ਆਪਣੇ ਅੰਦਰ ਵਾ, ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ ਆਪਣੇ ਆਪ ਨੂੰ। ਅੱਛਾ ਆਪਣੇ ਅੰਦਰੋਂ ਸੁੱਖ ਕਿਉਂ ਨਹੀਂ ਮਿਲਦਾ? ਕਿਉਂਕਿ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰਨਾ ਮੈਂ ਚਾਹੁੰਦਾ ਨਹੀਂ, ਮਰਨਾ ਮੈਂ ਚਾਹੁੰਦਾ ਨਹੀਂ, ਆਨੰਦ ਮੈਨੂੰ ਆਉਂਦਾ ਕੋਈ ਨਹੀਂ। ਮੈਂ ਚਾਹੁੰਦਾ ਮਰੇ ਮੇਰੇ ਹਿੱਸੇ ਦਾ ਮਰ ਜਾਏ ਗੁਆਂਢੀ, ਸੁੱਖ ਮੈਨੂੰ ਮਿਲ ਜਾਏ। ਮੈਂ ਚਾਹੁੰਦਾ ਬੁਰਾਈ ਵੱਲੋਂ ਕੋਈ ਹੋਰ ਮਰ ਜਾਏ ਅਤੇ ਆਨੰਦ ਉਹਦੇ ਹਿੱਸੇ ਦਾ ਮੈਨੂੰ ਮਿਲ ਜਾਏ। ਨਾ ਭਾਈ ਜਿਹੜਾ ਮਰੇਗਾ ਆਨੰਦ ਵੀ, ਜਿਹੜਾ ਸਕੂਲੇ ਜਾਏਗਾ ਪੜ੍ਹਾਈ ਵੀ ਉਹਨੂੰ। ਇਹ ਮੱਖਣ ਥੋੜ੍ਹਾ ਘਰ 'ਚ ਵੀ ਮਾਂ ਨੇ ਕੱਢਿਆ ਸਾਰਾ ਟੱਬਰ ਖਾ ਲੂ। ਦਹੀਂ ਨੂੰ ਦੁੱਧ ਨੂੰ ਜਾਗ ਲਾਤੀ ਮਾਂ ਨੇ, ਅਤੇ ਸਵੇਰੇ ਉੱਠ ਕੇ ਦਹੀਂ ਦੀ ਕੌਲੀ ਸਾਰੇ ਟੱਬਰ ਨੇ ਖਾ ਲਈ, ਮੱਖਣ ਵੀ ਸਾਰਿਆਂ ਨੇ ਦਾਲ ਸਬਜ਼ੀ 'ਚ ਪਾ ਲਿਆ, ਲੱਸੀ ਵੀ ਸਾਰੇ ਪਰਿਵਾਰ ਨੇ ਪੀ ਲਈ। ਇੱਕ ਮਾਂ ਦੀ ਕੀਤੀ ਮਿਹਨਤ ਦਾ ਫਾਇਦਾ ਸਾਰਾ ਟੱਬਰ ਹੀ ਚੱਕ ਗਿਆ। ਇੱਥੇ ਤਾਂ ਜਿਹੜਾ ਜਾਗ ਲਾਊ, ਜਿਹੜਾ ਮੱਖਣ ਕੱਢੂ, ਖਾਊਗਾ ਵੀ ਉਹ ਵੀ। ਜੇ ਇੱਕ ਦੂਜੇ ਦਾ ਹਿੱਸੇ ਦਾ ਕੋਈ ਮੱਖਣ ਖਾ ਸਕਦਾ ਹੁੰਦਾ, ਫਿਰ ਬਾਬੇ ਨਾਨਕ ਦੇ ਹਿੱਸੇ ਦਾ ਕੱਢਿਆ ਮੱਖਣ ਸ੍ਰੀ ਚੰਦ ਵੀ ਖਾ ਜਾਂਦਾ। ਫਿਰ ਤਾਂ ਗੁਰੂ ਅਮਰਦਾਸ ਨੇ ਜਿਹੜੀ ਮਿਹਨਤ ਲਾ ਕੇ ਮੱਖਣ ਕੱਢਿਆ, ਬਾਬੇ ਮੋਹਨ ਨੂੰ ਵੀ ਖਵਾ ਦਿੰਦੇ। ਇਹ ਤਾਂ ਜਿਹੜਾ ਮੱਖਣ ਕੱਢੂ, ਬੋਲੋ ਸਾਰੇ, ਖਾਊਗਾ ਵੀ ਉਹ ਹੀ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੂਧੇ ਕੋ ਜਾਓ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਰਾਸ, ਜਮਾਵੋ ਜਪੋ ਤਾਂ ਕੋ ਅਮਰ ਨਰਾਫਲ ਕਾਮਾ। ਇਹ ਮਨ ਈਟੀ ਹਾਥ ਕਰੋ ਫੁਨ। ਈਟੀਆਂ ਹੁੰਦੀਆਂ ਸੀ ਨਾ ਮਾਵਾਂ ਨੂੰ ਪਤਾ। ਹੁਣ ਸ਼ਹਿਰਾਂ ਵਿੱਚ ਤਾਂ ਹੈ ਕੋਈ ਨਹੀਂ, ਪਿੰਡਾਂ 'ਚ ਅਜੇ ਕਈਆਂ ਘਰਾਂ 'ਚ ਦੁੱਧ ਰਿੜਕਦੇ ਆ। ਜਦੋਂ ਦੁੱਧ ਰਿੜਕੀਦਾ, ਹੁਣ ਤਾਂ ਮਧਾਣੀਆਂ ਬਿਜਲੀ ਵਾਲੀਆਂ ਆ ਗਈਆਂ, ਪਰ ਕਈਆਂ ਘਰਾਂ ਸ਼ਾਇਦ ਹੱਥ ਨਾਲ ਰਿੜਕਣ ਵਾਲੀ ਵੀ ਕੋਈ ਪਈ ਹੋਵੇ। ਮਾਵਾਂ ਨੂੰ ਪਤਾ ਹੋਣਾ, ਉਹ ਜਿਹੜੀ ਮਧਾਣੀ ਦੇ ਬੰਨੇ ਰੱਸੀ ਪਾਈ ਹੁੰਦੀ ਸੀ, ਉਹਨੂੰ ਨੇਤਰਾ ਕਹਿੰਦੇ ਸੀ। ਉਹਦੇ ਵਿੱਚ ਇੱਕ ਲੱਕੜ ਦੀਆਂ ਹੁੰਦੀਆਂ ਸੀ, ਉਹਨੂੰ ਈਟੀਆਂ ਕਹਿੰਦੇ ਸੀ। ਉਹ ਜਦੋਂ ਘੁੱਟ ਕੇ ਮਾਵਾਂ ਹੱਥ ਵਿੱਚ ਤਾਂ ਈਟੀਆਂ ਫੜ ਲੈਂਦੀਆਂ ਸੀ ਨਾ, ਇੱਦਾਂ ਦੁੱਧ ਜਦੋਂ ਦਹੀਂ ਰਿੜਕਦੀਆਂ ਸੀ। ਕਹਿੰਦੇ ਇਹ ਮਨ ਈਟੀ, ਜਿਵੇਂ ਘੁੱਟ ਕੇ ਈਟੀਆਂ ਫੜੀਆਂ ਹੋਈਆਂ ਨਾ, ਇੱਦਾਂ ਮਨ ਦੇ ਦੋਵੇਂ ਕੰਨੇ ਘੁੱਟ ਕੇ ਫੜ ਲਓ, ਇੱਦਾਂ ਮਨ ਨੂੰ ਭੱਜਣ ਨਾ ਦਿਓ। ਇੱਦਾਂ ਇਹ ਮਨ ਈਟੀ ਹਾਥ ਕਰੋ ਫੁਨ, ਨੇਤਰੋ ਨੀਂਦ ਨਾ ਆਵੇ। ਨੇਤਰਾ ਕਿਹਨੂੰ ਕਹਿੰਦੇ ਆ? ਜਿਹੜਾ ਮਧਾਣੀ ਦੇ ਬੰਨੇ ਰੱਸੀ ਹੁੰਦੀ ਆ। ਸਾਡਾ ਮਨ ਵਿਕਾਰਾਂ 'ਚ ਸੌਵੇ ਨਾ, ਸਾਡੇ ਮਨ ਨੂੰ ਨੀਂਦ ਨਾ ਆਵੇ।
ਅੱਛਾ ਵੇਖੋ, ਦੁਨਿਆਵੀ ਤੌਰ 'ਤੇ ਕਿਸੇ ਬੰਦੇ ਨੂੰ ਨੀਂਦ ਨਾ ਆਵੇ ਆਪਾਂ ਕਹਿੰਦੇ ਬੰਦਾ ਠੀਕ ਨਹੀਂ, ਬਿਮਾਰ ਰਹਿੰਦਾ। ਅਤੇ ਅਧਿਆਤਮਿਕ ਤੌਰ 'ਤੇ ਜਿਹੜਾ ਜ਼ਿਆਦਾ ਸੌਵੇਂ ਕਹਿੰਦੇ ਇਹ ਬਿਮਾਰ ਆ। ਜਿਹੜਾ ਉੱਠੇ ਨਾ ਉਹਨੂੰ ਕਹਿੰਦੇ ਬਿਮਾਰ ਆ ਤੂੰ, ਵੀ ਉੱਠਦਾ ਕਿਉਂ ਨਹੀਂ, ਕਿਆ ਤੂੰ ਸੋਇਆ, ਜਾਗੇ ਆ ਨਾ। ਦੁਨਿਆਵੀ ਤੌਰ 'ਤੇ ਜਿਹੜੇ ਬੰਦੇ ਨੂੰ ਨੀਂਦ ਨਾ ਆਵੇ ਆਪਾਂ ਕਹਿੰਦੇ ਠੀਕ ਨਹੀਂ ਹੈਗਾ ਬੰਦਾ, ਭਾਈ ਸੌਂਦਾ ਨਹੀਂ ਆ, ਇਹ ਮੈਂਟਲੀ ਅਪਸੈਟ ਆ। ਅਤੇ ਅਧਿਆਤਮਿਕ ਤੌਰ 'ਤੇ ਗੁਰਮਤਿ ਮੁਤਾਬਕ ਜਿਹੜੇ ਬੰਦਾ ਉੱਠੇ ਨਾ ਉਹਨੂੰ ਆਂਦੇ ਠੀਕ ਨਹੀਂ ਹੈਗਾ, ਉੱਠਦਾ ਕਿਉਂ ਨਹੀਂ, ਬਈ ਕਿਆ ਤੂੰ ਸੋਇਆ, ਜਾਗ ਗਿਆ ਨਾ, ਤੈਂ ਜੀਵਨ ਜਗ ਸੱਚ ਕਰ ਜਾਣਾ, ਉੱਠਦਾ ਕਿਉਂ ਨਹੀਂ ਬਈ, ਤੂੰ ਸੁੱਤਾ ਪਿਆ, ਸਾਰੀ ਜ਼ਿੰਦਗੀ ਤੇਰੀ ਸੁੱਤਿਆਂ ਲੰਘ ਜੂਗੀ। ਜਾਗ ਭਾਈ, ਆਪਣੀਆਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਸਮਝ। ਵੇਖੋ ਭਾਈ ਗੁਰਦੇਵ ਸਿੰਘ ਜਿੰਨੀ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ, ਸਵਾਸਾਂ ਦੀ ਪੂੰਜੀ ਭੋਗ ਕੇ ਸਰੀਰਕ ਤੌਰ 'ਤੇ ਚਲੇ ਗਏ। ਜਦੋਂ ਵੀ ਕੋਈ ਪੁਰਾਣੀ ਦੁਨੀਆ ਤੋਂ ਜਾਂਦਾ ਨਾ, ਆਪਾਂ ਗ੍ਰਸਤੀਆਂ ਇੱਕ ਦੂਜੇ ਦੇ ਘਰਾਂ 'ਚ ਜਾਂਦੇ ਹਾਂ। ਕੋਈ ਕੱਲ੍ਹ ਸਾਡੇ ਘਰ ਆਇਆ, ਅੱਜ ਅਸੀਂ ਕਿਸੇ ਹੋਰ ਦੇ ਘਰ ਜਾਂਦੇ ਹਾਂ, ਕਦੀ ਅਸੀਂ ਕਿਸੇ ਦੇ ਘਰ ਵਿਆਹ ਸ਼ਾਦੀ ਅਟੈਂਡ ਕਰਨ ਜਾਂਦੇ ਹਾਂ, ਕਦੀ ਕੋਈ ਸਾਡੇ ਘਰ ਆਉਂਦਾ। ਸਮਾਜ ਆ ਨਾ, ਆਪਾਂ ਗ੍ਰਸਤੀ, ਆਪਾਂ ਇੱਕ ਦੂਜੇ ਦੇ ਘਰਾਂ 'ਚ ਆਉਂਦੇ ਜਾਂਦੇ ਰਹਿੰਦੇ ਹਾਂ, ਜਾਣਿਆ ਸਾਰਾ। ਪਰ ਜਦੋਂ ਸੰਸਾਰ ਤੋਂ ਕੋਈ ਬੰਦਾ ਜਾਂਦਾ ਹੈ ਨਾ, ਉਹ ਇੱਕ ਸੁਨੇਹਾ ਦੇ ਕੇ ਜਾਂਦਾ ਭਾਈ ਕਿ ਵੇਖ ਲਾ ਮੈਂ ਕਿੰਨਾ ਜ਼ੋਰ ਲਾਇਆ, ਕਿੱਡਾ ਵਧੀਆ ਘਰ ਬਣਾਇਆ, ਕਿੰਨੇ ਟਰੈਕਟਰ ਖਰੀਦੇ, ਕਿੰਨੀਆਂ ਕੰਪੈਨਾਂ ਖਰੀਦੀਆਂ, ਕਿੰਨੀ ਮੈਂ ਜ਼ਮੀਨ ਬਣਾਈ, ਮੈਂ ਆਹ ਸਾਰਾ ਕੁਝ ਕੀਤਾ। ਪਰ ਜੇ ਇੰਨਿਆਂ ਸਾਲਾਂ ਬਾਅਦ ਮੈਂ ਨਹੀਂ ਰਿਹਾ ਤੇ ਰਹਿਣਾ ਭਾਈ ਦੁਨੀਆ 'ਤੇ ਤੁਸੀਂ ਵੀ ਨਹੀਂ ਜੇ। ਇਸ ਕਰਕੇ ਅੱਜ ਤੋਂ ਆਪਣੇ ਚੰਗੇ ਕੰਮਾਂ ਦੀ ਸ਼ੁਰੂਆਤ ਕਰ ਲਓ। ਆਪਣੀ ਜ਼ਿੰਦਗੀ ਚੰਗੇ ਕੰਮ ਕਰਨ ਦੀ ਆਦਤ ਪਾਓ। ਬੁਰਾਈ ਨੂੰ ਆਪਣੀ ਜ਼ਿੰਦਗੀ 'ਚੋਂ ਕਢਾਓ ਅਤੇ ਚੰਗਿਆਈ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓ। ਜੀਂਦੇ ਜੀ ਰਿਸਪੈਕਟ ਮਾਂ ਬਾਪ ਦੀ, ਮਰਨ ਤੋਂ ਬਾਅਦ ਕੀਰਨੇ ਪਾਉਣ ਦਾ ਕੋਈ ਅਰਥ ਨਹੀਂ। ਜਿਉਂਦੇ ਜੀ, ਜੇ ਨੌ ਪੁੱਤ ਵਾ, ਉਹ ਜਿਉਂਦੇ ਜੀ ਆਪਣੇ ਸੱਸ ਸਹੁਰੇ ਦੀ ਰਿਸਪੈਕਟ ਕਰਨ। ਅਤੇ ਸੱਸ ਸਹੁਰੇ ਦਾ ਫਰਜ਼ ਬਣਦਾ ਕਿ ਜੇ ਇੱਕ ਧੀ ਪੇਕਾ ਘਰ ਛੱਡ ਕੇ ਆਈ ਆ, ਅਸੀਂ ਉਹਦੀ ਇੱਜ਼ਤ ਮਾਣ ਕਰੀਏ, ਕਿਉਂਕਿ ਸਾਡੀਆਂ ਧੀਆਂ ਵੀ ਅਸੀਂ ਅੱਗੇ ਤੋਰੀਆਂ ਨੇ, ਸਾਨੂੰ ਸਮਾਜ 'ਚ ਰਹਿਣਾ ਆ ਜਾਏ। ਜਿਉਂਦੇ ਜੀ ਆਪਣੇ ਮਾਂ ਬਾਪ ਦੀ ਇੱਜ਼ਤ ਕਰਨੀ ਆ, ਰਿਸਪੈਕਟ ਕਰਨੀ ਆ। ਸਾਨੂੰ ਸਿੱਧੀ ਸੌਖੀ ਮਰਿਆਦਾ ਦਿੱਤੀ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ। ਜਦੋਂ ਪੁਰਾਣੀ ਚੜ੍ਹਾਈ ਕਰਦਾ ਉਹ ਸਿੱਧੀਆਂ ਗੱਲਾਂ ਲਿਖੀਆਂ ਨੇ। ਉਹਦਾ ਅੰਗੀਠਾ ਕਿੱਦਾਂ ਸੰਭਾਲਣਾ ਹੈ, ਸੰਸਕਾਰ ਕਿਵੇਂ ਕਰਨਾ ਹੈ, ਮਗਰਲੀ ਮਰਿਆਦਾ ਕਿਵੇਂ ਨਿਭਾਉਣੀ ਹੈ। ਅੱਜ ਤਾਂ ਅਸੀਂ ਪੁਰਾਣੀ ਦੇ ਚੜ੍ਹਾਈ ਕਰਨ ਵਕਤ ਮਾਝਾ ਹੈ, ਮਾਲਵਾ ਹੈ, ਦੁਆਬਾ ਹੈ, ਚਾਹੇ ਵਿਦੇਸ਼ ਹੈ, ਹਰ ਇੱਕ ਦੇ ਤਰੀਕੇ ਵੱਖਰੇ ਵੱਖਰੇ ਹੋ ਗਏ। ਉੱਥੇ ਲਿਖਿਆ ਜਦੋਂ ਪੁਰਾਣੀ ਚੜ੍ਹਾਈ ਕਰੇ, ਜਿੱਥੇ ਸੰਸਕਾਰ ਕਰੀਏ ਸਾਰੇ ਅੰਗੀਠੇ ਨੂੰ ਇਕੱਠਾ ਕਰੋ, ਜਿੱਥੇ ਤੇਜ਼ ਪਾਣੀ ਵਹਿੰਦਾ ਉੱਥੇ ਜਾ ਕੇ ਜਲ ਪ੍ਰਵਾਹ ਕਰ ਦਿਓ। ਇਹ ਮਰਿਆਦਾ 'ਚ ਲਿਖਿਆ। ਕੋਈ ਮੰਨੇ ਨਾ ਮੰਨੇ ਇਹ ਬੰਦੇ ਦੀ, ਪਰਿਵਾਰ ਦੀ ਆਪਣੀ ਮਰਜ਼ੀ ਹੈ, ਪਰ ਮਰਿਆਦਾ 'ਚ ਇੰਝ ਲਿਖਿਆ। ਪਰ ਸਾਡੇ ਕਰਨਗੇ ਵਿੱਚੋਂ ਫੁੱਲ ਚੁਗ ਲੈਣਗੇ ਅਤੇ ਬਾਕੀ ਰਾਖ ਜਿਹੜੀ ਉਹਨੂੰ ਪਾਸੇ ਕਰਦੇ। ਫੁੱਲ ਜਿਹੜੇ ਫਿਰ ਕੋਈ ਕੀਰਤਪੁਰ ਲੈ ਕੇ ਜਾਂਦਾ, ਕੀਰਤਪੁਰ ਸਾਹਿਬ, ਕੋਈ ਗੋਇੰਦਵਾਲ, ਕੋਈ ਹਰੀਕੇ, ਵੱਖ-ਵੱਖ ਥਾਵਾਂ 'ਤੇ ਲੈ ਕੇ ਜਾਂਦਾ। ਪਰ ਮਰਿਆਦਾ 'ਚ ਲਿਖਿਆ ਜਿੱਥੇ ਤੇਜ਼ ਪਾਣੀ ਵਹਿੰਦਾ ਉੱਥੇ ਜਾ ਕੇ ਜਲ ਪ੍ਰਵਾਹ ਕਰ ਦਿਓ। ਫਿਰ ਕਈਆਂ ਘਰਾਂ 'ਚ ਤੁਸੀਂ ਵੇਖਿਆ ਕੋਈ ਵੱਡਾ ਬਜ਼ੁਰਗ ਚੜ੍ਹਾਈ ਕਰੇ, ਦਾਦਾ ਕਰੇ, ਦਾਦੀ ਕਰੇ, ਵੱਡੇ ਬਜ਼ੁਰਗ ਚੜ੍ਹਾਈ ਕਰਦੇ ਆ। ਫਿਰ ਉਹਨਾਂ ਦੇ ਪੈਰਾਂ ਵਾਲੇ ਬੰਨੇ ਕੱਪੜਾ ਰੱਖ ਕੇ ਸਿਵਿਆਂ ਦੇ ਵਿੱਚ, ਮੜੀਆਂ 'ਚ ਮੱਥਾ ਵੀ ਟੇਕਦੇ ਕਈਆਂ ਪਿੰਡਾਂ 'ਚ। ਉਹਨੂੰ ਨੂੰਹਾਂ ਨੂੰ ਕਹਿਣਗੇ ਮੱਥਾ ਟੇਕ ਲਓ। ਬਾਣੀ 'ਚ ਲਿਖਿਆ ਜੇ ਮਿਰਤਕ ਕੋ ਚੰਦਨ ਚੜ੍ਹਾਵੇ ਉਸ 'ਤੇ ਕਹੋ ਕਵਣ ਫਲ ਪਾਵੇ। ਮਿਰਤਕ ਦੇ ਉੱਤੇ ਤੁਸੀਂ ਚੰਦਨ ਦਾ ਵੀ ਲੇਪ ਕਰ ਦਿਓਗੇ, ਉਹਦੇ ਨਾਲ ਮਿਰਤਕ ਦਾ ਕੋਈ ਫਾਇਦਾ ਨਹੀਂ। ਜੇ ਮਿਰਤਕ ਕੋ ਵਿਸ਼ਟਾ ਮਾਹਿ ਰਲਾਈ ਤਾਂ ਮਿਰਤਕ ਕਾ ਕਿਆ ਘਟ ਜਾਏ। ਜੇ ਮਿਰਤਕ ਨੂੰ ਤੁਸੀਂ ਵਿਸ਼ਟਾ 'ਚ ਵੀ ਲੜਾ ਦੋਗੇ ਉਹਦੇ ਨਾਲ ਮਿਰਤਕ ਦਾ ਅਪਮਾਨ ਕੋਈ ਨਹੀਂ। ਜੇ ਉਹਨੂੰ ਤੁਸੀਂ ਚੰਦਨ ਦਾ ਲੇਪ ਕਰਤਾ ਉਹਦੇ ਨਾਲ ਉਹਦੀ ਰਿਸਪੈਕਟ ਕੋਈ ਨਹੀਂ। ਰਿਸਪੈਕਟ ਕਰਨੀ ਜਿਉਂਦੇ ਜੀ। ਮਰਨ ਤੋਂ ਬਾਅਦ ਲਾਸ਼ ਨੂੰ ਮੱਥਾ ਟੇਕਣ ਦਾ ਕੀ ਅਰਥ ਰਹਿ ਗਿਆ? ਇਹ ਤਾਂ ਮਰਿਆਦਾ 'ਚ ਨਹੀਂ ਹੈਗਾ। ਅੱਛਾ, ਕਈਆਂ ਪਿੰਡਾਂ 'ਚ ਲਾਸ਼ ਨੂੰ ਗੁਰਦੁਆਰੇ ਵੀ ਲੈ ਕੇ ਆਉਂਦੇ ਆ, ਕਹਿਣਗੇ ਹੁਣ ਭਾਈ ਇਹਨੂੰ ਮੱਥਾ ਟਿਕਾ ਲਓ ਜਾਂਦੇ ਆ। ਅੱਛਾ, ਉਹ ਕਈ ਵਾਰੀ ਪਿੰਡ ਦੇ ਲੋਕ ਹੱਸਦੇ ਹੁੰਦੇ ਆ ਵੀ ਆਹ ਬੀਬੀ ਜਾਂ ਆਹ ਬੰਦਾ ਇਹ ਜ਼ਿੰਦਗੀ 'ਚ ਕਦੀ ਗੁਰਦੁਆਰੇ ਨਹੀਂ ਆਇਆ, ਹੁਣ ਲਾਸ਼ ਨੂੰ ਮੱਥਾ ਟਿਕਾਉਣ ਦਾ ਕੀ ਅਰਥ ਰਹਿ ਗਿਆ? ਮੰਨਣਾ ਦੱਸੋ ਜੀ। ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਜਿਉਂਦੇ ਜੀ ਲੈ ਕੇ ਜਾਂਦੇ ਹਾਂ ਨਾ। ਜਿਹੜਾ ਬੰਦਾ, ਜਿਹੜਾ ਬੱਚਾ, ਜਿਹੜਾ ਸਟੂਡੈਂਟ ਹੈ ਉਹ ਜਿਉਂਦਾ ਤਾਂ ਸਕੂਲੇ ਪੜ੍ਹਨ ਜਾਂਦਾ ਨਾ। ਜਿਹੜਾ ਬੰਦਾ ਜਿਉਂਦਾ ਉਹਨੂੰ ਆਪਾਂ ਹੌਸਪੀਟਲ ਇਲਾਜ ਲਈ ਲੈ ਕੇ ਜਾਂਦੇ ਹਾਂ। ਜਿਹਦੀ ਡੈਥ ਹੋਈ ਹੋਵੇ ਉਹਨੂੰ ਹੌਸਪੀਟਲ ਲੈ ਕੇ ਜਾਣ ਦੀ ਲੋੜ ਹੈਗੀ ਆ। ਉਹਨੂੰ ਤਾਂ ਸਗੋਂ ਦਬ-ਦਬ ਕਹਿੰਦੇ ਜੇ ਕਿਤੇ ਲੈ ਜਾਓ ਇਹਨੂੰ, ਦਬ-ਦਬ ਜਾ ਕੇ ਸੰਸਕਾਰ ਕਰੋ ਇਹਨੂੰ। ਜੇ ਕਿਤੇ ਡੈਥ ਹੌਸਪੀਟਲ 'ਚ ਵੀ ਹੋ ਜਾਏ ਨਾ, ਉਹ ਵੀ ਕਹਿੰਦੇ ਦਬ-ਦਬ ਇਹਨੂੰ ਲੈ ਜਾਓ ਹੁਣ ਤੁਸੀਂ। ਛੇਤੀ ਉਹ ਫਾਰਮੈਲਿਟੀਆਂ ਪੂਰੀਆਂ ਕਰਕੇ ਤੋੜ ਦਿੰਦੇ ਆ। ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਵੀਂ ਢਕਵਾਂ 'ਚ ਨਵੀਂ ਮਰਿਆਦਾ। ਅਤੇ ਫਿਰ ਜਿਹਨੂੰ ਗੁਰਮਤ ਦਾ ਕੱਖ ਨਹੀਂ ਆਉਂਦਾ ਉਹ ਵੀ ਕਹਿੰਦਾ ਫੇਕ ਹੀ ਹੁੰਦਾ ਜੀ, ਇਹ 'ਚ ਕੀ ਫਰਕ ਪੈਂਦਾ? ਫਰਕ ਕਿਉਂ ਨਹੀਂ ਪੈਂਦਾ ਬਈ?
ਇਹ ਤੁਹਾਡਾ ਘਰ ਥੋੜ੍ਹਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਇੱਥੇ ਮਰਿਆਦਾ ਉਹ ਨਿਭਣੀ ਹੈ ਜਿਹੜੀ ਗੁਰੂ ਪਾਤਸ਼ਾਹ ਦੀ ਘਰ ਦੀ ਮਰਿਆਦਾ ਤੁਸੀਂ ਆਪਣੇ ਮੁਤਾਬਕ ਚਲਾਓ। ਇਸੇ ਕਰਕੇ ਅੱਜ ਸਮੱਸਿਆ ਖੜੀ ਹੋ ਗਈ। ਹਰ ਬੰਦਾ ਆਪਣੇ ਮਨ ਦੀ ਸੋਚ ਆਣ ਕੇ ਗੁਰਦੁਆਰੇ ਲਾਗੂ ਕਰਨਾ ਚਾਹੁੰਦਾ। ਅੱਜ ਇਕਸਾਰਤਾ ਨਾਲ ਹੀ ਸਾਡੇ ਵਿੱਚ ਇੱਕ ਵਿਚਾਰਤਾ ਨਾਲ ਰਹੀ, ਜਿਹੜਾ ਬੰਦਾ ਜਿੱਦਾਂ ਆਉਂਦਾ ਉਹਦੇ ਮੁਤਾਬਕ ਹੀ ਗੁਰਦੁਆਰੇ ਆਣ ਕੇ ਜੀ ਇੱਦਾਂ ਹੋਣਾ ਚਾਹੀਦਾ। ਨਹੀਂ, ਇੱਕ ਨੇਮ ਹੈ। ਜੇ ਸਾਰੇ ਬੰਦੇ ਕੱਲ੍ਹ ਨੂੰ ਇੱਕ ਬੰਦਾ, ਇੱਕ ਪਰਿਵਾਰ ਆਇਆ ਕਹਿੰਦਾ ਜੀ ਮੈਂ ਗੁਰਦੁਆਰੇ ਗੇਟ 'ਤੇ ਮੱਥਾ ਟਿਕਾਉਣਾ, ਦੂਜਾ ਆਂਦਾ ਨਹੀਂ ਜੀ ਮੇਰੀ ਥੋੜ੍ਹੀ ਸ਼ਰਧਾ ਹੋਰ ਹੈ, ਮੈਂ ਅੰਦਰ ਲੈ ਕੇ ਆਉਣਾ, ਤੀਜਾ ਕਹੇਗਾ ਮੇਰੀ ਹੋਰ ਸ਼ਰਧਾ, ਮੈਂ ਤਾਂ ਅੰਦਰ ਆਣ ਕੇ ਪ੍ਰਕਰਮਾਂ ਵੀ ਕਰਾਉਣੀਆਂ ਨੇ। ਫਿਰ ਕੋਈ ਐਂਡ ਹੈਗਾ ਇਹਦਾ ਕੋਈ ਐਂਡ ਨਹੀਂ। ਅਕਸਰ ਮਰਿਆਦਾ ਬਣਾਉਣ ਵਾਲਿਆਂ ਨੇ 1931-32 ਤੋਂ ਲੈ ਕੇ 45 ਤੱਕ ਇਹਦੇ 'ਤੇ ਰਿਸਰਚ ਕੀਤੀ, ਸਟੱਡੀ ਕੀਤੀ, ਵਿਚਾਰ ਗੋਸ਼ਟੀਆਂ ਹੋਈਆਂ, ਫਿਰ ਜਾ ਕੇ ਮਤਾ ਪਾਸ ਕੀਤਾ ਗਿਆ ਕਿ ਇੱਦਾਂ ਕਰਨਾ ਭਾਈ, ਇੱਦਾਂ ਅੰਗੀਠਾ ਸੰਭਾਲਣਾ ਵਾ, ਇੱਦਾਂ ਮਗਰੋਂ ਕੋਈ ਬੁਰੀਣਾ ਨਹੀਂ ਕਰਨਾ, ਕੋਈ ਮਗਰੋਂ ਮਨਮਤ ਨਹੀਂ ਕਰਨੀ, ਕੋਈ ਮਗਰੋਂ ਹੋਰ ਕਰਮ ਕਾਂਡ ਕਰਨ ਦੀ ਜ਼ਰੂਰਤ ਨਹੀਂ। ਜਿਉਂਦੇ ਜੀ ਰਿਸਪੈਕਟ ਕਰੋ, ਤੁਸੀਂ ਜਿਉਂਦੇ ਜੀ ਇੱਜ਼ਤ ਮਾਣ ਦਿਓ। ਅੱਜ ਕੱਲ੍ਹ ਤਾਂ ਹੁਣ ਨਵਾਂ ਤਰੀਕਾ ਵੀ ਚੱਲ ਪਿਆ ਕਿ ਤੁਸੀਂ ਵੇਖੋ ਪਾਣੀ ਆਪਣੇ 2.5 ਦਰਿਆ ਰਹਿ ਗਏ ਪੰਜਾਬ 'ਚ, 2.5 ਪਾਕਿਸਤਾਨ ਚਲੇ ਗਏ, 5 ਦਰਿਆ ਕਦੀ ਪੰਜਾਬ ਕਹਿੰਦੇ ਆਪਾਂ, 5 ਦਰਿਆਵਾਂ ਦੀ ਧਰਤੀ, ਅਤੇ ਪਾਣੀ ਉਹ ਵੀ ਘਟ ਗਿਆ ਆਪਣੇ ਕੋਲ। ਹੁਣ ਦਰਿਆਵਾਂ 'ਚ ਪਾਣੀ ਕਿੰਨਾ ਕੁ ਰਹਿ ਗਿਆ? ਪਾਣੀ ਬਹੁਤ ਥੋੜ੍ਹਾ ਰਹਿ ਗਿਆ ਪੰਜਾਬ ਦੇ ਵਿੱਚ। ਪੰਜਾਬ ਦੇ ਦਰਿਆਵਾਂ 'ਚ ਕਿੰਨਾ ਕੁ ਪਾਣੀ ਰਹਿ ਗਿਆ? ਹੁਣ ਤਾਂ ਕਈਆਂ ਨੇ ਵੀਰਾਂ ਨੇ ਵੀ ਨਵੇਂ ਰੁੱਖ ਲਾਓ, ਆਪਣੇ ਖੇਤਾਂ ਵਿੱਚ 5-7 ਡੂੰਘਾ ਟੋਆ ਪੁੱਟ ਕੇ ਰਾਖ ਨੂੰ ਨੱਪ ਕੇ ਉੱਤੇ ਫਲਦਾਰ ਕੋ ਪੌਦਾ ਲਾ ਦਿਓ ਤਾਂ ਕਿ ਪ੍ਰੇਰਨਾ ਮਿਲੇ ਲੋਕਾਂ ਨੂੰ। ਅਕਸਰ ਵੀ ਜਿਹੜਾ ਆਪਾਂ ਜਲ 'ਚ ਵੀ ਪ੍ਰਵਾਹ ਕਰਨਾ ਉਹ ਵੀ ਤਾਂ ਉਹ ਸਗੋਂ ਮਿੱਟੀ ਦੇ ਉੱਪਰ ਰਹਿ ਜਾਣਾ। ਇੱਦਾਂ 5-7 ਫੁੱਟ ਡੂੰਘਾ ਟੋਆ ਪੁੱਟ ਕੇ ਆਪਣੇ ਉਪਜਾਊ ਧਰਤੀ ਦੇ ਵਿੱਚ, ਮੈਂ ਤਾਂ ਕਹਿੰਦਾ ਨਾ ਜਿੰਨੇ ਵੀ ਆਪਣੇ ਬਜ਼ੁਰਗ ਬੈਠੇ ਆ, ਵੱਡ ਵਡੇਰੇ ਬੈਠੇ, ਆਪੋ ਆਪਣੀ ਔਲਾਦ ਨੂੰ ਕਹਿ ਕੇ ਜਾਓ, ਪੁੱਤਰ ਜਦੋਂ ਮੈਂ ਚੜ੍ਹਾਈ ਕਰਾਂ ਮੈਨੂੰ ਮੇਰੀ ਨਿੱਜੀ ਜਾਇਦਾਦ ਜਿਹੜੀ ਮੇਰੀ ਜ਼ਮੀਨ ਆ ਉਹਦੇ ਕਿਸੇ ਕੰਢੇ 'ਤੇ ਫਲਦਾਰ ਕੋ ਪੌਦਾ ਲਿਆ ਕੇ, ਕੋਈ ਅੰਬ ਦਾ ਬੂਟਾ, ਕੋਈ ਵੀ ਫਲਦਾਰ ਪੌਦਾ, 5-4 ਡੂੰਘਾ ਟੋਆ ਪੱਟ ਕੇ ਉੱਥੇ ਮੇਰੀ ਰਾਖ ਪਾ ਕੇ ਉੱਤੇ ਫਲਦਾਰ ਪੌਦਾ ਲਾ ਦਿਓ ਤਾਂ ਕਿ ਇੱਕ ਤਾਂ ਲੋਕਾਂ ਨੂੰ ਸੰਕੇਤ ਮਿਲੂ ਕਿ ਅਸੀਂ ਆਪੋ ਆਪਣੇ ਖੇਤਾਂ 'ਚ ਚੰਗੇ ਦਰਖਤ ਲਾਈਏ। ਇੱਕ ਸਾਡੇ ਅੰਦਰੋਂ ਡਰ ਨਿਕਲੂ, ਅਸੀਂ ਭੈ ਭੀਤ ਨਹੀਂ ਹੋਵਾਂਗੇ। ਪਰ ਸਾਡੇ ਦਿਮਾਗ 'ਚ ਕਈ ਤਰ੍ਹਾਂ ਦੀਆਂ ਪਿਕਚਰਾਂ ਬਣ ਗਈਆਂ, ਕਈ ਤਰ੍ਹਾਂ ਦੇ ਖਿਆਲ ਬਣ ਗਏ। ਹੁਣ ਤਾਂ ਪੰਜਾਬ 'ਚ ਕਈਆਂ ਥਾਵਾਂ 'ਤੇ ਕਈਆਂ ਵੀਰਾਂ ਨੇ ਇੱਦਾਂ ਦੇ ਕੰਮ ਕਰਨੇ ਸ਼ੁਰੂ ਕਰਤੇ। ਮੈਨੂੰ ਯਾਦ ਹੈ 2003 ਵਿੱਚ ਇੱਕ ਕਨਵੈਨਸ਼ਨ ਹੋਈ ਸੀ ਚੰਡੀਗੜ੍ਹ, ਉੱਥੇ ਇੱਕ SGPC ਦੇ ਮੈਂਬਰ ਸਨ ਪਟਿਆਲੇ ਦੇ ਏਰੀਏ ਦੇ। ਉਹਨਾਂ ਨੇ ਗੱਲ ਸੁਣਾਈ, ਅੱਜ ਤੋਂ 19 ਸਾਲ ਪਹਿਲਾਂ ਦੀ ਮੈਂ ਗੱਲ ਦੱਸ ਰਿਹਾ, 19 ਸਾਲ ਪਹਿਲਾਂ। ਉਹ ਕਹਿੰਦੇ ਵੀ ਜਦੋਂ ਮੇਰੀ ਮਾਤਾ ਜੀ ਦੀ ਡੈਥ ਹੋਈ, ਸੰਸਕਾਰ ਕੀਤਾ, ਕਹਿੰਦੇ ਵੀ ਹੁਣ ਬਾਕੀ ਸਾਡਾ ਪਰਿਵਾਰ ਦਾ ਖੇਤੀਬਾੜੀ ਦਾ ਕੰਮ ਸੀ। ਕਹਿੰਦਾ ਮੈਂ ਦੂਜੇ ਦਿਨ ਗਿਆ, ਮੈਂ ਸਵੇਰੇ ਉੱਠ ਕੇ ਸਾਰੀ ਰਾਖ ਇਕੱਠੀ ਕਰਕੇ ਆਪਣੀ ਮਾਤਾ ਜੀ ਦੀ ਅੰਗੀਠੇ ਦੀ ਬੋਰੇ 'ਚ ਪਾ ਕੇ ਅਤੇ ਆਪਣੇ ਖੇਤ ਵਿੱਚ ਖਿਲਾਰ ਆਇਆ। ਕਹਿੰਦਾ ਵੀ ਜਦੋਂ ਤੀਜੇ ਦਿਨ, ਚੌਥੇ ਦਿਨ ਸਾਰੇ ਗਏ ਅੰਗੀਠਾ ਸੰਭਾਲਣ, ਵੀ ਚੌਥਾ ਆਪਾਂ ਤਾਂ ਹੀ ਕਹਿੰਦੇ ਵੀ ਚੌਥਾ ਦਿਨ, ਵੀ ਚੌਥੇ ਦਿਨ ਅੱਗ ਠੰਡੀ ਹੋ ਜਾਂਦੀ ਆ। ਕਹਿੰਦਾ ਮੰਮੀ ਨਾਲ ਤੁਰ ਪਏ, ਮੈਂ ਦੱਸਿਆ ਨਾ। ਉਹ ਕਹਿੰਦੇ ਇੱਥੇ ਤਾਂ ਰਾਖ ਹੈ ਹੀ ਕੋਈ ਨਹੀਂ, ਕੌਣ ਲੈ ਗਿਆ? ਕਹਿੰਦਾ ਮੈਂ ਕਿਹਾ ਮੇਰੀ ਮਾਂ ਸੀ, ਮੈਂ ਉਹਦਾ ਦੁੱਧ ਪੀਤਾ ਹੈ, ਉਹਦੇ ਹੱਥ ਦੀ ਰੋਟੀ ਖਾਧੀ ਆ, ਮੈਂ ਆਪਣੀ ਜ਼ਮੀਨ 'ਚ ਖਿਲਾਰ ਆਇਆ। ਜਦੋਂ ਸਾਡੀ ਫਸਲ ਆਇਆ ਕਰੇਗੀ ਘਰ, ਅਸੀਂ ਕਣਕ ਖਾਇਆ ਕਰਾਂਗੇ, ਰੋਟੀ ਖਾਇਆ ਕਰਾਂਗੇ, ਸਾਡੇ ਖੇਤਾਂ 'ਚੋਂ ਮੱਕੀ ਆਇਆ ਕਰੇਗੀ, ਮੈਂ ਮਹਿਸੂਸ ਕਰਿਆ ਕਰਾਂਗਾ ਮਾਂ ਸਾਡੇ ਹਮੇਸ਼ਾ ਸਾਡੇ ਕੋਲ ਹੈ। ਸਾਡੀ ਮਾਂ ਸਾਡੇ ਤੋਂ ਦੂਰ ਨਹੀਂ ਗਈ, ਸਾਡੇ ਕੋਲ ਹੈ। ਜਿਹੜੇ ਲੋਕ ਜ਼ਮੀਨ 'ਚ ਨੱਪਦੇ ਆ, ਤੁਸੀਂ ਵੇਖਿਆ ਕਈ ਵਾਰੀ ਆਪਾਂ ਪੁਰਾਣਾ ਕੋਈ ਮਿੱਟੀ ਪੁੱਟੀਏ, ਘਰ ਬਣਾਉਂਦੇ ਆ, ਥੱਲੇ ਹੱਡੀਆਂ ਨਿਕਲਦੀਆਂ ਨੇ। ਅਕਸਰ ਕਦੀ ਕੋਈ ਕਬਰਸਤਾਨ ਹੋ ਸਕਦਾ, ਕੋਈ ਕਿਸੇ ਨੇ ਕਦੀ ਮੁਰਦਾ ਨੱਪਿਆ ਹੋ ਸਕਦਾ, ਕਦੀ ਕੋਈ ਬੰਦਾ ਨੱਪਿਆ ਹੋ ਸਕਦਾ। ਜਿਹੜੀ ਹੁਣ ਦਰਿਆਵਾਂ 'ਚ ਵੀ ਆਪਾਂ ਸੁੱਟਦੇ ਹਾਂ, ਉੱਥੇ ਰਾਖ ਸਗੋਂ ਇਕੱਠੀ ਹੋ ਜਾਂਦੀ ਆ। ਗੋਇੰਦਵਾਲ ਸਾਹਿਬ ਤੁਹਾਡੇ 'ਚੋਂ ਕਈ ਗਏ ਹੋਣੇ ਨੇ, ਜਦੋਂ ਪਾਣੀ ਮਾੜਾ ਜਿਹਾ ਘਟਦਾ ਹੈ ਉੱਥੇ ਹੱਡੀਆਂ ਦੇ ਢੇਰ ਲੱਗ ਜਾਂਦੇ ਨੇ। ਪਰ ਗੱਲ ਫਿਰ ਉਹ ਆ, ਸਾਡੇ ਅੰਦਰ ਇੱਕ ਡਰ ਬੈਠਾ ਹੁੰਦਾ, ਪੁਰਾਣੀ ਚੜ੍ਹਾਈ ਕਰ ਗਿਆ, ਹੁਣ ਇਹ ਭੂਤ ਬਣ ਗਿਆ, ਇਹਨੂੰ ਦਵਾ ਦਵਾ ਸਾਡੇ ਘਰੋਂ ਲੈ ਜਾਓ। ਉਹੋ ਹੀ ਬੰਦਾ ਵਾ, ਉਹੋ ਹੀ ਮਾਂ ਵਾ, ਉਹੋ ਹੀ ਦਾਦਾ ਦਾਦੀ ਆ, ਜਿਹਦੀ ਕਮਾਈ ਖਾਂਦੇ ਆਪਾਂ। ਉਹੋ ਹੀ ਮਾਂ ਹੁੰਦੀ ਹੈ ਜਿਹੜੀ ਸਾਨੂੰ ਬਚਪਨ ਤੋਂ ਪਾਲਦੀ ਆ, ਵੱਡਿਆਂ ਕਰਦੀ। ਅੱਜ ਡਰ ਕਾਹਦਾ? ਅੱਜ ਕਿਹੜੀ ਚੀਜ਼ ਸਾਨੂੰ ਭੈ ਕਰ ਰਹੀ ਹੈ? ਕਿਹੜੀ ਚੀਜ਼ ਸਾਨੂੰ ਅੰਦਰੋਂ ਡਰਾ ਰਹੀ ਹੈ? ਇਹ ਆਪਣੇ ਪਰਿਵਾਰਾਂ 'ਚੋਂ ਮਨਮਤ ਬਾਹਰ ਕੱਢੋ ਭਾਈ। ਬਾਣੀ ਸਾਨੂੰ ਇਸ ਮਨਮਤ ਵਿੱਚੋਂ ਬਾਹਰ ਕੱਢਦੀ ਆ। ਅਤੇ ਆਪਣੇ ਬਜ਼ੁਰਗਾਂ ਨੂੰ, ਆਪਣੇ ਬੱਚਿਆਂ ਨੂੰ ਕੁਝ ਗੱਲਾਂ ਲਿਖ ਕੇ ਦੇ ਕੇ ਜਾਓ ਕਿ ਪੁੱਤਰ ਜਿਹੜੇ ਮੈਂ ਕੱਪੜੇ ਰੋਜ਼ ਪਾਉਣਾ, ਜਦੋਂ ਮੈਂ ਚੜ੍ਹਾਈ ਕਰਾਂ, ਇਹਨਾਂ 'ਚੋਂ ਇੱਕ ਕੱਪੜਾ, ਇੱਕ ਡਰੈਸ ਕੱਢ ਕੇ ਮੇਰੇ ਗਲ ਪਾ ਦਿਓ। ਜਿਹੜਾ ਖੱਫਣ 'ਤੇ ਪੈਸਾ ਲਾਉਣਾ, ਕਿਸੇ ਲੋੜਵੰਦ ਬੱਚੇ ਨੂੰ ਸਕੂਲ ਦੀ ਵਰਦੀ ਲੈ ਦਿਓ, ਕਿਸੇ ਮਰੀਜ਼ ਨੂੰ ਦਵਾਈ ਦਾ ਪ੍ਰਬੰਧ ਕਰ ਦਿਓ। ਸਾਨੂੰ ਸਮਾਜ ਵਿੱਚ ਕਈ ਲੋਕ ਮਰਨ ਤੋਂ ਬਾਅਦ ਵੀ ਸਮਾਜ ਦੀ ਸੇਵਾ ਕਰ ਜਾਂਦੇ ਆ, ਮਰਨ ਤੋਂ ਬਾਅਦ ਵੀ ਸਮਾਜ ਦੀ ਸੇਵਾ ਕਰ ਜਾਂਦੇ। ਬੜੇ ਬੰਦੇ ਨੇ ਜਿਨ੍ਹਾਂ ਨੇ ਆਪਣੀ ਬੋਡੀ ਨੂੰ ਡੋਨੇਟ ਕੀਤਾ ਹੁੰਦਾ ਹੈ,
ਉਹਨਾਂ ਦੀ ਬੋਡੀ ਕੰਮ ਆਉਂਦੀ ਹੈ, ਅੱਖਾਂ ਕਿਸੇ ਦੇ ਕੰਮ ਆ ਜਾਂਦੀਆਂ, ਸਰੀਰ ਦੇ ਕਈ ਪਾਰਟ ਕੰਮ ਆ ਜਾਂਦੇ, ਅੰਗ ਕੰਮ ਆ ਜਾਂਦੇ ਆ। ਇੱਕ ਉਹ ਬੰਦੇ ਜਿਹੜੇ ਜਿਉਂਦੇ ਵੀ ਕਿਸੇ ਦੇ ਕੰਮ ਆਏ ਅਤੇ ਮਰਨ ਤੋਂ ਬਾਅਦ ਵੀ ਕਿਸੇ ਦੇ ਕੰਮ ਆ ਗਏ। ਕੁਝ ਐਸੇ ਲੋਕ ਹੁੰਦੇ ਜਿਹੜੇ ਜਿਉਂਦੇ ਵੀ ਨਹੀਂ ਕੰਮ ਆਉਂਦੇ ਅਤੇ ਚੜ੍ਹਾਈ ਕਰਨ ਤੋਂ ਬਾਅਦ ਵੀ ਕਿਸੇ ਦਾ ਸਵਾਰ ਨਹੀਂ ਪਾਉਂਦੇ। ਅਸੀਂ ਚੰਗਿਆਂ ਕੰਮਾਂ 'ਚ ਆਪਣੀ ਗਿਣਤੀ ਕਰਾਉਣੀ ਹੈ ਵੀ ਮੈਂ ਚੰਗੇ ਕੰਮ ਕਰ ਸਕਾਂ, ਚੰਗਾ ਇਨਸਾਨ ਬਣ ਸਕਾਂ। ਜਾਣਾ ਸਾਰਿਆਂ ਨੇ, ਕੋ 70 ਸਾਲ, ਕੋ 80 ਸਾਲ, ਕੋ 50 ਸਾਲ, ਕੋ 20 ਸਾਲ, ਕੋ 30 ਸਾਲ, ਪਰ ਕਈ ਬੰਦੇ ਤੁਸੀਂ ਵੇਖੋਗੇ ਥੋੜ੍ਹੀ ਉਮਰ ਦੇ ਵਿੱਚ ਹੀ ਇਹੋ ਜਿਹੀ ਛਾਪ ਛੱਡ ਕੇ ਜਾਂਦੇ। ਲੋਕ ਉਹਨਾਂ ਦੀਆਂ ਉਦਾਹਰਨਾਂ ਦਿੰਦੇ ਨੇ, ਕਿਉਂਕਿ ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਬੱਚੇ ਤਾਂ ਸਾਰੇ ਸਕੂਲ ਵਿੱਚ ਪੜ੍ਹਦੇ ਨੇ, ਪਰ ਸਾਰਿਆਂ ਦੀਆਂ ਫੋਟੋਆਂ ਸਕੂਲ ਦੇ ਬਾਹਰ ਥੋੜ੍ਹਾ ਲੱਗਦੀਆਂ ਨੇ। ਸਾਰੇ ਹੌਸਪੀਟਲ 'ਚ ਮਰੀਜ਼ ਜਾਂਦੇ, ਪਰ ਸਾਰੇ ਠੀਕ ਹੋ ਕੇ ਥੋੜ੍ਹਾ ਆਉਂਦੇ ਨੇ ਨਾ। ਸਾਰਿਆਂ ਜਨਮ ਲਿਆ ਵਾ, ਸਾਰਿਆਂ ਦਾ ਸਫਲ ਥੋੜ੍ਹਾ ਹੁੰਦਾ। ਜਿਨ੍ਹਾਂ ਦੇ ਸਫਲ ਹੁੰਦੇ ਉਹਨਾਂ ਦੀਆਂ ਲੋਕ ਪ੍ਰੇਰਨਾ, ਉਹਨਾਂ ਦਾ ਲੋਕ ਨਾਮ ਲੈਂਦੇ ਆ, ਲੋਕ ਉਹਨਾਂ ਦੀਆਂ ਉਦਾਹਰਨਾਂ ਦੂਜਿਆਂ ਨੂੰ ਦਿੰਦੇ ਆ ਕਿ ਇੱਦਾਂ ਦਾ ਇਨਸਾਨ ਵੀ ਦੁਨੀਆ 'ਤੇ ਹੋਣਾ ਚਾਹੀਦਾ। ਅਸੀਂ ਚੰਗੇ ਕੰਮ ਕਰਕੇ ਚੰਗੇ ਕੰਮ ਕਰਕੇ ਸੰਸਾਰ 'ਤੇ ਜ਼ਿੰਦਗੀ ਜਿਉਣ ਦਾ ਯਤਨ ਕਰਨਾ। ਪਾਤਸ਼ਾਹ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਭਾਈ ਜਿਉਂਦੇ ਜੀ ਆਪਣੇ ਆਵਾਗਾਉਣ ਤੋਂ ਮੁਕਤ ਹੋ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਾਉਣ ਹੋਤ ਹੈ ਫੁਨ ਫੁਨ। ਆ ਜਿਹੜਾ ਆਵਾਗਾਉਣ ਫੁਨ ਫੁਨ ਹੋ ਰਿਹਾ ਵਾ, ਇਹ ਪ੍ਰਸੰਗ ਨਾ ਟੁੱਟੇ। ਜਿਹੜਾ ਪ੍ਰਸੰਗ ਟੁੱਟ ਨਹੀਂ ਰਿਹਾ, ਇਸ ਪ੍ਰਸੰਗ 'ਚੋਂ, ਇਸ ਲੜੀ 'ਚੋਂ ਆਪਣੇ ਆਪ ਨੂੰ ਬਾਹਰ ਕੱਢਣਾ। ਲੜੀ ਪ੍ਰਸੰਗ ਹੁੰਦਾ ਹੈ, ਪ੍ਰਸੰਗ ਨਾ ਟੁੱਟੇ, ਲੜੀ ਨਾ ਟੁੱਟੇ, ਲੜੀ ਨਹੀਂ ਟੁੱਟ ਰਹੀ। ਜਿਵੇਂ ਆਪਾਂ ਪ੍ਰਸੰਗ ਸ਼ਬਦ ਨਹੀਂ ਬੋਲਦੇ, ਮੇਰਾ ਪ੍ਰਸੰਗ ਨਹੀਂ ਅਜੇ ਪੂਰਾ ਹੋਇਆ। ਜਦੋਂ ਆਪਣੇ ਕੋਲ ਢਾਡੀ ਵੀਰ, ਕੋਈ ਕਵੀਸ਼ਰ ਵੀਰ ਜਦੋਂ ਕੋਈ ਪ੍ਰਸੰਗ ਸੁਣਾਉਂਦੇ ਆ, ਇਤਿਹਾਸ ਸੁਣਾਉਂਦੇ, ਉਹ ਕਹਿੰਦੇ ਨਹੀਂ ਅਜੇ ਮੈਂ ਪ੍ਰਸੰਗ ਸੁਣਾ ਰਿਹਾ ਵਾਂ, ਅਜੇ ਮੇਰਾ ਕੰਪਲੀਟ ਨਹੀਂ ਹੋਇਆ। ਕਹਿੰਦੇ ਇਹ ਪ੍ਰਸੰਗ ਨਾ ਟੁੱਟੇ। ਕਿਹੜਾ ਪ੍ਰਸੰਗ? ਵੀ ਕਦੀ ਕਿਹਦਾ ਤਨ ਵੇਖ ਕੇ ਮਰ ਜਾਣਾ, ਕਦੀ ਕਿਹਦਾ ਧਨ ਵੇਖ ਕੇ ਮਰ ਜਾਣਾ। ਇਹ ਮੇਰੀ ਲੜੀ ਟੁੱਟ ਹੀ ਨਹੀਂ ਰਹੀ, ਮੈਂ ਇਸ ਆਵਾਗਾਉਣ 'ਚੋਂ ਬਾਹਰ ਨਿਕਲ ਹੀ ਨਹੀਂ ਰਿਹਾ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ। ਇਹ ਪ੍ਰਸੰਗ ਨਾ ਟੁੱਟੈ, ਇਹ ਪ੍ਰਸੰਗ, ਇਹ ਲੜੀ ਟੁੱਟ ਹੀ ਨਹੀਂ ਰਹੀ। ਤਾਂ ਭਗਤ ਰਵਿਦਾਸ ਜੀ ਨੇ ਕਿਹਾ ਸੀ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਸਾਡੇ ਵਰਗਾ ਨਿਮਾਣਾ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਅਬ ਪਤਿਆਰ ਕਾ ਕੀਜੈ, ਬਚਨੀ ਤੋਰ ਮੋਰ ਮਨ ਮਾਨੈ। ਤੁਹਾਡਿਆਂ ਬਚਨਾਂ 'ਤੇ ਮੇਰਾ ਮਨ ਮੰਨ ਜਾਏ, ਜਨ ਕੋ ਪੂਰਨ ਦੀਜੈ। ਹਾਂ ਬਲ ਬਲ ਜਾਉ ਰਮਈਆ ਕਾਰਨੇ, ਮੈਂ ਕੁਰਬਾਨ ਜਾਨਾ ਹੈ ਰਮੇ ਹੋਏ ਪ੍ਰਮਾਤਮਾ ਤੁਹਾਡੇ ਕੰਮਾਂ ਤੋਂ। ਕਾਰਨ ਕਵਨ ਅਬੋਲ, ਬਹੁਤ ਜਨਮ ਬਿਸ਼ਰੇ ਤੇ ਮਾਧੋ। ਬਹੁਤ ਜਨਮ ਦਾ ਅਰਥ ਕੀ ਹੈ? ਜਨਮ ਦਾ ਬਹੁਤਾ ਹਿੱਸਾ। ਇਹਦਾ ਮਤਲਬ ਇਹ ਨਹੀਂ ਬਹੁਤੇ ਜਨਮ, ਨਹੀਂ। ਇਹਦਾ ਮਤਲਬ ਜਨਮ ਦਾ ਬਹੁਤ ਵੱਡਾ ਹਿੱਸਾ ਤੁਹਾਡੇ ਤੋਂ ਮੈਂ ਵਿਛੜ ਕੇ ਲੰਘ ਆ ਲਿਆ। ਜਿਵੇਂ ਆਮ ਬੰਦਾ ਨਹੀਂ ਕਹਿੰਦਾ ਮੈਨੂੰ ਤਾਂ ਹੁਣ ਗੁਰਮਤਿ ਦੀ ਸਮਝ ਆਈ, ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਤੇ ਮੈਂ ਸੁੱਤਿਆਂ ਲੰਘਾ ਛੱਡਿਆ। ਹੁਣ ਮੰਨ ਲਓ ਕਿਸੇ ਬੰਦੇ ਦੀ ਉਮਰ ਹੋਵੇ ਅੱਜ 50 ਸਾਲ, ਉਹਨੂੰ ਅੱਜ ਗੁਰਮਤਿ ਦੀ ਸਮਝ ਲੱਗੀ ਹੋਵੇ, ਤਾਂ ਉਹ ਕਹਿੰਦਾ ਭਰਾਵਾ ਜਿਹੜੇ ਮੈਂ ਪਹਿਲੇ 50 ਲੰਘਾਏ ਉਹਦੇ ਦੇ ਬਾਰੇ ਤਾਂ ਮੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਤੇ ਮੈਂ ਇੱਦਾਂ ਸੁੱਤਿਆਂ ਲੰਘਾ ਛੱਡਿਆ। ਮੈਨੂੰ ਤਾਂ ਅੱਜ ਪਤਾ ਲੱਗਦਾ ਬਹੁਤ ਜਨਮ, ਜਾਣੀ ਕਿ ਜਨਮ ਦਾ ਬਹੁਤਾ ਹਿੱਸਾ, ਬਹੁਤ ਜਨਮ ਬਿਸ਼ਰੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ। ਆਹ ਜਿਹੜਾ ਜਨਮ ਹੁਣ ਹੋਇਆ ਨਾ, ਮੈਨੂੰ ਸਮਝ ਆਈ ਆ, ਇਹ ਹੁਣ ਮੈਂ ਤੁਹਾਡੇ ਲੇਖੇ ਲਾਉਣਾ ਚਾਹੁੰਦਾ। ਪਹਿਲਾਂ ਤਾਂ ਸੁੱਤਿਆਂ ਲੰਘਾ ਛੱਡੀ। ਇਹਦਾ ਅਰਥ ਇਹ ਨਾ ਲੈ ਲਓ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਮੈਂ ਵਿਛੜ ਚੁੱਕਾ ਸੀ ਪਹਿਲਾਂ। ਨਹੀਂ, ਜਨਮ ਦਾ ਬਹੁਤਾ ਹਿੱਸਾ, ਜਨਮ ਦਾ ਬਹੁਤ ਵੱਡਾ ਹਿੱਸਾ। ਜਿਵੇਂ ਕਈਆਂ ਦੀ 20 ਸਾਲ ਲੰਘ ਜਾਂਦੀ ਸੁੱਤਿਆਂ ਦੀ, ਕਈਆਂ ਦੀ 30 ਲੰਘ ਜਾਂਦੀ ਆ, ਕਈਆਂ ਦੀ 40 ਲੰਘ ਜਾਂਦੀ ਆ, ਕਈਆਂ ਦੀ 50 ਲੰਘ ਜਾਂਦੀ ਆ, ਕਈਆਂ ਦੀ ਤਾਂ ਸਾਰੀ ਦੀ ਸਾਰੀ ਲੰਘ ਜਾਂਦੀ ਹੈ। ਜਦੋਂ ਜਾਗੀਏ ਉਦੋਂ ਸਵੇਰਾ, ਜਿੱਦਣ ਸਮਝ ਆ ਜਾਏ ਉਦੋਂ ਤੋਂ ਚੰਗੇ ਕੰਮਾਂ ਦੀ ਗਿਣਤੀ ਜੀਵਨ 'ਚ ਵਧਾ ਦਿਓ, ਮਾੜੇ ਕੰਮਾਂ ਦੀ ਗਿਣਤੀ ਘਟਾ ਦਿਓ। ਬਸ ਬਾਣੀ ਇਹੋ ਸਿਖਾਉਂਦੀ ਸਾਨੂੰ। ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਸਾਰੇ ਬੋਲੋ। ਬਹੁਤ ਜਨਮ, ਉੱਚੀ ਬੋਲੋ ਸਾਰੀ ਸੰਗਤ। ਬਹੁਤ ਜਨਮ ਬਿਸ਼ਰੇ ਥੇ ਮਾਧੋ। ਹੇ ਮਾਧੋ, ਹੇ ਮਾਇਆ ਦੇ ਪਤੀ ਅਕਾਲ ਪੁਰਖ ਜੀ, ਮੈਂ ਜ਼ਿੰਦਗੀ ਦਾ, ਜੀਵਨ ਦਾ, ਇਸ ਜਨਮ ਦਾ ਬਹੁਤਾ ਹਿੱਸਾ ਤੁਹਾਡੇ ਨਾਲੋਂ ਵਿਛੜਿਆ ਹੀ ਰਿਹਾ। ਬਹੁਤਾ ਹਿੱਸਾ ਮੰਨ ਲਓ ਹੁਣ ਕਿਸੇ ਦੀ 70 ਵਾ ਅਤੇ 50 ਸਾਲ ਵਿਛੜਿਆ ਰਿਹਾ, 20 ਸਾਲ ਮੈਨੂੰ ਸਮਝ ਆਈ, ਆਪੇ ਗੱਲ ਹੋ ਗਈ ਨਾ, ਬਹੁਤਾ ਹਿੱਸਾ ਵਿਛੜਿਆ ਰਿਹਾ। ਇਸ ਕਰਕੇ ਆਪਾਂ ਬਹੁਤਾ ਹਿੱਸਾ ਵਿਛੜ ਕੇ ਨਹੀਂ, ਬਹੁਤਾ ਹਿੱਸਾ ਅਸੀਂ ਸੱਚ ਨਾਲ ਜੁੜ ਕੇ ਬਤੀਤ ਕਰਨਾ। ਆਮ ਕਈ ਵਾਰੀ ਕਿਹਾ ਜਾਂਦਾ ਅਜੇ ਤਾਂ ਖਾਣ ਪੀਣ ਦੇ ਦਿਨ ਹੈ ਜੇ, ਹੁਣ ਇਹਨੇ ਸੁਧਰ ਕੇ ਕੀ ਲੈਣਾ। ਇਹਦਾ ਮਤਲਬ ਅਸੀਂ ਚਾਹੁੰਦੇ ਕਿ ਪਹਿਲਾਂ ਬੰਦਾ ਵਿਗੜ ਜੇ ਨਾ। ਭਾਈ ਬਚਪਨ ਤੋਂ ਇਸ ਬੰਨੇ, ਜਵਾਨੀ ਤੋਂ ਇਸ ਬੰਨੇ, ਜੋਬਨ ਇਸ ਬੰਨੇ, ਬੁਢੇਪੇ ਤੱਕ ਕਾਇਆ ਵਧੀਆ ਰਹੇਗੀ। ਜਿਨ੍ਹਾਂ ਘਰਾਂ 'ਚ ਨਸ਼ੇ ਆਏ ਪੁੱਛ ਕੇ ਵੇਖੋ ਉਹਨਾਂ ਨੂੰ, ਕਿੱਦਾਂ ਜ਼ਿੰਦਗੀਆਂ ਤਬਾਹ ਹੁੰਦੀਆਂ ਨੇ।
ਕਿੱਦਾਂ ਉਹ ਭੈਣਾਂ ਰੋਂਦੀਆਂ ਨੇ, ਕਿਵੇਂ ਮਾਵਾਂ ਰੋਂਦੀਆਂ ਨੇ, ਕਿਵੇਂ ਉਹ ਵਿਚਾਰੀਆਂ ਨਾ ਸੁਹਾਗਣਾਂ 'ਚ ਗਿਣਤੀ ਉਹਨਾਂ ਦੇ, ਨਾ ਉਹ ਵਿਚਾਰੀਆਂ ਇਹ ਕਹਿ ਸਕਦੀਆਂ ਕਿ ਮੇਰੇ ਸਿਰ ਦਾ ਉਹ ਵਿਚਾਰੀਆਂ ਕਿੱਦਾਂ ਜੀਵਨ ਗੁਜ਼ਾਰ ਰਹੀਆਂ ਨੇ। ਕਦੀ ਸੋਚ ਕੇ ਵੇਖਿਆ? ਜਿਹੜੀਆਂ ਕਿਸੇ ਨਸ਼ੇੜੀ ਦੇ ਲੜ ਲੱਗ ਜਾਂਦੀਆਂ ਨੇ। ਪੱਲਾ ਫੜਨਾ ਬੜਾ ਸੌਖਾ ਹੈ, ਪੱਲੇ ਟੈਂਡੇ ਲੱਗੀ, ਮਾਂ ਬਾਪ ਆਪਣੇ ਸਿਰੋਂ ਬੋਝ ਲਾਹ ਦਿੰਦਾ ਹੈ, ਪਰ ਸਾਰੀ ਜ਼ਿੰਦਗੀ ਉਹਨਾਂ ਵਿਚਾਰੀਆਂ ਦੀ ਇੱਦਾਂ ਲੰਘ ਜਾਂਦੀ ਹੈ। ਕਈ ਚੰਗੇ ਚੰਗੇ ਪਰਿਵਾਰਾਂ ਦੀਆਂ ਧੀਆਂ ਕਿਸੇ ਨਸ਼ੇੜੀ ਦੇ ਲੜ ਲੱਗ ਜਾਣ, ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਬੱਚਿਆਂ ਕਰਕੇ ਵਿਚਾਰੀਆਂ ਨੂੰ ਕੰਪਰੋਮਾਈਜ਼ ਕਰਨਾ, ਸਮਝੌਤਾ ਕਰਨਾ ਪੈਂਦਾ ਹੈ। ਬਰਤਨ ਮਾਂਜ ਕੇ, ਲੋਕਾਂ ਘਰਾਂ ਝਾੜੂ ਪੋਚੇ ਲਾ ਕੇ, ਬੱਚਿਆਂ ਕਰਕੇ ਜਦੋਂ ਸਿਰੋਂ ਪਾਣੀ ਲੰਘ ਜਾਂਦਾ, ਫਿਰ ਵਿਚਾਰੀਆਂ ਜੀਵਨ ਲੀਲਾ ਵੀ ਆਪਣੀਆਂ ਖਤਮ ਕਰ ਲੈਂਦੀਆਂ ਨੇ। ਕਈ ਆਪਾਂ ਆਏ ਦਿਨ ਪੜ੍ਹਦੇ ਹਾਂ। ਸਮਾਜ ਕੀ ਆ? ਅਸੀਂ ਕਈ ਵਾਰੀ ਕੋਈ ਬੰਦਾ ਕੰਮ ਨਾ ਕਰਦਾ ਹੋਵੇ, ਨਕੰਮਾ ਹੋਵੇ, ਅਸੀਂ ਡੰਗਰ ਕਹਿ ਕੇ, ਪਸ਼ੂ ਕਹਿ ਕੇ, ਜਾ ਪਸ਼ੂਆ ਜਾ, ਜਾਂ ਡੰਗਰਾ ਜਾ ਸ਼ਬਦ ਬੋਲ ਦਿੰਦੇ ਆਪਾਂ ਕਿਸੇ ਨੂੰ। ਕੋਈ ਬੰਦਾ ਕਮਾਈ ਨਾ ਕਰਦਾ ਹੋਵੇ, ਔਰਤ ਲੋਕਾਂ ਦੇ ਘਰਾਂ 'ਚ ਬਰਤਨ ਮਾਂਜ ਕੇ ਆਪਣੇ ਬੱਚੇ ਪਾਲਦੀ ਹੋਵੇ, ਲੋਕਾਂ ਦੇ ਘਰਾਂ ਝਾੜੂ ਪੋਚੇ ਲਾ ਕੇ ਆਪਣੇ ਬੱਚੇ ਪਾਲਦੀ ਹੋਵੇ, ਅਤੇ ਉਹਦਾ ਪਤੀ ਕੰਮ 'ਤੇ ਕੀ ਕਰਨਾ, ਉਲਟਾ ਪਤਨੀ ਨੂੰ ਮਾਰ ਕੁੱਟ ਕੇ ਜਿਹੜੇ 4 ਪੈਸੇ ਜੋੜੇ ਉਹ ਵੀ ਖੋਹ ਕੇ ਨਸ਼ਾ ਕਰ ਆਵੇ। ਅਤੇ ਇਹੋ ਜਿਹੇ ਬੰਦੇ ਨੂੰ ਤੁਸੀਂ ਕਹੋਗੇ ਪਸ਼ੂ, ਡੰਗਰ, ਜਾਂ ਡੰਗਰਾ ਜਾ। ਮੈਂ ਕਹਿੰਦਾ ਸ਼ੁਕਰ ਕਰੋ ਵੀ ਪਸ਼ੂ ਬੋਲਦੇ ਨਹੀਂ ਤਾਂ ਕਹਿਣ ਇਹਨੂੰ ਤੁਸੀਂ ਡੰਗਰ ਕਹਿ ਕੇ ਸਾਡਾ ਅਪਮਾਨ ਕੀਤਾ, ਕਿਉਂਕਿ ਪਸ਼ੂ ਚੰਗਾ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ। ਪਸ਼ੂ ਨੂੰ ਤੇ ਰਾਤ ਪੱਠੇ ਪਾ ਦਈਏ ਨਾ, ਸਵੇਰੇ ਬਾਲਟੀ, ਅੱਧੀ ਬਾਲਟੀ ਦੁੱਧ ਹੀ ਭਰ ਦਿੰਦਾ। ਹੁਣ 4-5 ਗਾਵਾਂ ਮੱਝਾਂ ਰੱਖੀਆਂ ਹੋਣ ਤਾਂ ਸਾਰੇ ਪਰਿਵਾਰ ਦਾ ਖਰਚਾ ਮੱਝਾਂ ਗਾਵਾਂ ਦੇ ਸਿਰ ਤੋਂ ਚੱਲਦਾ। ਜੇ ਉਹ ਪਸ਼ੂ ਇਕੱਠੇ ਹੋ ਕੇ ਬੋਲ ਪੈਣ, ਇੱਦਾਂ ਬਗਾਵਤ ਕਰ ਦੇਣ ਕਿ ਇਸ ਬੰਦੇ ਨੂੰ ਤੁਸੀਂ ਡੰਗਰ ਕਹਿ ਦਿੱਤਾ, ਸਾਡਾ ਅਪਮਾਨ ਕੀਤਾ, ਇਹ ਤਾਂ ਆਪਣੀ ਕੰਮ ਤਾਂ ਕੀ ਕਰਨਾ, ਆਪਣੀ ਪਤਨੀ ਨੂੰ ਮਾਰ ਕੇ ਵੀ ਪੈਸੇ ਖੋਹ ਕੇ ਲੈ ਜਾਂਦਾ ਸੀ। ਅਸੀਂ ਤਾਂ 4-5 ਪਸ਼ੂ ਰਲ ਕੇ ਸਾਰੇ ਪਰਿਵਾਰ ਦਾ ਖਰਚਾ ਚੁੱਕ ਰਹੇ ਹਾਂ। ਸਾਡੇ ਦੁੱਧ ਨੂੰ ਵੇਚ ਕੇ ਤਾਂ ਤੁਸੀਂ ਬੱਚੇ ਪੜ੍ਹਾ ਰਹੇ ਜੇ। ਤੁਹਾਡੇ ਘਰ 'ਚ ਕਿੰਨਾ ਰਾਸ਼ਨ ਸਾਡੇ ਦੁੱਧ ਵੇਚ ਕੇ ਆ ਰਿਹਾ, ਫਿਰ ਇਹਨੂੰ ਪਸ਼ੂ ਕਹਿ ਕੇ ਤੁਸੀਂ ਸਾਡਾ ਅਪਮਾਨ ਨਹੀਂ ਕੀਤਾ। ਅਸੀਂ ਕਈ ਵਾਰੀ ਪਸ਼ੂ ਕਹਿ ਦਿੰਦੇ ਅਤੇ ਬੰਦਾ ਪਸ਼ੂ 'ਤੇ ਵੀ ਗੁੱਸਾ ਕਰਦਾ, ਮੈਨੂੰ ਡੰਗਰ ਕਿਉਂ ਕਿਹਾ। ਪਰ ਪਸ਼ੂ ਚੰਗਾ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਇਸ ਕਰਕੇ ਮੈਂ ਆਪਣੇ ਆਪ ਨੂੰ ਚੰਗੇ ਇਨਸਾਨਾਂ ਤੋਂ ਲੈ ਕੇ, ਜਿਵੇਂ ਬਾਣੀ 'ਚ ਰੱਖਿਆ ਨਾ ਕਿ ਤੂੰ ਦੇਵਤਾ ਬਣਨਾ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਕਿਹੜਾ ਦੇਵਤਾ? ਦੈਵੀ ਗੁਣਾਂ ਵਾਲਾ ਦੇਵਤਾ। ਆਪਣੇ ਵਿੱਚੋਂ ਦੈਵੀ ਗੁਣ ਪ੍ਰਗਟ ਕਰਨੇ ਆ। ਅਸੀਂ ਦੇਵਤੇ ਇਨਸਾਨ ਬਣਨਾ, ਚੰਗੇ ਇਨਸਾਨ ਬਣਨਾ, ਲੋਕ ਐਗਜ਼ੈਂਪਲ ਦੇਣ, ਇਹ ਬੰਦਾ ਕਿੱਡਾ ਵਧੀਆ ਬਈ। ਆਪਣੀ ਜ਼ਿੰਦਗੀ ਵਿੱਚੋਂ ਦੈਵੀ ਗੁਣ ਪ੍ਰਗਟ ਕਰਨੇ ਆ। ਉਹ ਦੈਵੀ ਗੁਣ ਜਿਨ੍ਹਾਂ ਨੂੰ ਭਾਈ ਸੱਤਾ ਬਲਵੰਡ ਜੀ ਭੈਣ ਭਰਾ ਆਖਦਾ ਗੁਰੂ ਨਾਨਕ ਸਾਹਿਬ ਦੇ, ਨਾਉ ਕਰਤਾ ਕਾਦਰ ਕਰੇ, ਜਿਹਦਾ ਨਾਮਣਾ ਕਰਤਾ ਆਪ ਉੱਚਾ ਕਰੇ, ਕਿਉਂ ਬੋਲ ਹੋਵੇ ਜੋ ਖੀਮਦਾ। ਦੁਨੀਆ ਦੇ ਲੋਕ ਉਹਨੂੰ ਆਪਣੇ ਬੋਲਾਂ ਨਾਲ ਕਿਵੇਂ ਉੱਚਾ ਕਰ ਲੈਣਗੇ। ਦੇ ਗੁਣਾ 7 ਭੈਣ ਭਰਾ ਹੈ। ਦੈਵੀ ਗੁਣ ਗੁਰੂ ਨਾਨਕ ਸਾਹਿਬ ਦੇ ਸਕੇ ਭੈਣ ਭਰਾ ਵਾ, ਪਾਰੰਗਤ ਦਾਨ ਪੜੀਮਦੇ। ਵੇਖੋ ਕਿੱਡੀ ਪਿਆਰੀ ਬਾਤ ਹੈ। ਸਰੀਰ ਦੀ ਭੈਣ ਬੇਬੇ ਨਾਨਕੀ ਆ, ਪਰ ਮਨ ਦਾ ਅੰਦਰ ਦਾ ਜਿਹੜਾ ਕੁਟੰਬ ਆ ਭੈਣ ਭਰਾ, ਉਹ ਦੈਵੀ ਗੁਣ ਵਾ। ਇਸੇ ਕਰਕੇ ਆਖਦੇ ਨੇ ਇੱਕ ਪਿਤਾ ਇੱਕ ਸਕੇ ਹਮ ਬਾਰਗ, ਤੂੰ ਮੇਰਾ ਗੁਰਹਾਈ। ਆਪਾਂ ਜਿੰਨੇ ਬੈਠੇ, ਸਾਡੇ ਸਾਰਿਆਂ ਦੇ ਮਾਂ ਬਾਪ ਦੇ ਨਾਂ ਅਲੱਗ-ਅਲੱਗ ਵਾ। ਸਾਡੇ ਮਾਂ ਦਾ ਨਾਂ ਹੋਰ ਹੈ, ਪਿਤਾ ਦਾ ਨਾਮ ਹੋਰ ਹੈ, ਪਰ ਇੱਥੇ ਕਿਹਾ ਇੱਕ ਪਿਤਾ ਇੱਕ ਸਕੇ ਹਮ ਬਾਰਗ, ਤੂੰ ਮੇਰਾ ਗੁਰਹਾਈ। ਇਹਦਾ ਕੀ ਮਤਲਬ ਹੈ? ਬਾਹਰੀ ਤੌਰ 'ਤੇ ਸਾਡੇ ਮਾਂ ਬਾਪ ਸਾਰਿਆਂ ਦੇ ਅਲੱਗ-ਅਲੱਗ ਵਾ, ਪਰ ਅੰਦਰੂਨੀ ਤੌਰ 'ਤੇ ਜਿਹੜਾ ਸਾਡਾ ਅੰਦਰ ਦਾ ਜੀਵਨ ਹੈ ਨਾ, ਅੱਛਾ ਸਰੀਰ ਨੂੰ ਜੀਵਨ ਦੇਣ ਵਾਲਾ ਸਾਡਾ ਮਾਂ ਬਾਪ ਅਲੱਗ-ਅਲੱਗ ਹੋ ਸਕਦਾ ਹੈ। ਕਿਸੇ ਦੀ ਮਾਂ ਦਾ ਨਾਂ ਕੋਈ ਹੈ, ਕਿਸੇ ਦੇ ਪਿਤਾ ਦਾ ਕੋਈ ਨਾਮ ਹੈ, ਪਰ ਜਿਹੜਾ ਮੇਰੇ ਅੰਦਰਲਾ ਜੀਵਨ ਹੈ ਨਾ, ਇਹਦੀ ਮਾਂ ਵੀ ਇੱਕੋ ਹੈ ਅਤੇ ਇਹਦਾ ਪਿਓ ਵੀ ਇੱਕ ਹੈ। ਤਾਂ ਆਖਿਆ ਅਸੀਂ ਏਕ ਪਿਤਾ ਏਕ ਸਕੇ ਹਮ ਬਾਰਗ, ਸਾਰੇ ਬੋਲੋ ਤੂੰ ਮੇਰਾ ਗੁਰਹਾਈ। ਅਸੀਂ ਅੰਦਰੋਂ ਭੈਣ ਭਰਾ ਵਾਂ। ਜੇ ਭੈਣ ਭਰਾ ਨਾ ਹੋਈਏ ਤਾਂ ਸਾਡਾ ਖੂਨ ਕਿਉਂ ਮੈਚ ਕਰੇ ਇੱਕ ਦੂਜੇ ਨਾਲ? ਕੋਈ ਬੰਦਾ ਕਿਸੇ ਸਟੇਟ ਦਾ ਹੈ, ਕੋਈ ਬੰਦਾ ਕਿਸੇ ਦੇਸ਼ ਦਾ ਹੈ, ਉਹਦਾ ਖੂਨ ਵੀ ਮੈਚ ਕਰਦਾ, ਉਹਦੇ ਪਾਰਟ ਵੀ ਮੈਚ ਕਰਦੇ। ਅੱਜ ਲੋਕ ਕਿਡਨੀ ਇੱਕ ਦੂਜੇ ਨੂੰ ਦਿੰਦੇ ਆ, ਉਦੋਂ ਵੀ ਉਹ ਪੂਰਾ ਮੈਚ ਵਹਿੰਦੇ ਆ ਵੀ ਇਹਦਾ ਖੂਨ ਗਰੁੱਪ ਹਰ ਇੱਕ ਚੀਜ਼ ਮੈਚ ਕਰਦੀ। ਕਈ ਵਾਰੀ ਮਾਂ ਪੁੱਤ ਦੀ ਨਹੀਂ ਮੈਚ ਕਰਦੀ, ਹਸਬੈਂਡ ਵਾਈਫ ਦੀ ਨਹੀਂ ਮੈਚ ਕਰਦੀ, ਪਰਿਵਾਰ ਦੇ ਕਿਸੇ ਹੋਰ ਮੈਂਬਰ ਦੀ ਮੈਚ ਕਰ ਜਾਂਦੀ। ਇਹ ਪਤਾ ਥੋੜ੍ਹਾ, ਪਰ ਪਿਓ ਇੱਕ ਹੈ ਨਾ ਸਾਡਾ ਸਾਰਿਆਂ ਦਾ ਅੰਦਰੂਨੀ ਤੌਰ 'ਤੇ ਇੱਕ ਪਿਤਾ। ਜੇ ਗੱਲਾਂ ਨੂੰ ਅਸੀਂ ਬਾਣੀ ਨੂੰ ਇੱਦਾਂ ਸਮਝੀਏ, ਫਿਰ ਕੋਈ ਨਫ਼ਰਤ ਰਹੇਗੀ, ਕੋਈ ਸਾੜਾ ਰਹੇਗਾ। ਫਿਰ ਤਾਂ ਇਹ ਹੋ ਗਿਆ ਯਾਰ ਮੈਂ ਕਿਹਦੇ ਨਾਲ ਨਫ਼ਰਤ ਕਰਦਾ। ਬਾਣੀ ਮੁਤਾਬਕ ਤਾਂ ਆਪਾਂ ਸਾਰੇ ਭੈਣ ਭਰਾ ਵਾਂ,
ਸਾਰੇ ਇੱਕੋ ਪਿਓ ਦੇ ਪੁੱਤ ਵਾਂ ਆਪਾਂ। ਤੂੰ ਸਾਂਝਾ ਸਾਹਿਬ, ਸਾਰੇ ਬੋਲੋ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤੂੰ ਸਾਡਾ ਸਾਰਿਆਂ ਦਾ ਸਾਂਝਾ ਪਿਓ ਹੈ, ਅਸੀਂ ਤੇਰੇ ਬੱਚੇ ਹਾਂ। ਤਾਂ ਭਗਤ ਕਬੀਰ ਨੇ ਆਖਿਆ, ਹਉ ਪੁੱਤ ਤੇਰਾ ਤੂੰ ਬਾਪ ਮੇਰਾ, ਏਕੇ ਠਾਹਰ ਦੋਹਾਂ ਬਸੇਰਾ। ਹਉ ਪੁੱਤ ਤੇਰਾ, ਮੈਂ ਤੁਹਾਡਾ ਪੁੱਤ ਹਾਂ, ਤੁਸੀਂ ਮੇਰੇ ਬਾਪ ਹੋ। ਹੁਣ ਆਪਣਾ ਦੋਵਾਂ ਪਿਓ ਪੁੱਤਰਾਂ ਦਾ ਇੱਕੇ ਘਰ 'ਚ ਹੀ ਵਾਸਾ ਹੋ ਗਿਆ। ਹਉ ਪੁੱਤ ਤੇਰਾ ਤੂੰ ਬਾਪ ਮੇਰਾ, ਏਕੇ ਠਾਹਰ ਦੋਹਾਂ ਬਸੇਰਾ। ਹੁਣ ਆਪਾਂ ਇੱਕੇ ਘਰ 'ਚ ਦੋਵੇਂ ਰਹਿਣ ਲੱਗ ਪਏ ਹਾਂ। ਹੁਣ ਆਪਾਂ ਇੱਕ ਘਰ ਤੋਂ ਵੱਖ ਨਹੀਂ ਹੈਗੇ। ਕਿਉਂ? ਕਿਉਂਕਿ ਸਾਡਾ ਪਿਓ ਇੱਕ ਹੈ। ਜਦੋਂ ਆਪਾਂ ਇੱਦਾਂ ਬਾਣੀ ਨੂੰ ਸਮਝਾਂਗੇ, ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਪਤਾ ਲੱਗੇਗਾ। ਤਾਂ ਪਾਤਸ਼ਾਹ ਇੱਥੇ ਸਮਝਾਉਂਦੇ ਨੇ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਮੈਂ ਜਿਉਂਦੇ ਵੇਖੇ ਨੇ ਜਿਹੜੇ ਹਰੀ ਨੂੰ ਧਿਆਉਂਦੇ ਨੇ, ਜਿਹੜੇ ਸੱਚ ਨਾਲ ਜੁੜਦੇ ਨੇ। ਸਾਧ ਸੰਗਤ ਨਹੀਂ ਦਰਸ਼ਨ ਪਾਇਆ। ਉਹ ਸੱਤ ਦੀ ਸੰਗਤ ਵਿੱਚ ਜੁੜ ਕੇ ਉਹ ਮਾਲਕ ਦੇ ਦਰਸ਼ਨ ਕਰਦੇ ਆ। ਅਤੇ ਦਰਸ਼ਨ ਕਿਵੇਂ ਕਰਨੇ ਆ? ਉਹ ਆਪਣੀ ਜ਼ਿੰਦਗੀ 'ਚੋਂ ਮਾਲਕ ਨੂੰ ਸੁਣਦੇ ਆ, ਸਮਝਦੇ ਆ, ਵਿਚਾਰਦੇ ਆ। ਜਬ ਦੇਖਾਂ ਤਬ ਗਾਵਾਂ ਵਾਲਾ ਉਹ ਵਿਸ਼ਾ ਆਪਣੀ ਜ਼ਿੰਦਗੀ 'ਚ ਕਲੀਅਰ ਕਰ ਲੈਂਦੇ ਆ ਕਿ ਮੈਂ ਮਾਲਕ ਨੂੰ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰ ਲਿਆ। ਜਿਵੇਂ ਅਸੀਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਗੁਰ ਨਾਇਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਨ੍ਹਾਂ ਨੇ ਅੱਖਾਂ ਦੁਆਰਾ, ਕੰਨਾਂ ਦੁਆਰਾ, ਜ਼ੁਬਾਨ ਦੁਆਰਾ ਉਸ ਗੁਰੂ ਦੇ ਸਿਧਾਂਤ ਨੂੰ ਪੜ੍ਹਿਆ ਵੀ ਆ, ਸੁਣਿਆ ਵੀ ਆ, ਅਤੇ ਸਿਧਾਂਤ ਨੂੰ ਉਸ ਵਿਚਾਰ ਦੁਆਰਾ ਸਮਾਜ ਵਿੱਚ ਵੇਖਿਆ ਵੀ ਆ। ਅਸਲੀ ਦਰਸ਼ਨ ਉਹਨਾਂ ਨੇ ਕੀਤੇ ਆ। ਨਾਇਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ। ਇੱਦਾਂ ਤਾਂ ਸਾਰਿਆਂ ਵੇਖਿਆ ਵਾ, ਇੱਦਾਂ ਤਾਂ ਤੁਸੀਂ ਵੇਖ ਰਹੇ ਹੋ, ਮੈਂ ਵੀ ਵੇਖ ਰਿਹਾ। ਇੱਦਾਂ ਦੇ ਛਾਪੇਖਾਨੇ ਜਿਹੜੇ ਸਰੂਪ ਛਾਪਦੇ ਉਹਨਾਂ ਨੇ ਵੇਖਿਆ। ਅਸਲੀ ਵੇਖਣਾ ਪਤਾ ਕੀ ਹੈ? ਜਿਨ੍ਹਾਂ ਦੀ ਜ਼ੁਬਾਨ ਗੁਰੂ ਮੁਤਾਬਕ ਬੋਲੇ, ਜਿਨ੍ਹਾਂ ਦੇ ਕੰਨ ਗੁਰੂ ਮੁਤਾਬਕ ਸੁਣਨ, ਜਿਨ੍ਹਾਂ ਦੇ ਕੰਮ ਗੁਰੂ ਦੀ ਸਿੱਖਿਆ ਮੁਤਾਬਕ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਵੇਖਿਆ ਹੀ ਉਹਨਾਂ ਨੇ ਆ ਜਿਨ੍ਹਾਂ ਨੇ ਸੁਣਿਆ ਵਾ। ਜਿਨ੍ਹਾਂ ਨੇ ਸੁਣਿਆ ਹੀ ਨਹੀਂ, ਉਹਨਾਂ ਨੇ ਵੇਖਿਆ ਵੀ ਨਹੀਂ ਗੁਰੂ ਨੂੰ। ਗੁਰੂ ਨਾਨਕ, ਸਾਰੇ ਬੋਲੋ, ਗੁਰੂ ਨਾਨਕ ਜਿਨ ਸੁਣਿਆ। ਸੁਣਿਆ ਵੇਖਿਆ ਇਕੱਠਾ ਨਹੀਂ ਪੜ੍ਹਨਾ, ਨਹੀਂ ਨਹੀਂ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਵੇਖਿਆ ਹੀ ਉਹਨੇ ਆ ਜਿਹਨੇ ਸੁਣਿਆ ਵਾ। ਜਿਹਨੇ ਸੁਣਿਆ ਹੀ ਨਹੀਂ, ਉਹਨੇ ਵੇਖਿਆ ਵੀ ਨਹੀਂ। ਅਤੇ ਅੱਜ ਸੁਣਿਆ ਕਿੰਨੇ ਆ? ਜਪਜੀ ਸਾਹਿਬ ਦਾ ਪਾਠ ਨਹੀਂ ਸੁਣਿਆ, ਮੈਂ ਆਸਾ ਦੀ ਵਾਰ ਨਹੀਂ ਸੁਣੀ, ਮੈਂ ਗੁਰੂ ਗ੍ਰੰਥ ਸਾਹਿਬ ਦਾ ਵਿਚਾਰ ਨੂੰ ਸੁਣਦਾ ਹੀ ਨਹੀਂ। ਬਾਣੀ ਤਾਂ ਮੈਂ ਸੁਣਦਾ ਹੀ ਨਹੀਂ, ਮੈਂ ਵੇਖਾਂਗਾ ਕਿੱਦਾਂ? ਜੇ ਮੈਂ ਸੁਣਾਂਗਾ ਤਾਂ ਵੇਖਾਂਗਾ। ਇਹ ਹੈ ਦਰਸ਼ਨ। ਸਾਧ ਸੰਗਤ ਨਹੀਂ ਦਰਸ਼ਨ ਪਾਇਆ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰ। ਉਹੋ ਹੀ ਫਿਰ ਬੰਦਾ ਇਹਨਾਂ ਜੂਨਾਂ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੈ। ਹੰਕਾਰ ਵਾਲੀਆਂ ਜੂਨਾਂ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੈ। ਜਿਹੜਾ ਬਾਰ-ਬਾਰ ਪ੍ਰਸੰਗ ਬਣਦਾ ਸੀ, ਲੜੀ ਬਣਦੀ ਸੀ, ਇਸ ਲੜੀ 'ਚੋਂ ਆਪਣੇ ਆਪ ਨੂੰ ਬਾਹਰ ਕੱਢ ਸਕਦਾ ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਨੂੰ ਸੁਣੇਗਾ। ਸਤਿਗੁਰੂ ਨੂੰ ਸਭ ਕੁ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਮੈਂ ਆਪਣੇ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਨਹੀਂ, ਸਮਝਦਾ ਨਹੀਂ, ਕਿੱਦਾਂ ਪਤਾ ਲੱਗੇਗਾ? ਸਾਧ ਸੰਗਤ ਨੇ ਦਰਸ਼ਨ ਪਾਇਆ। ਕਹਿੰਦੇ ਰਹਿਣ ਨਾ ਪਾਵੇਂ ਸੁਰ ਨਰ ਦੇਵਾ। ਸੁਰ ਨਰ, ਸੁਰ ਦੇਵਤੇ, ਨਰ ਮਨੁੱਖ, ਦੇਵਤਿਆਂ ਵਰਗੇ ਮਨੁੱਖ। ਯਾਨੀ ਕਿ ਜਿਹੜਾ ਆਪਣੇ ਆਪ ਨੂੰ ਧਰਮੀ ਵੀ ਅਖਵਾਉਂਦਾ ਹੈ ਨਾ, ਉਹਨੇ ਵੀ ਨਹੀਂ ਰਹਿਣਾ ਸਰੀਰਕ ਤੌਰ 'ਤੇ। ਸਾਰਿਆਂ ਜਾਣਾ ਬਈ, ਰਹਿਣ ਨਾ ਪਾਵੇਂ ਸੁਰ ਨਰ ਦੇਵਾ। ਊਠ ਸੁਧਾਰੇ ਕਰ ਮੁਨ ਜਨ ਸੇਵਾ। ਉਹਨਾਂ ਦੀ ਸੇਵਾ ਕਰਨ ਵਾਲੇ, ਉਹਨਾਂ ਦੀ ਸੰਗਤ ਮੰਨਣ ਵਾਲੇ, ਉਹਨਾਂ ਦੇ ਕੋਲ ਰਹਿਣ ਵਾਲੇ, ਜੇ ਉਹ ਨਹੀਂ ਰਹੇ ਤਾਂ ਉਹਨਾਂ ਕਿੱਥੋਂ ਰਹਿਣਾ? ਬਾਦਸ਼ਾਹ। ਹੁਣ ਪਹਿਲਾਂ ਗੱਲ ਆ ਗਈ ਅਧਿਆਤਮਿਕ ਤੌਰ 'ਤੇ ਧਾਰਮਿਕ ਲੋਕਾਂ ਦੀ, ਜਿਨ੍ਹਾਂ ਵਿੱਚ ਆ ਕੇ ਰਹਿਣ ਨਾ ਪਾਵੇਂ ਸੁਰ ਨਰ ਦੇਵਾ। ਊਠ ਸੁਧਾਰੇ, ਉੱਠ ਕੇ ਤੁਰ ਪਏ। ਕਰ ਮੁਨ ਜਨ ਸੇਵਾ, ਜਿਹੜੇ ਉਹਨਾਂ ਦੇ ਸੇਵਾ ਕਰਨ ਵਾਲੇ ਸੀ, ਜਿਹੜੇ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਸੀ, ਉਹ ਵੀ ਨਹੀਂ ਰਹੇ। ਅੱਗੇ ਆ ਗਈ ਗੱਲ ਹੁਣ ਸਮਾਜ ਦੇ ਲੋਕਾਂ ਦੀ। ਬਾਦਸ਼ਾਹ, ਕਿਸੇ ਦੇਸ਼ ਦਾ ਬਾਦਸ਼ਾਹ, ਉਹਨੇ ਰਹਿਣਾ ਹੈ? ਦੇਸ਼ ਉਹ ਜਾਂ ਕਿੰਨੇ ਬਾਦਸ਼ਾਹ ਬਦਲ ਗਏ। ਤਖਤ ਉਹ ਰਹਿੰਦਾ ਹੈ, ਤਖਤ 'ਤੇ ਬਹਿਣ ਵਾਲੇ ਕਿੰਨੇ ਬਦਲ ਜਾਂਦੇ ਨੇ। ਬਾਦਸ਼ਾਹ ਅੱਗੇ ਆ ਗਿਆ ਸ਼ਾਹ। ਸ਼ਾਹ ਕੌਣ ਹੁੰਦਾ? ਜਿਹਦੇ ਕੋਲ ਲੋਕ ਪੈਸੇ ਲੈ ਕੇ ਗਰਜਾਂ ਪੂਰੀਆਂ ਕਰਦੇ ਨੇ। ਨਾ ਸ਼ਾਹ ਨੇ ਰਹਿਣਾ ਹੈ, ਨਾ ਬਾਦਸ਼ਾਹ ਨੇ ਰਹਿਣਾ ਹੈ। ਸ਼ਾਹ ਵੀ ਦੁਨੀਆ ਤੋਂ ਚਲੇ ਜਾਂਦੇ ਨੇ। ਗਾੜੀ ਉਹ ਸ਼ਾਹ ਦੀ ਜਗ੍ਹਾ ਮੁੜ ਕੇ ਉਹਦੇ ਬੱਚੇ ਆ ਜਾਂਦੇ ਨੇ। ਬਾਦਸ਼ਾਹ, ਸ਼ਾਹ, ਵਪਾਰੀ ਮਰਨਾ। ਵਪਾਰੀ ਆ ਗਿਆ, ਜਿਹੜਾ ਵਪਾਰ ਕਰਨ ਵਾਲਾ, ਵਪਾਰੀ ਨੇ ਰਹਿਣਾ ਹੈ। ਤੁਹਾਡੀ ਜ਼ਿੰਦਗੀ 'ਚ ਕਈ ਵਪਾਰੀ ਤੁਹਾਡੇ ਸਾਹਮਣੇ ਆਏ ਹੋਣਗੇ, ਕਈ ਚੜ੍ਹਾਈ ਕਰ ਗਏ ਹੋਣਗੇ। ਬਾਦਸ਼ਾਹ, ਸ਼ਾਹ, ਵਪਾਰੀ ਮਰਨਾ। ਜੋ ਦਿਸੈ
ਸੋ ਕਾਲੇ ਕਰਨਾ। ਜੋ ਦਿਸ ਰਿਹਾ ਉਹ ਕਾਲ ਨੇ ਗਰਸ ਲੈਣਾ ਹੈ। ਇਸ ਕਰਕੇ ਕੂੜੇ ਮੋਹ ਝੂਠੇ ਮੋਹ ਵਿੱਚ, ਅੱਛਾ ਧਿਆਨ ਨਾਲ ਸੁਣਿਓ ਗੱਲ, ਮੋਹ ਨੂੰ ਹਮੇਸ਼ਾ ਹੀ ਕੂੜਾ ਆਖਿਆ, ਪਿਆਰ ਨੂੰ ਨਹੀਂ ਕੂੜਾ ਆਖਿਆ ਬਾਣੀ 'ਚ ਕਿਤੇ ਵੀ। ਕੂੜਾ ਮੋਹ ਹੁੰਦਾ ਨਾ, ਮੋਹ ਹੁੰਦਾ ਪਕੜ, ਅਟੈਚਮੈਂਟ, ਘੁੱਟ ਕੇ ਫੜ ਲੈਣਾ। ਮੋਹ ਬੰਦੇ ਨੂੰ, ਮੋਹ ਨੂੰ ਚਿੱਕੜ ਆਖਿਆ। ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਾਂ ਡੂਬੀ ਵਾਲੇ। ਮੋਹ ਐਸਾ ਚਿੱਕੜ ਹੈ ਜਿਹੜਾ ਬੰਦੇ ਨੂੰ ਤੁਰਨ ਨਹੀਂ ਦਿੰਦਾ, ਅੱਗੇ ਵਧਣ ਨਹੀਂ ਦਿੰਦਾ। ਇਹ ਚਿੱਕੜ ਹੈ। ਇਸੇ ਚਿੱਕੜ ਕਰਕੇ ਮੋਹ ਚਿੱਕੜ ਆ ਨਾ ਜਿਹੜਾ ਬੰਦੇ ਨੂੰ ਅੱਗੇ ਨਹੀਂ ਤੁਰਨ ਦਿੰਦਾ। ਅਤੇ ਪਾਤਸ਼ਾਹ ਕਹਿੰਦੇ ਨੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਅਸੀਂ ਅੰਨੇ ਹਾਂ, ਬਿਖ ਵਿੱਚ ਰਤੇ ਹਾਂ। ਕਿਉਂ ਚੱਲ ਗੁਰ ਚਾਲੀ। ਕਿਵੇਂ ਗੁਰੂ ਤੁਹਾਡੀ ਚਾਲ ਦੇ ਨਾਲ ਚਾਲ ਰਲਾ ਕੇ ਤੁਰੀਏ। ਤੁਸੀਂ ਪਿਆਰ ਦੇ ਸਾਗਰ, ਅਸੀਂ ਮੋਹ ਦੇ ਚਿੱਕੜ 'ਚ ਫਸੇ ਲੋਕ। ਤੁਸੀਂ ਸਾਡੇ ਤੋਂ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ, ਅਸੀਂ ਆਪਣੇ ਬੱਚਿਆਂ ਬਦਲੇ ਲੋਕਾਂ ਦੇ ਗਲ ਕੱਟਣ ਰਹੇ, ਦੂਜਿਆਂ ਨਾਲ ਠੱਗੀਆਂ ਮਾਰਦੇ। ਕਿੱਦਾਂ ਤੁਰੀਏ ਤੁਹਾਡੇ ਨਾਲ ਚਾਲ ਰਲਾ ਕੇ। ਤੁਸੀਂ ਵੰਡਣ ਵਾਲੇ, ਅਸੀਂ ਖੋਹਣ ਵਾਲੇ। ਸਾਡੀਆਂ ਅੱਖਾਂ 'ਚ ਜ਼ਹਿਰ ਭਰਿਆ ਪਿਆ, ਤੁਹਾਡੀਆਂ ਅੱਖਾਂ 'ਚ, ਨੇਤਰਾਂ ਦੇ ਵਿੱਚ ਅੰਮ੍ਰਿਤ ਵਾ। ਕਿੱਦਾਂ ਗੱਲ ਬਣੂ ਕਿੱਦਾਂ ਮਹਾਰਾਜ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅਸੀਂ ਤਾਂ ਔਗੁਣਾਂ ਨਾਲ ਭਰੇ ਪਏ ਹਾਂ, ਗੁਣ ਇੱਕ ਵੀ ਹੈ ਨਹੀਂ। ਅੰਮ੍ਰਿਤ ਛਾੜ, ਅਸੀਂ ਤਾਂ ਅੰਮ੍ਰਿਤ ਛੱਡ ਕੇ ਬਿਖੈ ਬਿਖ ਖਾਈ, ਅਸੀਂ ਤਾਂ ਅੰਮ੍ਰਿਤ ਛੱਡ ਬੈਠੇ ਹਾਂ। ਅਸੀਂ ਤਾਂ ਅੱਖਾਂ ਨਾਲ ਵੀ ਜ਼ਹਿਰ ਖਾਂਦੇ ਹਾਂ, ਕੰਨਾਂ ਨਾਲ ਵੀ ਜ਼ਹਿਰ ਖਾਂਦੇ ਹਾਂ, ਜ਼ੁਬਾਨ ਨਾਲ ਵੀ ਜ਼ਹਿਰ ਚੱਖ ਰਹੇ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਦੇ ਮੋਹ ਵਿੱਚ ਭਰਮ ਪੈ ਭੁੱਲੇ, ਭਰਮ ਪੈ ਕੇ ਭੁੱਲ ਗਏ। ਸੁੱਤਦਾਰ ਆਸਿਓ ਪ੍ਰੀਤ ਲਗਾਈ। ਕੀ ਮਹਾਰਾਜ ਕਹਿੰਦੇ ਤੇਰੇ ਪੁੱਤ ਧੀਆਂ ਨਹੀਂ ਹੋਣੇ ਚਾਹੀਦੇ? ਹੋਣੇ ਚਾਹੀਦੇ ਆ, ਪਰ ਅੰਨਾ ਨਾ ਹੋ ਜਾ, ਇਹਨਾਂ ਨੂੰ ਪਾਲਦੇ ਆ ਕਿ ਤੈਨੂੰ ਦੂਜੇ ਦਿਖਣ ਹੀ ਨਾ। ਜਦੋਂ ਬੰਦਾ ਅੰਨਾ ਹੋ ਜਾਂਦਾ ਫਿਰ ਆਪਣੇ ਪਾਲਣ ਲੱਗਿਆ ਦੂਜਿਆਂ ਦੇ ਬੱਚਿਆਂ 'ਤੇ ਪੈਰ ਰੱਖ ਕੇ ਲੰਘਦਾ ਨਾ। ਫਿਰ ਤੇ ਕਬੀਰ ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤੋਂ ਲੰਘੇ ਜਾਏ। ਬੰਦਾ ਤੁਰਿਆ ਆਉਂਦਾ ਹੋਵੇ, ਸੋਨੇ ਦਾ ਕੰਗਣ ਪਿਆ ਹੋਵੇ ਰਸਤੇ 'ਚ, ਕੋਈ ਮੁੰਦਰੀ ਸੋਨੇ ਦੀ ਪਈ ਹੋਵੇ, ਪੈਰ ਰੱਖ ਕੇ ਲੰਘੇਗਾ ਜੀ? ਬੋਲ ਕੇ ਦੱਸਿਓ। ਨਿਗਾਹ ਵਾਲਾ ਬੰਦਾ ਸੋਨੇ ਦੀ ਮੁੰਦਰੀ ਰਸਤੇ 'ਚ ਪਈ ਹੋਵੇ, ਉਹਦੇ 'ਤੇ ਪੈਰ ਰੱਖ ਦੇਵੇਗਾ? ਮੋਟਰਸਾਈਕਲ 'ਤੇ ਵੀ ਜਾਂਦਾ ਹੋਵੇ, ਗੱਡੀ 'ਤੇ ਵੀ ਜਾਂ ਚਮਕਦੀ ਚੀਜ਼ ਹੋਵੇ, ਬ੍ਰੇਕਾਂ ਮਾਰ ਦੂ, ਭਾਵੇਂ ਪਿਛਲਾ ਲਿਆ ਕੇ ਠਾਹ ਮਾਰੀ ਦੇਵੇ ਵਿੱਚ। ਪੈਰ 'ਤੇ ਰੱਖਣਾ ਬਹੁਤ ਦੂਰ ਦੀ ਗੱਲ ਹੈ। ਪਰ ਜੇ ਅੰਨਾ ਹੋਏਗਾ ਨਾ ਬੰਦਾ, ਨੇਤਰਹੀਣ ਹੋਏਗਾ, ਉਹ ਉਹਦੇ ਉੱਤੇ ਪੈਰ ਰੱਖ ਕੇ ਲੰਘ ਜਾਏ। ਗੱਲ ਇੱਥੇ ਦੁਨਿਆਵੀ ਨੇਤਰਹੀਣ ਦੀ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਹੈ ਜਿਹੜਾ ਅੰਦਰੋਂ ਅੰਨਾ ਹੋਵੇ ਨਾ, ਉਹ ਰੱਬੀ ਗੁਣਾਂ ਦੇ, ਰੱਬੀ ਗੁਣ ਹੀਰੇ ਜਵਾਹਰਾਤ ਮੋਤੀ ਵਿਚਾਰ ਇਹਦੇ ਰਸਤੇ 'ਚ ਖਿਲਰੇ ਪਏ ਆ। ਇਹ ਇਹੋ ਜਿਹਾ ਅੰਨਾ, ਇਹ ਉਹਨਾਂ ਨੂੰ ਚੁੱਕਣਾ ਤੇ ਕੀ ਹੈ, ਉਹਨਾਂ ਉੱਤੇ ਪੈਰ ਰੱਖ ਕੇ ਲਤਾੜਦਾ ਅੱਗੇ ਜਾ ਰਿਹਾ। ਕਬੀਰ ਮਾਰਗ ਮੋਤੀ ਬੀਥਰੇ, ਰੱਬ ਦੇ ਰਸਤੇ ਵਿੱਚ ਹੀਰੇ ਜਵਾਹਰਾਤ ਕੀਮਤੀ ਮੋਤੀ ਖਿਲਰੇ ਪਏ ਆ, ਪਰ ਅੰਧਾ ਨਿਕਸਿਓ ਆਏ। ਇਹ ਅੰਨਾ ਬੰਦਾ, ਅੰਨਾ ਕਿਹੜਾ ਸੀ? ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਅੰਧਾ ਨਿਕਸਿਓ ਆਏ। ਜੋਤ ਬਿਨਾ ਜਗਦੀਸ਼ ਕੀ। ਜੋਤ ਦਾ ਅਰਥ ਇੱਥੇ ਕੀ ਆ? ਸਮਝ। ਪਰਮਾਤਮਾ ਦੀ ਸਮਝ ਤੋਂ ਬਿਨਾ, ਜਗਦੀਸ਼ ਦੀ ਸਮਝ ਤੋਂ ਬਿਨਾ ਜਗਤ ਉਲੰਘੇ ਜਾਏ, ਜਗਤ ਉਲੰਘਦਾ ਜਾ ਰਿਹਾ ਹੈ। ਮਾਇਆ ਮੋਹ ਭਰਮ ਪੈ ਭੁੱਲੇ, ਮਾਇਆ ਦੇ ਮੋਹ ਵਿੱਚ ਭਰਮ ਪੈ ਭੁੱਲੇ। ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇਹੋ ਜਿਹੀ ਪ੍ਰੀਤ, ਇਹੋ ਜਿਹੇ ਮੋਹ ਦੇ ਵਿੱਚ ਪੈ ਗਏ ਕਿ ਦੂਜਿਆਂ ਦੇ ਬੱਚੇ ਦਿਸੇ ਹੀ ਨਾ, ਦੂਜਿਆਂ ਦਾ ਪਰਿਵਾਰ ਆਪਣਾ ਪਰਿਵਾਰ ਦਿਸਿਆ ਹੀ ਨਾ। ਅਵੀਰ ਦੱਸ ਰਿਹਾ ਸੀ, ਬਾਕੀ ਤੁਸੀਂ ਜ਼ਿਆਦਾ ਜਾਣਦੇ ਹੋਗੇ ਵੀ ਭਾਈ ਗੁਰਦੇਵ ਸਿੰਘ, ਜਿਨ੍ਹਾਂ ਦਾ ਆਪਣਾ ਵਿਆਹ ਨਹੀਂ ਸੀ, ਪਰ ਉਹਨਾਂ ਨੇ ਆਪਣੇ ਭਰਾਵਾਂ ਦੇ ਬੱਚਿਆਂ ਨੂੰ ਵੀ ਆਪਣੇ ਬੱਚੇ ਜਾਣੇ ਆ। ਤਾਂ ਵੀਰ ਦੱਸ ਰਿਹਾ ਸੀ ਵੀ ਕਈ ਵਾਰੀ ਆਪਣੇ ਪਰਿਵਾਰ ਦਾ ਕੋਈ ਜੀ, ਕਈ ਵਾਰੀ ਪਿਤਾ ਵੀ ਹੋਵੇ, ਕਈ ਵਾਰੀ ਨਿਰਾਸ਼ ਹੋ ਜਾਂਦਾ ਹੈ। ਤਾਂ ਵੀਰ ਦੱਸ ਰਿਹਾ ਸੀ ਵੀ ਜੇ ਕਿਤੇ ਮੈਂ ਰਿਸ਼ਤੇਦਾਰ ਕੋਲ ਵੀ ਜਾਣਾ ਤਾਂ ਉਹ ਬਾਹਰ ਮੈਨੂੰ ਉਡੀਕਦੇ ਹੁੰਦੇ ਸੀ। ਇਹ ਕਿਸੇ ਵਿਰਲੇ ਇਨਸਾਨ ਵਿੱਚ ਐਸੀਆਂ ਹੁੰਦੀਆਂ ਨੇ ਖਿੱਚ ਵੀ, ਉਹ ਭਤੀਜਿਆਂ ਉਹਦੇ ਉੱਪਰ, ਆਪਣੀਆਂ ਭਤੀਜੀਆਂ ਦੇ ਉੱਪਰ, ਆਪਣੇ ਭਰਾ ਦੇ ਬੱਚਿਆਂ ਦੇ ਉੱਪਰ ਵੀ ਆਪਣੀ ਜਾਨ ਨਿਸ਼ਾਵਰ ਕਰੇ। ਨਹੀਂ ਤੇ ਸਮਾਜ ਇੰਨੇ ਜ਼ਹਿਰ ਨਾਲ ਭਰਿਆ ਪਿਆ ਕਿ ਇੱਥੇ ਦੂਜੇ ਭਰਾ ਦੇ ਬੱਚੇ, ਸਮਾਜ ਦੇ ਬੱਚੇ, ਦੂਜੇ ਨਾਲ ਤੇ ਕੋਈ ਮਤਲਬ ਨਹੀਂ ਅੱਜ ਸਮਾਜ ਦੇ ਵਿੱਚ ਰਹਿ ਗਿਆ, ਜ਼ਹਿਰ ਨਾਲ ਭਰਿਆ। ਤੇ ਯਾਦ ਰੱਖਣਾ, ਜੇ ਕੋਈ ਬੰਦੇ ਨੇ ਚੰਗਾ ਕੰਮ ਕੀਤਾ ਹੋਵੇਗਾ ਤਾਂ ਉਹਦਾ ਕੋਈ ਚੰਗਾ ਨਾਂ ਲੈ ਦੇਗਾ। ਜੇ ਕਿਸੇ ਨੇ ਚੰਗਾ ਕੀਤਾ ਨਹੀਂ, ਇਹੋ ਹੀ ਕਹੇਗਾ ਭਾਈ ਇਹਨੇ ਕਿਹੜਾ ਕੋਈ ਚੰਗਾ ਕੰਮ ਕੀਤਾ ਸੀ। ਆਪਾਂ ਚੰਗਾ ਬੋਲ ਹੀ ਜਾਈਏ ਨਾ ਕਿਸੇ ਨਾਲ, ਸ਼ਾਇਦ ਪਿੰਡ ਵਿੱਚ ਉਹ ਵੀ ਕੋਈ ਕਵੇ ਕਿ ਭਾਈ ਮੇਰੇ ਨਾਲ ਚੰਗਾ ਬੋਲਦਾ ਹੁੰਦਾ ਸੀ, ਮੈਨੂੰ ਕਦੀ ਮਾੜਾ ਨਹੀਂ ਸੀ ਕਿਹਾ ਇਹਨੇ, ਮੈਨੂੰ ਹਮੇਸ਼ਾ ਚੰਗੇ ਸ਼ਬਦਾਂ ਨਾਲ ਸੰਬੋਧਨ ਕਰਦਾ ਹੁੰਦਾ ਸੀ। ਜ਼ਰੂਰੀ ਨਹੀਂ ਕਿਸੇ ਨੂੰ ਤੁਸੀਂ ਸੇਵਾ ਕਰਨੀ ਹੈ, ਕਿਸੇ ਨੂੰ ਤੁਸੀਂ ਲੰਗਰ ਛਕਾਉਣਾ, ਨਾ ਕਿਸੇ ਨਾਲ ਚੰਗਾ ਬੋਲ ਪਾਓ, ਇਹ ਵੀ ਇੱਕ ਸਮਾਜ ਦੀ ਬੜੀ ਵੱਡੀ ਸੇਵਾ ਹੈ।
ਤੋ ਇਹ ਜ਼ਹਿਰ ਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢਣਾ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ। ਪੰਥ ਕਹਿੰਦੇ ਰਸਤੇ ਨੂੰ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ। ਜਮ ਤਰਾਸ ਮਿਟਾਈ। ਜਿਹੜੇ ਜਮਾਂ ਨੇ ਮੈਨੂੰ ਡਰਾਇਆ ਹੋਇਆ ਸੀ ਨਾ, ਉਹ ਮਿਟ ਗਿਆ ਤੇਰੇ ਮਾਰਗ 'ਤੇ ਤੁਰ ਕੇ। ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ, ਸਾਰੇ ਬੋਲੋ ਗੁਰੂ ਰਾਮਦਾਸ ਰਾਖਿਓ ਸ਼ਰਨ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੇ ਗੁਰਸਿੱਖ ਮਿੱਤਰੋ, ਗੁਰੂ ਦੀ ਚਾਲ ਦੇ ਨਾਲ ਚਾਲ ਲਾ ਕੇ ਤੁਰੋ। ਜੋ ਗੁਰੂ ਕਹੇ ਸੋਈ ਭਲ ਮੰਨੋ। ਜੋ ਗੁਰੂ ਜੀ ਕਹਿਣ ਉਹਨੂੰ ਭਲਾ ਕਰਕੇ ਮੰਨ ਲਓ। ਜੋ ਗੁਰੂ ਕਹੇ ਸੋਈ ਭਲ ਮੰਨੋ। ਹਰ ਹਰ ਕਥਾ ਤੁਹਾਡੀ ਜ਼ਿੰਦਗੀ ਦੀ ਕਥਾ ਨਿਰਾਲੀ ਹੋ ਜਾਏਗੀ। ਲੋਕ ਕਹਿਣਗੇ ਭਾਈ ਜ਼ਿੰਦਗੀ ਜਿਉਣ ਦਾ ਤਰੀਕਾ ਇਸ ਬੰਦੇ ਕੋਲੋਂ ਸਿੱਖੋ। ਆਹ ਹੈ ਅਸਲੀ ਤਰੀਕਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਜਿਹੜੇ ਜਿਸ ਬੰਦੇ ਨੂੰ ਆਪਣੇ ਆਪ ਨਾਲ ਲੜਨਾ ਆ ਗਿਆ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਆਹ ਵਾ ਭਗਤਾਂ ਦੀ ਚਾਲ ਜਿਹੜੀ ਹੈ। ਇਸ ਕਰਕੇ ਕੂੜੇ ਮੋਹ, ਝੂਠੇ ਮੋਹ ਵਿੱਚ ਲਪਟ ਲਪਟਾਨਾ। ਸਮਾਜ ਦੀ ਬਹੁ ਗਿਣਤੀ ਇਸ ਝੂਠੇ ਮੋਹ ਦੀ ਪਕੜ 'ਚ ਇਹੋ ਜਿਹੀ ਲਿਪਟੀ ਪਈ ਹੈ। ਛੋੜ ਚੱਲਿਆ ਤਾਂ ਫਿਰ ਪਛਤਾਨਾ, ਫਿਰ ਪਛਤਾਵਾ ਪੱਲੇ ਰਹਿ ਜਾਂਦਾ ਜਦੋਂ ਗਲਤ ਕੰਮ ਕਰ ਬੈਠਦੇ ਆ। ਅਖੀਰ 'ਚ ਕਹਿੰਦੇ ਨੇ ਕਿਰਪਾ ਨਿਧਾਨ। ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਅਕਾਲ ਪੁਰਖ ਜੀ, ਕਿਰਪਾ ਨਿਧਾਨ। ਨਾਨਕ ਕਉ ਕਰੋ ਦਾਤ। ਨਾਨਕ ਨੂੰ ਇਹ ਦਾਤ ਦਿਓ। ਆਪਾਂ ਦਾਤਾਂ ਮੰਗਦੇ ਆ ਨਾ, ਕਿਹੜੀ? ਮੈਨੂੰ ਘਰ ਦੇ ਦੇ, ਮੈਨੂੰ ਪੁੱਤ ਦੇ ਦੇ, ਮੈਨੂੰ ਕੋਠੀ ਦੇ ਦੇ, ਮੈਨੂੰ ਜ਼ਮੀਨ ਦੇ ਦੇ, ਮੈਨੂੰ ਜਾਇਦਾਦ। ਸਾਡਾ ਸਮਾਜ ਦਾਤਾਂ ਇਹੋ ਮੰਗਦਾ। ਅਸੀਂ ਕਿਹੜੀਆਂ ਦਾਤਾਂ ਮੰਗਦੇ? ਜਿਹੜੀ ਦਾਤ ਤੋਂ ਬਿਨਾਂ ਇਹ ਸਾਰੀਆਂ ਦਾਤਾਂ ਅਧੂਰੀਆਂ ਨੇ, ਉਹ ਦਾਤ ਤਾਂ ਮੰਗਦੇ ਹੀ ਨਹੀਂ ਅਸੀਂ। ਘਰ ਚਾਹੀਦਾ ਵਾ, ਕੋਠੀ ਹੋਵੇ ਤੁਹਾਡੀ, ਤੁਹਾਡੀ ਜ਼ਮੀਨ ਜਾਇਦਾਦ ਵਧੀਆ ਹੋਵੇ। ਇਹ ਦਾਤਾਂ ਮੈਂ ਨਹੀਂ ਆਂਦਾ ਦਾਤਾਂ ਨਹੀਂ ਹੈਗੀਆਂ ਨੇ, ਪਰ ਜਿਹੜੀ ਸਿਖਰ ਵਾਲੀ ਦਾਤ ਆ ਨਾ, ਜੇ ਤੋਂ ਬਿਨਾਂ ਇਹ ਦਾਤਾਂ ਬਿਲਕੁਲ ਜ਼ੀਰੋ ਆ, ਉਹ ਦਾਤ ਕਿਹੜੀ ਭਲਾ? ਆ ਪੜ੍ਹੋ ਇੱਕ ਵਾਰ ਸਾਰੇ। ਕਿਰਪਾ ਨਿਧਾਨ, ਸਾਰੇ ਬੋਲੋ ਕਿਰਪਾ ਨਿਧਾਨ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ। ਹੇ ਮੇਰੇ ਪ੍ਰਭੂ ਪਰਮਾਤਮਾ, ਮੇਰੇ ਤੁਹਾਡੇ ਚਰਨਾਂ 'ਚ ਇੱਕ ਹੋਰ ਅਰਦਾਸ। ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ। ਨਾਮ ਤੇਰਾ ਜਪੀ ਦਿਨ ਰਾਤ। ਦਿਨ ਰਾਤ ਮੈਂ ਤੁਹਾਡਾ ਨਾਮ ਜਪਾਂ, ਭਾਵ ਤੁਹਾਡੇ ਸਿੱਖਿਆ ਮੁਤਾਬਕ, ਤੁਹਾਡੇ ਗੁਣਾਂ ਮੁਤਾਬਕ ਮੈਂ ਆਪਣਾ ਜੀਵਨ ਗੁਜ਼ਾਰ ਸਕਾਂ। ਇਹ ਮੈਨੂੰ ਦਾਤ ਬਖਸ਼ਿਸ਼ ਕਰੋ। ਇਹ ਦਾਤ ਦਾ ਮੈਂ ਭੁੱਖਾ ਵਾਂ। ਮੈਂ ਇਹ ਦਾਤ ਤੁਹਾਡੇ ਕੋਲੋਂ ਮੰਗਦਾ। ਅਤੇ ਜੇ ਇਹ ਦਾਤ ਆ ਗਈ, ਫਿਰ ਪਿਆਰਿਓ ਸਾਰੀਆਂ ਦਾਤਾਂ ਇਹਦੇ ਦਾਤ ਵਿੱਚ ਆਪਣੇ ਆਪ ਆ ਜਾਣੀਆਂ। ਇਸ ਕਰਕੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ। ਦਿਨ ਦੇ ਟੁੱਟ ਨਾ ਆਵੀਏ, ਗਣਤ ਭਰੇ ਭੰਡਾਰ। ਚੰਗੇ ਕੰਮ ਜ਼ਿੰਦਗੀ 'ਚ ਕਰੀਏ, ਸੂਝਵਾਨ ਜੀਵਨ ਗੁਰੂ ਦੀ ਸਿੱਖਿਆ ਲੈ ਕੇ ਬਤੀਤ ਕਰਨ ਦਾ ਯਤਨ ਕਰੀਏ। ਜਾਣਾ ਸਾਰਿਆਂ ਨੇ ਆ, ਪਰ ਆਪਾਂ ਚੰਗਾ ਬੀਜ ਬੀਜ ਕੇ ਜਾਈਏ। ਜਿਉਂਦੇ ਜੀ ਆਪਣੇ ਮਾਂ ਬਾਪ ਦੀ, ਆਪਣੇ ਵੱਡ ਵਡੇਰਿਆਂ ਦੀ ਰਿਸਪੈਕਟ ਨਾਲ ਬੋਲੀਏ, ਇੱਜ਼ਤ ਕਰੀਏ। ਜਿਉਂਦੇ ਜੀ ਮਗਰੋਂ ਆ ਜਿਹੜੇ ਕਰਮ ਕਾਂਡ ਅਸੀਂ ਕਰਦੇ ਹਾਂ, ਇਹਨਾਂ ਤੋਂ ਸਾਨੂੰ ਗੁਰਮਤਿ ਮਨਾ ਕਰਦੀ ਹੈ। ਤੁਸੀਂ 5-10 ਬਿਸਤਰੇ ਬਣਾ ਕੇ ਗੁਰਦੁਆਰੇ ਦਿਓ, ਕੋਈ ਮਨਾਹੀ ਨਹੀਂ। ਪਰ ਜੇ ਤੁਸੀਂ ਕਿਸੇ ਦੇ ਪ੍ਰਾਣੀ ਦੀ ਚੜ੍ਹਾਈ ਕਰਨ ਵਕਤ ਇਹ ਸੋਚ ਕੇ ਦਿਓ ਵੀ ਇਹ ਬਿਸਤਰਾ ਉਹਨੂੰ ਅੱਗੇ ਮਿਲਣਾ ਹੈ, ਇਹ ਗੁਰਮਤਿ ਨਹੀਂ ਪਿਆਰਿਓ, ਇਹ ਮਨਮਤ ਹੈ। ਮੇਰਾ ਫਰਜ਼ ਬਣਦਾ ਤੁਹਾਨੂੰ ਸੱਚ ਦੀ ਵਿਚਾਰ ਨਾਲ ਜਾਣੂ ਕਰਾਉਣਾ। ਮੰਨਣਾ ਨਾ ਮੰਨਣਾ ਮਰਜ਼ੀ ਸਾਡੀ ਆਪਣੀ ਹੈ। ਤੁਸੀਂ 10 ਬਿਸਤਰੇ ਬਣਾ ਕੇ ਗੁਰਦੁਆਰਾ ਸਾਹਿਬ ਦਿਓ, 15 ਦਿਓ। ਕਿ ਸਾਡੇ ਦਾਦਾ ਜੀ ਚੜ੍ਹਾਈ ਕੀਤੀ, ਸਾਡਾ ਦਿਲ ਕਰਦਾ ਜੇ ਅਸੀਂ ਗੁਰਦੁਆਰਾ ਸਾਹਿਬ 5 ਬਿਸਤਰੇ ਬਣਾ ਕੇ ਦਈਏ, 5 ਮੰਜੇ ਬਣਾ ਕੇ ਦਈਏ ਵੀ ਆਇਆ ਗਿਆ ਯਾਤਰੂ ਕੋ ਸੌਂ ਸਕੇ। ਉੱਤੇ ਕੋਈ ਮਨਾਹੀ ਨਹੀਂ, ਪਰ ਇਹ ਸੋਚ ਕੇ ਦੇਣਾ ਵੀ ਰਜਾਈ, ਤਲਾਈ, ਕੌਲੀ, ਚਿਮਚਾ, ਸਰਾਣਾ, ਗਲਾਸ ਇਹ ਵਿਛੜੀ ਆਤਮਾ ਨੂੰ ਮਿਲੇਗਾ। ਇਹ ਗੁਰਮਤਿ ਨਹੀਂ ਪਿਆਰਿਓ, ਇਹ ਮਨਮਤ ਆ। ਜਿਉਂਦੇ ਜੀ ਜਿਸ ਬੈੱਡ 'ਤੇ ਆਪਣਾ ਬਾਪੂ ਮੰਜੇ 'ਤੇ ਸੌਵੇਂ, ਮੰਜਾ ਚੰਗਾ ਹੋਵੇ। ਜਿਹੜੇ ਬਿਸਤਰੇ 'ਤੇ ਸੌਵੇਂ, ਉਹ ਰਜਾਈ ਤਲਾਈ ਥੋੜ੍ਹੀ ਜਿਹੀ ਚੰਗੀ ਹੋਵੇ, ਆਪਣੇ ਨਾਲ, ਮੈਂ ਕਹਿੰਦਾ ਆਪਣੇ ਨਾਲ ਵਧੀਆ ਹੋਵੇ, ਵਧੀਆ ਚਾਦਰ ਵਿਛਾਈ ਹੋਵੇ। ਉਹਦੀ ਜਿਹੜੀ ਚਾਦਰ ਵਾ 2-4 ਦਿਨਾਂ ਬਾਅਦ ਧੁੱਪੇ, ਉਹਦਾ ਛਾੜ ਧੁੱਪੇ, ਸਰਾਣੇ ਦਾ ਛਾੜ ਸਾਫ਼ ਹੋਵੇ, ਉੱਤੇ ਲੈਣ ਵਾਲੀ ਚਾਦਰ ਵਧੀਆ ਹੋਵੇ, ਸਰਦੀਆਂ 'ਚ ਲੈਣ ਵਾਲੀ ਲੋਈ ਵਧੀਆ ਹੋਵੇ, ਉਹਦੀ ਵਾਸਕਟ ਵਧੀਆ ਹੋਵੇ, ਕੱਪੜੇ ਵਧੀਆ ਹੋਣ। ਜਿਉਂਦੇ ਜੀ ਮਰਨ ਤੋਂ ਬਾਅਦ ਲੋਈਆਂ ਦੇ ਢੇਰ ਲੱਗ ਜਾਂਦੇ 15-15, 20-20। ਜਿਹੜੇ ਵਿਚਾਰੇ ਬਜ਼ੁਰਗ ਨੇ ਕਈ ਵਾਰੀ ਜਿਉਂਦੇ, ਕਈ ਵਾਰੀ ਮਾਵਾਂ ਨੇ ਉਹ ਸ਼ੌਲ ਵੇਖੇ ਵੀ ਨਹੀਂ ਹੁੰਦੇ ਜਿਉਂਦੇ, ਜਿਹੜੇ ਉਹਦੀ ਲਾਸ਼ ਉੱਤੇ ਪਏ ਹੁੰਦੇ ਮਰਨ ਤੋਂ ਬਾਅਦ। ਜਿੱਡੇ ਵੱਡੇ ਟੱਬਰ ਦੀ ਮਾਤਾ ਚੜ੍ਹਾਈ ਕਰੇਗੀ, ਉਹਨੇ ਹੀ ਫਿਰ ਸ਼ੌਲ ਆਉਂਦੇ। ਫਿਰ
ਕੋਈ ਗਾੜੀ ਪੁੱਤ ਪੁੱਤਰੇ ਵਿਆਹੇ ਹੁੰਦੇ ਸਾਰੇ, ਫਿਰ ਕਹਿੰਦੇ ਕੋਈ ਨਾ ਕੋਈ ਲੈ ਕੇ ਚੱਲੀਏ ਉੱਤੇ ਪਾਉਣ ਲਈ। ਜੇ ਕੋਈ ਛਾਵਲ ਕੋਈ ਲੋਈ ਦੇਣੀ ਤਾਂ ਜਿਉਂਦੇ ਜੀ ਲੈ ਕੇ ਆਓ। ਮੰਨ ਲਓ ਪਹਿਲੀ ਗੱਲ ਤੇ ਜਿਉਂਦੇ ਜੀ ਰਿਸਪੈਕਟ ਕਰੋ। ਇਹਨਾਂ ਕੰਮਾਂ 'ਚੋਂ ਆਪਣੇ ਆਪ ਨੂੰ ਬਾਹਰ ਕੱਢਣ ਦੀ, ਕਿਉਂਕਿ ਨੱਕ ਦਾ ਮਸਲਾ ਬਣ ਜਾਂਦਾ ਸਾਡਾ। ਇਹਨਾਂ ਕੰਮਾਂ 'ਚੋਂ ਆਪਣੇ ਆਪ ਨੂੰ ਬਾਹਰ ਕੱਢੋ ਭਾਈ। ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ। ਜਦੋਂ ਘਰ 'ਚ ਆਪਣੇ ਮਾਤਾ ਚੜ੍ਹਾਈ ਕਰਦੀ ਹੈ, ਉਹਦਾ ਖੱਫਣ ਜਿਹੜੇ ਉਹਦੇ ਤਨ 'ਤੇ ਬਸਤਰ ਪਾਏ ਜਾਂਦੇ ਆ, ਇਹ ਕਿੱਥੋਂ ਆਉਂਦੇ ਜੀ ਭਲਾ? ਬੋਲ ਕੇ ਦੱਸਿਓ ਭਲਾ, ਪਤਾ ਹੋਣਾ ਸਾਰਿਆਂ ਨੂੰ। ਕਈਆਂ ਇਲਾਕਿਆਂ 'ਚ ਰਿਵਾਜ ਵੱਖਰੇ। ਜਿਹੜੀ ਮਾਤਾ ਜਦੋਂ ਚੜ੍ਹਾਈ ਕਰਦੀ ਹੈ, ਉਹਦੇ ਜਿਹੜੇ ਖੱਫਣ ਦੇ ਪੈਸੇ ਜਾਂ ਖੱਫਣ ਕਿੱਥੋਂ ਆਉਂਦਾ ਜੀ ਭਲਾ? ਅੱਛਾ, ਭਾਂਡੇ ਸਾਰੀ ਜ਼ਿੰਦਗੀ ਉਹਨੇ ਸਾਡੇ ਘਰ ਦੇ ਮਾਂਜੇ ਆ, ਸਾਰੀ ਜ਼ਿੰਦਗੀ ਉਹਨੇ। ਮੈਂ ਪੰਜਾਬੀ ਸਿੱਧੀ ਭਾਸ਼ਾ 'ਚ ਗੱਲ ਕਰਦਾ ਹੁੰਦਾ। ਸਾਰੀ ਜ਼ਿੰਦਗੀ 5 ਕਿੱਲਿਆਂ ਤੋਂ ਵਿਚਾਰੀ ਨੇ ਮਿਹਨਤ ਕਰ ਕਰਕੇ ਅੱਜ ਸਾਨੂੰ 5, 7, 10, 20 ਕਿੱਲਿਆਂ ਦੇ ਮਾਲਕ ਬਣਾ ਛੱਡਿਆ। ਘਰਾਂ 'ਚ ਪੋਚੇ ਫੇਰਦੀ ਦੇ ਨਹੁੰ ਘਸ ਗਿਆ ਅਤੇ ਅੱਜ ਤੁਸੀਂ ਕੋਠੀਆਂ ਦੇ ਮਾਲਕ ਬਣ ਗਏ। ਉਸ ਘਰ 'ਚੋਂ ਉਹਨੂੰ 2 ਗਜ, ਉਹਨੂੰ 2 ਮੀਟਰ ਕੱਪੜਾ ਵੀ ਨਸੀਬ ਨਹੀਂ ਹੈਗਾ। ਅੱਛਾ, ਜੇ ਜਵਾਈ ਪੂਰਾ ਹੁੰਦਾ, ਉਹਦੇ ਕੱਪੜੇ ਕਿੱਥੋਂ ਆਉਂਦੇ ਭਲਾ? ਹਾਂਜੀ, ਉਹ ਵੀ ਸਹੁਰਿਆਂ ਤੋਂ। ਲਓ ਜੀ, ਅੱਛਾ, ਜਵਾਈ ਦੇ ਕੱਪੜੇ ਵੀ ਸਹੁਰਿਆਂ ਤੋਂ, ਕੁੜੀ ਦੇ ਕੱਪੜੇ ਵੀ ਸਹੁਰਿਆਂ ਤੋਂ, ਅਤੇ ਸਹੁਰਿਆਂ ਤੋਂ ਕੀ ਆਉਣਾ ਫਿਰ? ਯਾਨੀ ਕਿ ਜਿੱਥੇ ਉਹ ਰਹਿੰਦੇ ਆ ਦੋਵੇਂ ਜੀ, ਉਹਨਾਂ ਨੇ ਕੀ ਕੀਤਾ ਫਿਰ? ਇਹ ਰਿਵਾਜ ਕਿਹਨੇ ਬਣਾਏ ਜੀ? ਬੋਲੋ ਭਾਈ, ਕੌਣ ਤੋੜੂ ਇਹ ਰੀਤਾਂ? ਇਹ ਰੀਤਾਂ ਬੰਦ ਕਰੋ। ਨੌਜਵਾਨਾਂ ਨੂੰ ਬੇਨਤੀ ਕਰਦਾ, ਜਿੱਦਣ ਮਾਤਾ ਚੜ੍ਹਾਈ ਕਰੇ, ਜਿੱਦਣ ਪਿਤਾ ਚੜ੍ਹਾਈ ਕਰੇ, ਉਦੋਂ ਉਹਨੂੰ ਕਹੋ ਮੇਰਾ ਪਿਓ ਆ, ਮੇਰੀ ਮਾਂ ਵਾ, ਮੇਰੇ ਕੋਲ ਇੰਨੀ ਕੁ ਹੈਸੀਅਤ ਹੈਗੀ ਆ, ਮੇਰੇ ਉੱਤੇ ਮੈਂ 2 ਗਜ ਕੱਪੜਾ ਪਾ ਸਕਾਂ। ਇਹ ਰੀਤਾਂ ਤੋੜੋ, ਤਾਂ ਫਾਇਦਾ ਸਮਾਗਮ ਕਰਾਉਣ ਦਾ। ਮਾਫ਼ ਕਰਨਾ, ਮੈਂ ਪਹਿਲਾਂ ਕਲੀਅਰ ਗੱਲ ਕਰਦੇ ਹਾਂ। ਸੋਚ ਕੇ ਵੇਖਿਆ ਅਸੀਂ ਕਿਸ ਮਿੱਟੀ ਦੇ ਬਣੇ ਆ? ਕਿ ਮਾਵਾਂ ਭੈਣੋ, ਤੁਸੀਂ ਆਪਣੇ ਆਪ ਸੋਚ ਕੇ ਵੇਖੋ ਵੀ ਆਪਾਂ ਸਾਰੀ ਦਿਹਾੜੀ ਜਿਸ ਪਰਿਵਾਰ 'ਚ ਵਿਆਹੀਆਂ ਗਈਆਂ, ਉੱਥੇ ਬੱਚੇ ਪੈਦਾ ਹੋਏ, ਗਾੜੀ ਪੋਤਰੇ ਦੋਹਤੀਆਂ ਵਾਲੀਆਂ ਬਣ ਗਈਆਂ। ਅਤੇ ਕਈ ਵਾਰੀ ਜਿੱਥੇ ਵਿਆਹੀਆਂ ਗਈਆਂ ਉਹਨਾਂ ਦੀਆਂ ਕੋਠੀਆਂ ਪਈਆਂ ਹੁੰਦੀਆਂ, ਅਤੇ ਪੇਕੇ ਵਿਚਾਰੇ ਦਰਮਿਆਨੇ ਹੁੰਦੇ, ਫਿਰ ਵੀ ਉਡੀਕਦੇ ਵੀ ਕੱਪੜਾ ਉੱਥੋਂ ਆਵੇ। ਅੱਛਾ, ਕਈਆਂ ਘਰਾਂ 'ਚ ਇਹ ਤੋਂ ਹੋਰ ਵੀ ਗੜੀ ਰਿਵਾਜ ਹੈਗੇ ਆ। ਦਾਦਾ ਚੜ੍ਹਾਈ ਕਰੇ ਨਾ, ਦਾਦੀ ਨਾਨੀ, ਅਤੇ ਮੁੰਡੇ ਦੇ ਸਹੁਰਿਆਂ ਨੂੰ ਫਿਕਰ ਪਿਆ ਹੁੰਦਾ ਅਸੀਂ ਕੂਲਰ ਲੈ ਕੇ ਜਾਣਾ। ਹੁਣ ਸਾਡੇ ਕਈਆਂ ਪਿੰਡਾਂ 'ਚ, ਕਈਆਂ ਇਲਾਕਿਆਂ 'ਚ ਇਹ ਵੀ ਰਿਵਾਜ ਹੈਗਾ ਵੀ ਦਾਦਾ ਤੁਹਾਡਾ ਪੂਰਾ ਹੋਇਆ ਅਤੇ ਉਹ ਵਿਚਾਰੇ ਕੂਲਰ ਚੱਕੀ ਆਉਂਦੇ ਆ, ਫਰਿੱਜ ਚੱਕੀ ਆਉਂਦੇ ਆ ਜੀ, ਸਾਡੇ ਦਾਦਾ ਜੀ ਪੂਰੇ ਹੋ ਗਏ। 17ਵੀਂ ਜਿਹੜੇ ਲੋਕ ਕਰਦੇ ਸੀ। ਇਹਨਾਂ ਮਨਮਤਾਂ 'ਚੋਂ ਬਾਹਰ ਕੱਢੋ ਭਾਈ। ਇਹ ਮਨਮਤਾਂ ਪ੍ਰਵਾਨ ਜਾਲੋਂ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰ ਸਾਈ ਭਲੀ ਪ੍ਰੀਤ, ਜਿਤ ਸਹਿਬ ਸੇਤੀ ਪਾਤਰ। ਮੈਨੂੰ ਪਤਾ ਇਹ ਗੱਲਾਂ ਸਾਰਿਆਂ ਨੂੰ ਹਜਮ ਨਹੀਂ ਹੁੰਦੀਆਂ, ਪਰ ਤੁਹਾਨੂੰ ਹਜਮ ਕਰਨੀਆਂ ਪੈਣੀਆਂ ਭਾਈ। ਮੇਰੀ ਬੇਨਤੀ ਹੱਥ ਜੋੜ ਕੇ ਆਪਣੇ ਬੱਚਿਆਂ ਨੂੰ ਕਹਿ ਦਿਓ, ਜਿਉਂਦੇ ਜੀ ਪੁੱਤ, ਮੈਂ ਇਸ ਘਰ 'ਚ ਰੋਟੀ ਪਾਣੀ ਕੀਤਾ ਵਾ, ਮੈਂ ਇਸ ਘਰ ਦੇ ਵਿੱਚ ਵਿਆਹੀ ਆਈ ਹਾਂ, ਅਤੇ ਮੈਂ ਚਾਹੁੰਦੀ ਹਾਂ ਮੇਰੇ ਤਨ ਦੇ ਉੱਤੇ ਕੱਪੜਾ ਵੀ ਇਸੇ ਘਰ 'ਚੋਂ ਪਵੇ। ਇਹ ਰੀਤਾਂ ਬੰਦ ਕਰੋ। ਇਹ ਕਿਹਨੂੰ ਕਰਨੀਆਂ ਪੈਣੀਆਂ? ਸਾਨੂੰ ਕਰਨੀਆਂ ਪੈਣੀਆਂ। ਆਪ ਤੁਰਨਾ ਪੈਣਾ। ਆਪਣੇ ਬੱਚਿਆਂ ਨੂੰ ਕਹਿ ਜੋ, ਪੁੱਤਰ ਜਦੋਂ ਮੈਂ ਚੜ੍ਹਾਈ ਕਰਾਂ, ਮੇਰੇ ਸਰੀਰ ਦੀ ਰਾਖ ਨੂੰ ਮੇਰੇ ਪਿੰਡ ਦੇ ਕਿਸੇ ਖੇਤ ਵਿੱਚ ਫਲਦਾਰ ਪੌਦਾ ਲਿਆ ਕੇ ਲਾ ਦਿਓ। ਇਹ ਵਹਿਮਾਂ 'ਚੋਂ ਬਾਹਰ ਕੱਢੋ। ਉਹੀ ਬੰਦਾ, ਉਹੀ ਔਰਤ ਹੈ, ਉਹੀ ਮਾਂ ਵਾ ਜਿਹਦੇ ਨਾਲ ਇਕੱਠੇ ਬੈਠ ਕੇ ਆਪਾਂ ਰੋਟੀ ਖਾਂਦੇ ਹਾਂ। ਉਹੀ ਮਾਂ ਹੁੰਦੀ ਹੈ ਜਿਹਦੀ ਪੈਨਸ਼ਨ ਸਾਰਾ ਟੱਬਰ ਵਰਤਦਾ। ਉਹੀ ਬਾਪੂ ਹੁੰਦਾ ਜਿਹਦੀ ਪੈਨਸ਼ਨ ਕਢਾ ਕੇ ਸਾਰਾ ਪਰਿਵਾਰ ਵਰਤਦਾ। ਪਰ ਅੱਜ ਬਾਪੂ ਤੋਂ ਡਰ ਆਉਣ ਲੱਗ ਪਿਆ। ਦਬ ਇਸ ਬਾਪੂ ਨੂੰ ਹੁਣ ਘਰੋਂ ਬਾਹਰ ਕੱਢ ਦਿਓ। ਇਹਨਾਂ ਵਹਿਮਾਂ 'ਚੋਂ ਬਾਹਰ ਨਿਕਲੋ ਭਾਈ। ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਆਓ ਵਹਿਮਾਂ ਭਰਮਾਂ ਪਖੰਡਾਂ 'ਚੋਂ ਬਾਹਰ ਨਿਕਲ ਕੇ ਗੁਰੂ ਦੀ ਮੱਤ ਉੱਤੇ ਪਹਿਰਾ ਦਈਏ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਆਪ ਭਾਈ ਸਾਰੇ, ਭਾਈ ਗੁਰਦੇਵ ਸਿੰਘ ਜੀ ਜਿਹੜੇ ਸਰੀਰਕ ਤੌਰ 'ਤੇ ਅਕਾਲ ਚਲਾਣਾ ਕਰ ਗਏ, ਉਹਨਾਂ ਦੇ ਸਮੁੱਚੇ ਪਰਿਵਾਰ ਨੇ, ਉਹਨਾਂ ਦੇ ਭਤੀਜੇ, ਉਹਨਾਂ ਦੇ ਬਾਕੀ ਰਿਸ਼ਤੇਦਾਰ, ਜਿੰਨੇ ਵੀ ਸਾਕ ਸੰਬੰਧੀ ਤੁਸੀਂ ਆਏ ਜੇ, ਕਿਉਂਕਿ ਭਤੀਜੇ ਵੀ ਤਾਂ ਬੱਚੇ ਹੁੰਦੇ ਨੇ, ਪੋਤੀ ਹੁੰਦੇ ਨੇ, ਭਤੀਜੀਆਂ ਧੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਰਹਿ ਕੇ ਉਹਨੇ ਆਪਣਾ ਸਾਰਾ ਜੀਵਨ ਪਿਆਰ ਦੇ ਨਾਲ ਗੁਜ਼ਾਰਿਆ। ਤੁਸੀਂ ਸਾਰੇ ਪਰਿਵਾਰ ਨੇ ਰਲ ਕੇ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰੀ ਲਵਾਈ ਹੈ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਤਿਕਾਰਯੋਗ ਗ੍ਰੰਥੀ ਸਾਹਿਬਾਨ, ਜਿੰਨੇ ਵੀ ਤੁਸੀਂ ਸੇਵਾਦਾਰ ਭੈਣ ਭਰਾ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ, ਸਾਰਿਆਂ ਦਾ ਧੰਨਵਾਦ। ਆਓ ਆਪਣੇ ਘਰਾਂ ਵਿੱਚ ਆਦਤ ਪਾਈਏ, ਗੁਰਬਾਣੀ ਦਾ ਸਹਿਜ ਪਾਠ ਕਰੀਏ, ਗੁਰਬਾਣੀ ਖੁਦ ਪੜ੍ਹਨ ਦੀ ਆਦਤ ਪਾਈਏ, ਵਹਿਮਾਂ ਭਰਮਾਂ ਪਖੰਡਾਂ 'ਚੋਂ ਬਾਹਰ ਨਿਕਲੀਏ। ਜਿੰਨਾ ਵੀ ਹੋ ਸਕੇ ਖੁਦ ਬਾਣੀ ਪੜ੍ਹੋ ਆਪ। ਜਿਵੇਂ ਪਰਿਵਾਰ ਨੇ ਸਹਿਜ ਪਾਠ ਮਾਤਾ ਜੀ ਹੁਣਾਂ ਨੇ ਰਲ ਕੇ ਆਪ ਕੀਤਾ ਹੈ, ਬਾਕੀ ਸਾਰੇ ਪਰਿਵਾਰ ਨੇ ਗ੍ਰੰਥੀ ਸਾਹਿਬਾਨ ਦੇ ਸਹਿਯੋਗ ਨਾਲ ਇੱਦਾਂ ਤੁਸੀਂ ਵੀ ਆਦਤ ਪਾਓ। ਆਪੋ ਆਪਣੇ ਘਰਾਂ 'ਚ ਆਪ ਬਾਣੀ ਪੜ੍ਹੋ, ਆਪ ਸਮਝੋ। ਭਾਵੇਂ ਗ੍ਰੰਥੀ ਸਾਹਿਬਾਨਾਂ ਦੇ ਆਸਰੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਹੀ ਭਾਵੇਂ ਘਰਾਂ 'ਚ ਇਹ ਲਹਿਰ ਆਰੰਭ ਕਰੋ। ਆਪ ਬਾਣੀ ਪੜ੍ਹਿਆ ਕਰੋ, ਆਪ ਗੁਰੂ ਦੀ ਵਿਚਾਰ ਦੇ ਨਾਲ ਜੁੜੋ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ।
ਭੁੱਲਾਂ ਚੁੱਕਾਂ ਮੇਰੀਆਂ ਸ਼ਬਦ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ। ਪਿਆਰ ਮੁਹੱਬਤ ਨਾਲ ਘਰਾਂ 'ਚ ਰਹਿਣਾ ਸ਼ੁਰੂ ਕਰੀਏ। ਜਿਸ ਤਰ੍ਹਾਂ ਘਰਾਂ 'ਚ ਕੋਈ ਵਿਖੜਾ, ਕੋਈ ਰਸਤਾ ਆ ਵੀ ਜਾਵੇ, ਕੋਈ ਮੁਸ਼ਕਿਲ ਆ ਵੀ ਜਾਵੇ, ਉਹਦਾ ਹੱਲ ਵੀ ਸਾਨੂੰ ਖੁਦ ਆਪ ਕਰਨਾ ਪੈਣਾ ਹੈ। ਇਹੋ ਸਾਨੂੰ ਸਤਿਗੁਰ ਦੀ ਬਾਣੀ ਸਿਖਾਉਂਦੀ ਹੈ। ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਬੁਲਾਓ ਅਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।